जी वाहिगुरू जी का खालसा वाहिगुरू जी की फतेह। गुरु ग्रंथ साहब जी ਦੀ ਚੱਲ ਰਹੀ ਲੜੀਵਾਰ ਵਿਚਾਰਾਂ ਵਿੱਚ ਅੱਜ ਅੰਕ ਨੰਬਰ 1068 ਤੋਂ ਅੱਗੇ ਪਾਠ ਕਰਨਾ ਹੈ। 1068 ਨੰਬਰ ਅੰਕ ਤੋਂ ਮਾਰੂ ਰਾਗ ਵਿੱਚ ਤੀਜੀ ਪਾਤਸ਼ਾਹੀ ਧੰਨ ਧੰਨ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਸੋਹਣਿਆਂ ਦੇ ਪਾਠ ਚੱਲ ਰਹੇ ਹਨ, ਜਿਸ ਵਿੱਚ 24ਵੇਂ ਸੋਲਹੇ ਦੇ 8 ਪਦਿਆਂ ਤੱਕ ਦੇ ਪਾਠ ਪਹਿਲਾਂ ਹੋ ਚੁੱਕੇ ਹਨ। ਅੱਜ ਅੱਗੋਂ ਪਾਠ ਕਰਨਾ ਹੈ। ਸਾਚਾ ਦਰਬਾਰਾ ਸੱਚੇ ਸੇਵੇਂ ਸ਼ਬਦ ਪਿਆਰਾ, ਸੱਚੀ ਧੁਨ ਸੱਚੇ ਗੁਣ ਗਾਵਾ, ਸੱਚੇ ਮਾਹੇ ਸਮਾਇਆ। ਸਾਚਾ ਦਰਬਾਰਾ ਸੱਚੇ ਸੇਵੇਂ ਸ਼ਬਦ ਪਿਆਰਾ, ਸੱਚੀ ਧੁਨ ਸੱਚੇ ਗੁਣ ਗਾਵਾਂ, ਸੱਚੇ ਮਾਹੇ ਸਮਾਇਆ। ਸਾਚਾ ਦਰਬਾਰਾ, ਧਿਆਨ ਦੇਈਏ ਨਾ, ਦੋ ਅੱਖਰ ਆਏ ਹਨ, ਇੱਕ ਦਰ ਤੇ ਇੱਕ ਦਰਬਾਰਾ। ਦਰਬਾਰਾ ਤੋਂ ਭਾਵੇਂ ਦਰਬਾਰ ਤੇ ਦਰ ਤੋਂ ਭਾਵੇਂ ਦਰਵਾਜ਼ਾ। ਅਸੀਂ ਗੁਰਦੁਆਰਾ ਕਹਿੰਦੇ ਹਾਂ, ਗੁਰੂ ਦਾ ਦਵਾਰ। ਅਸੀਂ ਧਿਆਨ ਦੇਈਏ ਨਾ, ਦਰ ਕੀ ਹੈ, ਦਰਵਾਜ਼ਾ ਕੀ ਹੈ। ਦਰਵਾਜ਼ੇ ਤੋਂ ਲੰਘ ਕੇ ਬਾਹਰ ਵਿੱਚ ਜਾਈਦਾ, ਦਰਵਾਜ਼ੇ ਤੋਂ ਲੰਘ ਕੇ ਦਰਬਾਰ ਵਿੱਚ ਜਾਈਦਾ, ਤੇ ਅਸੀਂ ਕਹਿੰਦੇ ਹਾਂ ਗੁਰੂਦੁਆਰਾ, ਗੁਰੂ ਦਾ ਦਰ। ਅਸੀਂ ਗੁਰਦੁਆਰੇ ਨੂੰ ਹੀ ਸਮਝ ਲੈਂਦੇ ਹਾਂ ਕਿ ਜੇਕਰ ਅਸੀਂ ਤਨ ਕਰਕੇ ਪਹੁੰਚ ਗਏ ਹਾਂ ਤੇ ਅਸੀਂ ਦਰਬਾਰ ਵਿੱਚ ਪਹੁੰਚ ਗਏ। ਕਿਧਰੇ ਨਾ ਕਿਧਰੇ ਅਸੀਂ ਭੁੱਲ ਕਰਦੇ ਹਾਂ ਥੋੜੀ ਜੀ। ਤਨ ਕਰਕੇ ਤੇ ਅਸੀਂ ਜਾਣਾ ਹੀ ਹੈ, ਤਨ ਕਰਕੇ ਦਰ ਤੇ ਜਾਣਾ, ਪਰ ਦਰ ਦੇ ਨਾਲ, ਬਾਣੀ ਦੇ ਨਾਲ ਜੁੜ ਕੇ ਮਨ ਕਰਕੇ ਅਸੀਂ ਦਰਬਾਰ ਪਹੁੰਚਣਾ। ਬਰੀਕ ਜਿਹਾ ਭੇਦ ਦੇ, ਇਸ ਨੂੰ ਸਮਝੀ ਲੋੜ ਹੈ। ਤਨ ਕਰਕੇ ਤੇ ਅਸੀਂ ਸਫ਼ਰ ਕਰ ਲੈਂਦੇ, ਤਨ ਕਰਕੇ ਤੇ ਅਸੀਂ ਗੁਟਕਾ ਸਾਹਿਬ ਵੀ ਚੁੱਕ ਲੈਂਦੇ ਆ, ਗ੍ਰੰਥ ਸਾਹਿਬ ਜੀ ਦੀ ਪੋਥੀ ਸਾਹਿਬ ਤੋਂ ਵੀ ਪਾਠ ਕਰਦੇ ਆ। ਅਸੀਂ ਤਨ ਕਰਕੇ ਤੇ ਬੜੇ ਉਦਮ ਕਰਦੇ ਆ। ਅਸੀਂ ਮਨ ਕਰਕੇ ਮੰਜ਼ਿਲ ਤੱਕ ਪਹੁੰਚਣਾ ਹੈ, ਉਹ ਅਸੀਂ ਸਫ਼ਰ ਨਹੀਂ ਤੈਅ ਕਰਦੇ। ਜ਼ਬਾਨ ਪਾਠ ਕਰ ਰਹੀ ਹੁੰਦੀ ਹੈ, ਸੁਰਤ ਨਹੀਂ ਕਰ ਰਹੀ। ਤਨ ਸੇਵਾ ਕਰ ਰਿਹਾ ਹੁੰਦਾ ਹੈ, ਮਨ ਸੇਵਾ ਨਹੀਂ ਕਰ ਰਿਹਾ ਹੁੰਦਾ। ਜਦੋਂ ਤਨ ਮਨ ਦੋਨੋਂ ਰਲ ਕੇ ਸੇਵਾ ਕਰਨਗੇ, ਤਨ ਮਨ ਜਦੋਂ ਰਲ ਕੇ ਬਾਣੀ ਪੜਨ, ਤਾਂ ਮੰਜ਼ਿਲ ਦੀ ਪ੍ਰਾਪਤੀ ਹੋਣੀ ਹੈ, ਤਾਂ ਮਨ ਦੇ ਵਿੱਚੋਂ ਮੈਲ ਧੁਣਾ। ਗੁਰੂ ਸਾਹਿਬ ਕਹਿ ਰਹੇ ਸਦਾ ਤੇਰੇ ਦਰ। ਗੁਰੂ ਦੇ ਬੋਲ ਸੱਚੇ ਹਨ ਤੇ ਗੁਰੂ ਦੇ ਬੋਲ ਨਾਲ ਰਿਹਾ ਸਾਚਾ ਦਰਬਾਰਾ। ਦਰਬਾਰਾ ਤੋਂ ਕੀ ਭਾਵੇਂ, ਤਨ ਕਰਕੇ ਅਸੀਂ ਦਰਬਾਰ ਵਿੱਚ ਨਹੀਂ ਪਹੁੰਚ ਸਕਦੇ। ਉਹ ਸਫ਼ਰ ਮਨ ਦਾ ਹੈ, ਉਹ ਮਨ ਦਾ ਸਫ਼ਰ ਅਸੀਂ ਨਹੀਂ ਤੈਅ ਕਰ ਪਾ ਰਹੇ, ਵਜ੍ਹਾ ਕਰਕੇ ਅਸੀਂ ਦੂਰ ਰਹਿ ਰਹੇ ਹਾਂ। ਤੇ ਉਸ ਪਰਮਾਤਮਾ ਦਾ ਦਰਬਾਰ ਵੀ ਸਦਾ ਤੇਰੇ ਸਦੀਵ ਰਹਿਣ ਵਾਲਾ ਹੈ। ਸਾਚਾ ਦਰਬਾਰਾ ਸੱਚੇ ਸੇਵੇਂ ਸ਼ਬਦ ਪਿਆਰਾ। ਜਿਹੜੇ ਸੇਵਦੇ ਹਨ ਉਹ ਵੀ ਸੱਚੇ ਹਨ, ਸ਼ਬਦ ਪਿਆਰਾ। ਪਰ ਕਿਹੜੇ ਹਨ, ਕਿਹੜੇ ਸੱਚੇ ਹਨ? ਕੌਣ ਹਨ ਸੱਚੇ? ਜਿਹੜੇ ਸ਼ਬਦ ਨੂੰ ਪਿਆਰ ਕਰਕੇ, ਸ਼ਬਦ ਵਿੱਚ ਸੁਰਤ ਟਿਕਾ ਕੇ, ਸ਼ਬਦ ਨਾਲ ਪਿਆਰ। ਦੇਖੋ ਸ਼ਬਦ ਪਿਆਰਾ, ਜਿਨ੍ਹਾਂ ਦੇ ਮਨ ਨੂੰ ਸ਼ਬਦ ਪਿਆਰ ਕਰਨ ਲੱਗ ਪਵੇ, ਜਿਹੜੇ ਸ਼ਬਦ ਨੂੰ ਪਿਆਰ ਕਰਦੇ ਹਨ। ਹੁਣ ਸ਼ਬਦ ਨੂੰ ਪਿਆਰ ਕਰਨ ਤੋਂ ਕੀ ਪਾਓਗੇ? ਜਿਹਨੂੰ ਅਸੀਂ ਪਿਆਰ ਕਰਦੇ ਹਾਂ ਨਾ, ਉਸਦੀ ਕਦਰ ਕਰਦੇ ਹਾਂ, ਉਹਨੂੰ ਸੰਭਾਲਣਾ ਕਰਦੇ ਹਾਂ। ਅਸੀਂ ਬਾਣੀ ਪੜ੍ਹ ਰਹੇ ਹਾਂ, ਬਾਣੀ ਨੂੰ ਪਿਆਰ ਨਹੀਂ ਕਰ ਰਹੇ। ਬਾਣੀ ਨੂੰ ਪਿਆਰ ਕਰਨ ਤੋਂ ਭਾਵੇਂ ਬਾਣੀ ਤੇ ਪੂਰਨ ਭਰੋਸਾ ਕਰਕੇ ਬਾਣੀ ਨਾਲ, ਬਾਣੀ ਨੂੰ, ਬਾਣੀ ਦੀ ਜੋ ਗੁਰਬਾਣੀ ਕਹਿ ਰਹੀ ਨੂੰ ਮੰਨਣ ਵਿੱਚ ਵੀ ਲੈ ਕੇ ਆਈਏ। ਜ਼ਿੰਦਗੀ ਦੇ ਵਿੱਚੋਂ ਸਾਨੂੰ, ਸਾਡੀ ਜ਼ਿੰਦਗੀ ਦੇ ਵਿੱਚੋਂ, ਸਾਡੇ ਕਰਮਾਂ ਵਿੱਚੋਂ ਬਾਣੀ ਨਹੀਂ ਬੋਲ ਰਹੀ ਹੈ। ਜ਼ਬਾਨ ਤੇ ਕੰਨ ਤੇ ਸੁਣ ਰਹੇ ਹਨ, ਸੁਰਤ ਨਹੀਂ ਸੁਣ ਰਹੀ, ਮਨ ਨਹੀਂ ਸੁਣ ਰਿਹਾ। ਸਾਡੇ ਕਰਮਾਂ ਵਿੱਚੋਂ ਗੁਰਬਾਣੀ ਬੋਲ ਨਜ਼ਰ ਨਹੀਂ ਆ ਰਹੇ। ਗੁਰੂ ਸਾਹਿਬ ਕਹਿ ਰਹੇ, ਪਰ ਜਿਹੜੇ ਗੁਰੂ ਦੇ ਦਰ ਤੇ, ਗੁਰੂ ਦੀ ਬਾਣੀ ਦੇ ਨਾਲ ਜਿਹੜੀ ਸੁਰਤ ਕਰਕੇ ਦਰਬਾਰ ਵਿੱਚ ਪਹੁੰਚ ਜਾਂਦੇ ਹਨ, ਸੱਚੇ ਸੇਵੇਂ ਸ਼ਬਦ ਪਿਆਰਾ,
सच्ची धुन, सच्चे गुण गावां, सच्ची धुन, धुन तो भाव लगन, उन्हां दी लगन भी धुन दा सच्ची है, सच्चे दे गुण गाउने का, सच्चे माए समाया। और जेड़े सच्चे सच्चे दे गुण गाਉਂਦੇ ਹਨ, ਸੱਚੇ ਮਾਹੇ ਸਮਾਇਆ, ਸੱਚੇ ਵਿੱਚ ਹੀ ਲੀਨ ਹੁੰਦੇ ਹਨ, ਸੱਚੇ ਵਿੱਚ ਉਹਨਾਂ ਦੀ ਸੱਚੇ ਦੇ ਨਾਲ ਇਕਮਿਕਤਾ ਬਣ ਜਾਂਦੀ ਹੈ। ਉਹਨਾਂ ਦਾ ਮਨ, ਉਹਨਾਂ ਦੀ ਸੁਰਤ ਸੱਚ ਵਿੱਚ ਟਿਕ ਜਾਂਦੀ, ਉਹਨਾਂ ਦਾ ਮਨ ਸੱਚ ਵਿੱਚ ਲੀਨ ਹੋ ਜਾਂਦਾ ਹੈ, ਸਮਾ ਜਾਂਦਾ ਹੈ, ਤੇ ਉਹਨਾਂ ਦਾ ਤਨ ਜਿਹੜਾ ਹੈ ਸੱਚ ਦੇ ਕਾਰ ਵਿਹਾਰ ਕਰਨ ਲੱਗ ਪੈਂਦਾ ਹੈ। ਜੀ ਇਕਬਾਲ ਵੀਰ ਜੀ। इकबाल वीर जी, आप जी दी आवाज नहीं आ रही। हाँ जी, वाहिगुरू जी का खालसा, वाहिगुरू जी की फतेह जी। आ रही जी आवाज? जी जी वीर जी। साचा दर, साचा दरबारा। दर परमात्मा दा दरवाजा, जिस दर ते पहुंचण लई असीं गुरु दी शरण पैंदे आ। ਉਹਦਾ ਦਰ ਜਿਹੜਾ ਸਾਚਾ ਹੈ, ਸੱਚਾ ਸਦੀਵ ਹੈ, ਜਿਹੜਾ ਜੀਵ ਗੁਰੂ ਦੀ ਸ਼ਰਨ ਪੈ ਕੇ ਗੁਰੂ ਦੇ ਦੱਸੇ ਹੋਏ ਜੁਗਤ ਦੇ ਅਨੁਸਾਰ ਚੱਲਦਾ ਹੈ, ਉਹ ਪ੍ਰਮਾਤਮਾ ਦੇ ਦਰ ਤੇ ਪਹੁੰਚ ਜਾਂਦਾ ਹੈ, ਸਾਚਾ ਦਰਬਾਰਾ। ਤੇ ਉਸ ਦਰ ਤੇ ਪਹੁੰਚਣ ਤੋਂ ਦਰਬਾਰਾ, ਉਹਦਾ ਜਿਹੜਾ ਦਰਬਾਰ ਅੰਦਰ ਲੱਗਾ ਹੋਇਆ ਹੈ, ਭਾਵ ਉਸ ਸਾਚੇ ਦੇ ਹੁਕਮ ਵਿੱਚ ਜੋ ਸੰਸਾਰ ਦੀ ਕਾਰਨ ਨਿਯਮ ਅਨੁਸਾਰ ਚੱਲ ਰਹੀ ਹੈ, ਜੋ ਜੀਵ ਜੰਤ ਸਾਰੇ ਉਹਦੇ ਹੁਕਮ ਵਿੱਚ ਲੱਗੇ ਹਨ, ਜੋ ਕੁਦਰਤ ਜਿਹੜੀ ਹੈਗੀ ਆ ਉਹਦੇ ਹੁਕਮ ਵਿੱਚ ਲੱਗੀ ਹੈਗੀ, ਉਹ ਉਹਦਾ ਦਰਬਾਰ ਹੈ, ਕਿਉਂਕਿ ਉਹ ਦਰਬਾਰ ਨੂੰ ਚਲਾ ਰਿਹਾ। ਕੁਦਰਤ ਦੇ ਵਿੱਚ ਨਿਯਮਾਂ ਅਨੁਸਾਰ ਚੱਲ ਰਹੀ ਪ੍ਰਕਿਰਤੀ ਜਿਹੜੀ ਹੈਗੀ ਆ, ਉਹਦਾ ਸਾਰਾ ਦਰਬਾਰ ਹੈ, ਜਿਹੜਾ ਉਹਦੇ ਹੁਕਮ ਨੂੰ ਮੰਨਦਾ ਹੈ। ਸਾਚਾ ਦਰ, ਉਹਦਾ ਦਰ ਸੱਚਾ ਹੈ, ਸਦੀਵ ਹੈ। ਸਾਚਾ ਜਿਹੜਾ ਸਦੀਵ ਹੋਵੇ, ਉਹ ਰੱਬ, ਉਹ ਕਰਤਾ, ਉਹ ਕਰਤਾਰ, ਜਿਹੜਾ ਸਦਾ ਸਥਿਰ ਰਹਿਣ ਵਾਲਾ ਹੈ। ਤੇ ਉਹਦਾ ਦਰ ਜਿਹੜਾ ਹੈਗਾ, ਉਹ ਗੁਰੂ ਦੀ ਸ਼ਰਨ ਪਿਆ ਪ੍ਰਾਪਤ ਹੁੰਦਾ ਹੈ। ਸਾਚਾ ਦਰਬਾਰ, ਉਹਦਾ ਜਿਹੜਾ ਦਰਬਾਰ ਹੈ, ਭਾਵ ਉਹਦੇ ਹੁਕਮ ਵਿੱਚ ਚੱਲਣ ਵਾਲੇ ਸਾਰੇ ਜੀਵ, ਉਹ ਵੀ ਸਦੀਵ ਕਾਲ ਹੈ, ਭਾਵ ਸਦਾ ਹੀ ਉਹਦੇ ਹੁਕਮ ਵਿੱਚ ਚੱਲਦੇ ਹਨ। ਉਹਦਾ ਦਰਬਾਰ ਲੱਗਾ ਰਹਿੰਦਾ ਹੈ, ਉਹਦਾ ਹੁਕਮ ਉਸ ਦਰਬਾਰ ਵਿੱਚ ਚੱਲਦਾ ਹੈ। ਸੱਚੇ ਸੇਵੇਂ ਸ਼ਬਦ ਪਿਆਰਾ, ਜਿਹੜੇ ਸ਼ਬਦ ਦੇ ਰਾਹੀਂ ਪਿਆਰ ਪਾ ਕੇ ਉਹਨੂੰ ਸਦੀਵ ਕਾਲ ਸੇਵਦੇ ਹਨ, ਸਿਮਰਦੇ ਹਨ। ਸੱਚੇ ਸੇਵੇ, ਸੱਚੇ ਹੀ ਸੇਵਦੇ ਹਨ। ਗੁਰੂ ਦੀ ਸ਼ਰਨ ਪੈ ਕੇ, ਸ਼ਬਦ ਦੇ ਪਿਆਰ ਪਾ ਕੇ, ਸ਼ਬਦ ਨਾਲ ਪਿਆਰ ਪਾ ਕੇ, ਸ਼ਬਦ ਵਿੱਚ ਰੱਤ ਕੇ, ਸ਼ਬਦ ਵਿੱਚ ਜੁੜ ਕੇ ਉਹਦੀ ਆਰਾਧਨਾ ਕਰਦੇ ਹਨ। ਸੇਵੇਂ, ਉਹੀ ਸੇਵਦੇ ਹਨ ਜਿਹੜੇ ਸ਼ਬਦ ਨਾਲ ਜੁੜਦੇ ਹਨ, ਭਾਵ ਇਕਮਿਕਤਾ ਸ਼ਬਦ ਨਾਲ ਬਣਾਉਂਦੇ ਹਨ। ਸ਼ਬਦ ਦੇ ਗੁਣਾਂ ਨੂੰ, ਉਪਦੇਸ਼ ਨੂੰ, ਸਿੱਖਿਆ ਨੂੰ ਆਪਣੇ ਮਨ ਵਿੱਚ ਪਿਆਰ ਪਾ ਕੇ ਟਿਕਾ ਲੈਂਦੇ ਹਨ, ਉਹੀ ਸੱਚੇ ਸੇਵਦੇ ਹਨ, ਉਹੀ ਸੱਚੇ ਸਿਮਰਦੇ ਹਨ। ਸੱਚੀ ਧੁਨ, ਸੱਚੇ ਗੁਣ ਗਾਵਾਂ, ਸੱਚੇ ਮਾਹੇ ਸਮਾਇਆ। ਸੱਚੀ ਧੁਨ, ਲਗਨ, ਪ੍ਰਤੀਤ, ਜਿਨ੍ਹਾਂ ਜੀਵਾਂ ਦੀ ਗੁਰੂ ਦੀ ਸ਼ਰਨ ਪੈ ਕੇ ਉਸ ਸੱਚੇ ਦੇ ਸ਼ਬਦ ਵਿੱਚ, ਸੱਚੇ ਦੀ ਸਿੱਖਿਆ ਉਪਦੇਸ਼ ਨਾਦ ਵਿੱਚ ਜੁੜਦੇ ਹਨ, ਉਹਨਾਂ ਨੂੰ ਪ੍ਰਤੀਤ ਆ ਜਾਂਦੀ ਹੈ ਸੱਚੇ ਗੁਣ ਗਾਵਾਂ। ਉਹ ਫਿਰ ਸੱਚੇ ਦੇ ਗੁਣਾਂ ਨੂੰ ਗਾਉਣਾ ਕਰਦੇ ਹਨ। ਜਿਹੜੇ ਗੁਰੂ ਦੀ ਸ਼ਰਨ ਪੈ ਕੇ, ਗੁਰੂ ਤੋਂ ਜੋਤ ਲੈ ਕੇ, ਗੁਰੂ ਦੇ ਸ਼ਬਦ ਦੇ ਦੁਆਰਾ ਇਕਮਿਕਤਾ ਬਣਾਉਂਦੇ ਹਨ, ਆਪਣਾ ਭਾਵ ਮਿਟਾ ਕੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਸੱਚੇ ਦੇ ਗੁਣਾਂ ਨੂੰ ਗਾਉਂਦੇ ਹਨ। ਸੱਚੇ ਗੁਣ ਗਾਵਾਂ, ਜਿਹਦੇ ਅੰਦਰ ਧੁਨ ਵਸ ਜਾਂਦੀ ਆ, ਸ਼ਬਦ ਵਸ ਜਾਂਦਾ, ਸੱਚੇ ਦੇ ਗੁਣਾਂ ਨੂੰ ਹੀ ਗਾਉਂਦਾ ਹੈ। ਸੱਚੇ ਮਾਹੇ ਸਮਾਇਆ, ਤੇ ਗੁਣ ਗਾਉਂਦਾ ਗਾਉਂਦਾ ਉਹ ਸਦਾ ਹੀ ਸਮਾਇਆ ਰਹਿੰਦਾ ਹੈ, ਭਾਵ ਪਹਿਲਾਂ ਤਾਂ ਸੱਚੀ ਸ਼ਬਦ ਨਾਲ ਪਿਆਰ ਸੱਚੇ ਸ਼ਬਦ ਦੇ ਰਾਹੀਂ ਆਪਣੇ ਮਨ ਦੇ ਅੰਦਰ ਸਹਿਜ ਅਵਸਥਾ ਬਣਾ ਲੈਣੀ, ਸਹਿਜ ਵਿੱਚ ਟਿਕ ਕੇ ਗੁਣਾਂ ਨੂੰ ਗਾਉਣਾ। ਗੁਣਾਂ ਨੂੰ ਜਦੋਂ ਜੀਵ ਗਾਉਂਦਾ ਰਹਿੰਦਾ, ਸਦੀਵ ਕਾਲ ਜੁੜਿਆ ਰਹਿੰਦਾ ਹੈ, ਤੇ ਉਹ ਲੀਨ ਹੋਇਆ ਰਹਿੰਦਾ, ਫਿਰ ਟੁੱਟਦਾ ਨਹੀਂ, ਸਮਾਇਆ ਰਹਿੰਦਾ ਹੈ। ਜੀ ਧੰਨਵਾਦ ਵੀਰ ਜੀ, आप जी बिल्कुल टू द पॉइंट आप जी समझाना करते हो। जी हरविंदर वीर जी।
ਅਸੀਂ ਜਦੋਂ ਰੱਬ ਦੇ ਪ੍ਰਥਾਈ ਗੱਲ ਜਿਹੜੀ ਚੱਲਦੀ ਪਈ ਹੈ ਸਾਰੀ, ਜਿਹੜੀ ਉਸ ਪਰਮਾਤਮਾ ਦੇ ਪ੍ਰਥਾਈ ਗੱਲ ਚੱਲਦੀ ਪਈ ਹੈ, ਤੇ ਤੋਂ ਨਾ ਇੱਕ ਅਸੀਂ ਪਹਿਲਾਂ ਕੁਝ ਦਿਨ ਪਹਿਲਾਂ ਇੱਕ ਸ਼ਬਦ ਗਿਆ ਸੀ, ਲੋਕਾਂ ਨੇ ਨਾ ਵੱਖ-ਵੱਖ, ਅੱਛਾ ਬੰਦਾ ਕਹਿੰਦਾ ਅੱਛਾ ਰੱਬ ਨੂੰ ਮਿਲਣ ਦੀ ਤਾਂ ਸਾਰਿਆਂ ਨੂੰ ਹੈ, ਤੇ ਉਹਦੇ ਪ੍ਰਥਾਈ ਨਾਲ ਲੋਕਾਂ ਨੇ ਨਾ ਵੱਖ-ਵੱਖ ਕਹਿ ਲਓ, ਅੱਛਾ ਉਹ ਇੱਕ ਸਾਰਾ ਸ਼ਬਦ ਸੀ, ਉਹ ਕਹਿੰਦੇ ਧਿਆਨੀ ਧਿਆਨ ਲਾਵੇ, ਜਿਹੜਾ ਸਾਰਾ ਸ਼ਬਦ ਸੀ, ਉਹਦਾ ਸ਼ਬਦ ਸੀ ਬਈ ਜਾਨੋ ਨਹੀਂ ਭਾਵੇ ਕੌਣ ਬਾਤਾਂ ਮਨ ਖੋਜ ਮਾਰਕ। ਉਹਦੇ ਅੰਦਰ ਫਿਰ ਲੋਕਾਂ ਨੇ ਨਾ ਵੱਖ-ਵੱਖ ਕਹਿੰਦੇ ਧਿਆਨੀ ਧਿਆਨ ਲਾਵੇ, ਗਿਆਨੀ ਗਿਆਨ ਕਮਾਵੇ, ਪ੍ਰਭ ਕਿਨ ਹੀ ਜਾਤਾ, ਭਗਉਤੀ ਰਹਿਤ ਜੁਗਤਾ, ਜੋਗੀ ਕਹਿਤ ਮੁਕਤਾ, ਤਪਸੀ ਤਪਹਿ ਰਾਤਾ। ਸਭ ਨੇ ਨਾ ਰੱਬ ਦੇ ਮਿਲਾਪ ਦੇ ਨਾਲ ਵੱਖ-ਵੱਖ ਦਰਵਾਜ਼ਾ ਸੀ ਕਿਹਨੂੰ ਕਹਿੰਦੇ ਆ, ਜਿਹਦੇ ਰਾਹੀਂ ਜੇ ਜਾ ਕੇ ਮਿਲਣਾ ਹੈ ਤੇ ਕਿਸੇ ਦਰ ਤੋਂ ਜਾ ਕੇ ਤੁਹਾਨੂੰ ਮਿਲਣਾ ਪਏਗਾ ਪਰਮਾਤਮਾ ਨੂੰ, ਜਿਹਦੇ ਘਰ ਵਿੱਚ ਤੁਸੀਂ ਐਂਟਰ ਕਰਨਾ ਹੈ ਨਾ। ਤੇ ਵੱਖ-ਵੱਖ ਲੋਕਾਂ ਨੇ ਕਹਿ ਲਓ ਵੀ ਜਿਸ ਤਰ੍ਹਾਂ ਜਿਹਨੂੰ ਸੋਚ ਆਈ, ਜਿਸ ਤਰ੍ਹਾਂ ਜਿਸ ਕਹਿ ਲਓ ਆਈਡੀਓਲੋਜੀ ਨਾਲ ਜੁੜਿਆ ਹੋਇਆ ਸੀ, ਉਹਨੇ ਵੱਖ-ਵੱਖ ਵੀ ਜੋ ਧਿਆਨ ਲਗਾਉਣ ਵਿੱਚ ਜੁੜਿਆ ਹੈ, ਕਹਿੰਦੇ ਵੀ ਉਹ ਕਹਿੰਦਾ ਵੀ ਇਹ ਦਰ ਹੈ ਪਰਮਾਤਮਾ ਦੇ ਮਿਲਾਪ ਦਾ, ਵੀ ਉਹ ਭਗਉਤੀ ਰਹਿਤ ਜੁਗਤਾ, ਜਿਹੜਾ ਭਗਉਤੀ ਹੈ ਉਹ ਵਿਸ਼ਨੂੰ ਦੀ ਭਗਤੀ ਕਰਨ ਵਾਲਾ, ਜਿਹੜਾ ਕਹਿ ਲਓ ਉਹਨੇ ਕੋਈ ਆਪਣੀ ਜੁਗਤ ਬਣਾਈ ਹੋਈ ਹੈ, ਵੀ ਉਹ ਤਪਸੀ ਤਪੈ ਰਾਤਾ, ਜੋ ਤਪ ਕਰਨ ਵਾਲਾ, ਉਹ ਕਹਿੰਦਾ ਤਪ ਕਰਕੇ ਸਰੀਰ ਨੂੰ ਆਪਣੇ ਤੋਂ ਕਠਿਨਾਈ ਤਕਲੀਫ ਦੇ ਕੇ ਰੱਬ ਦੇ ਦਰ ਤੇ ਪਹੁੰਚਿਆ ਜਾ ਸਕਦਾ ਹੈ। ਮੋਨੀ ਮੋਨ ਧਾਰੀ, ਸੰਨਿਆਸੀ ਬ੍ਰਹਮਚਾਰੀ, ਉਦਾਸੀ ਉਦਾਸ ਰਾਤਾ, ਵੀ ਉਹ ਸਾਰਾ ਸਾਰੇ ਉਹਨਾਂ ਨੇ ਵੱਖ-ਵੱਖ ਤਰੀਕੇ ਜਿਹੜੇ ਸਨ ਉਹ ਇੱਕ ਲੂਕ ਨਾ ਦੇਈ ਦੱਸਾ, ਸਾਰਾ ਸ਼ਬਦ ਹੈ ਨਾ ਉਹ ਸਾਰਾ ਉਹ ਚੱਲੀ ਜਾਂਦਾ ਪਿਆ ਵੀ ਉਹ ਗੁਰੂ ਅੰਦਰ ਲਾਸਟ ਨੇ ਕਹਿੰਦੇ ਨੇ ਸਗਲ ਉਕਤ ਉਪਾਓ, ਸਗਲ ਉਕਤ ਉਪਾਵਾ, ਤਿਆਗੀ ਸ਼ਰਨ ਪਾਵਾ, ਨਾਨਕ ਗੁਰ ਚਰਨ ਪਰਾਤਾ। ਮੈਂ ਤੇ ਗੁਰੂ ਦੇ ਚਰਨ ਫੜੇ ਹਨ, ਮੈਂ ਤੇ ਕੇਵਲ ਜਿਹੜਾ ਹੈ ਨਾ ਵੀ ਉਹਨੂੰ ਇੱਕ ਹੋਰ ਸ਼ਬਦ ਆਉਂਦਾ ਹੈ, ਕਹਿੰਦਾ ਬੜਾ ਪਿਆਰਾ ਸ਼ਬਦ ਹੈ, ਜਿਤ ਦਰ ਵਸੈ ਕਵਨ ਦਰ ਕਹੀਐ, ਦਰਾਂ ਪੀਤਰ ਦਰ ਕਵਣ ਲਹੈ। ਹੁਣ ਇਤਨੇ ਦਰਵਾਜ਼ੇ ਨੇ, ਵੱਖ-ਵੱਖ ਬੰਦਾ ਕਹਿ ਜਾ ਰਿਹਾ ਇਹ ਦਰਵਾਜ਼ਾ ਇਹ ਦਰਵਾਜ਼ਾ ਇਹ ਦਰਵਾਜ਼ਾ, ਬੰਦਾ ਜਾਵੇ ਕਿਤੇ, ਦਰਾਂ ਪੀਤਰ ਦਰ ਕਵਣ ਲਹੇ। ਹੁਣ ਕਿਹੜਾ ਤੇਰੇ ਘਰ ਪਹੁੰਚਣਾ, ਜਾ ਕੇ ਮਿਲਾਪ ਤੇਰੇ ਨਾਲ ਕਰਨਾ। ਹੁਣ ਉਹ ਕਹਿੰਦੇ ਜਿਸ ਦਰ ਕਾਰਨ ਫਿਰਾਂ ਉਦਾਸੀ, ਮੈਂ ਪਰਮਾਤਮਾ ਦਾ ਮਿਲਾਪ ਦਾ ਇੱਛੁਕ ਹਾਂ, ਜਿਤ ਦਰ ਕਾਰਨ ਫਿਰਾਂ ਉਦਾਸੀ, ਕਹਿੰਦਾ ਸੋ ਦਰ ਕੋਈ ਆਏ, ਮੈਨੂੰ ਉਸ ਦਰਵਾਜ਼ੇ ਦੀ ਕੋਈ ਪਛਾਣ ਤੇ ਕਰਵਾਵੇ ਮੈਨੂੰ। ਅੱਜ ਵੱਖ-ਵੱਖ ਦੁਕਾਨਦਾਰੀਆਂ ਚਲਦੀਆਂ ਪਈਆਂ ਨੇ, ਰੱਬ ਦੇ ਨਾਮ ਦੇ ਉੱਤੇ ਚਲਦੀਆਂ ਪਈਆਂ ਨੇ ਵੀ ਉਹ ਅੱਛਾ ਫਿਰ ਗੁਰੂ ਕਹਿੰਦੇ ਨੇ ਵੀ ਕਹਿੰਦੇ ਗੁਰ ਤੇ ਦਰ ਘਰ ਜਾਣੀਏ ਸੋ ਜਾਏ ਸਮਝਾਣੇ। ਜਿਨ੍ਹਾਂ ਨੇ ਗੁਰੂ ਕੋਲੋਂ ਇੱਥੇ ਚੱਲਦਾ ਵੀ ਨਾਨਕ ਗੁਰ ਚਰਨ ਪਰਾਤਾ, ਵੀ ਉਹ ਸਗਲ ਉਕਤ ਉਪਾਓ, ਜੋ ਮੈਂ ਉੱਤੇ ਸਾਰਾ ਲਿਸਟ ਕੀਤਾ ਸੀ ਨਾ, ਇਹ ਫਲਾਣਾ ਵੀ ਤਪਸੀ ਤਪੇ ਰਾਤਾ, ਇਹ ਫਲਾਣ ਸਾਰੀ ਲਿਸਟਿੰਗ ਕੀਤੀ ਸੀ, ਉਹ ਕਹਿੰਦੇ ਨੇ ਸਗਲ ਉਕਤ ਉਪਾਵਾ, ਤਿਆਗੀ ਸ਼ਰਨ ਪਾਵਾ, ਮੈਂ ਉਹਨਾਂ ਨੂੰ ਤਿਆਗ ਦਿੱਤਾ ਹੈ, ਮੈਂ ਤੇ ਕੇਵਲ ਰੱਬ ਦੀ ਸ਼ਰਨ ਚ ਆ। ਨਾਨਕ ਗੁਰ ਚਰਨ ਪਰਾਤਾ, ਤੇ ਕਹਿੰਦੇ ਨੇ ਵੀ ਗੁਰ ਤੇ ਦਰ ਘਰ ਜਾਣੀਏ ਸੋ ਜਾਏ ਸਮਝਾਣੇ। ਜਿਨ੍ਹਾਂ ਨੇ ਗੁਰੂ, ਅਸੀਂ ਜਿਹੜੇ ਬੰਦੇ ਅਕਾਊਂਟਸ ਵਿੱਚ ਨੋਰਮਲੀ ਅੱਜ ਕੱਲ੍ਹ ਜਿਹੜੇ ਬੰਦੇ ਟੈਲੀ ਯੂਜ਼ ਕਰਦੇ ਨੇ ਨਾ, ਟੈਲੀ ਫਸਟ ਖੋਲਣ ਆ ਜਾਂਦਾ ਗੇਟਵੇ ਆਫ ਟੈਲੀ, ਅੱਛਾ ਟੈਲੀ ਵਿੱਚ ਜਾਣਾ ਚਾਹੁੰਦੇ ਹੋ, ਇਹ ਕਹਿੰਦੇ ਇਹ ਦਰਵਾਜ਼ਾ ਹੈ, ਇਹਦੇ ਨਾਲ ਉਦੋਂ ਉਹ ਕਹਿੰਦੇ ਵੀ ਇਹ ਦਰ ਦੀ ਪਛਾਣ ਕਿਵੇਂ ਹੋਈ ਕਿ ਤੇਰਾ ਦਰ ਸੱਚਾ ਹੈ। ਅੱਛਾ ਅਸੀਂ ਕਹਿੰਦੇ ਗੁਰ ਤੇ ਦਰ ਘਰ ਜਾਣੀਏ ਸੋ ਜਾਏ ਸਮਝਾਣੇ, ਪਛਾਣ ਕਿਵੇਂ ਪਤਾ ਲੱਗੇ ਤੈਨੂੰ ਕਿ ਵੀ ਮੈਂ ਕਿਹੜਾ ਕਿਰਿਆ ਕਹਿ ਲੋ ਜਾਂ ਕਿਹੜਾ ਜੇ ਪਾਣੀ ਰੱਬ ਦੇ ਨਾਲ ਸਾਂਝ ਹੈ। ਹੁਣ ਉਸ ਦਰਵਾਜ਼ੇ ਦੀ ਪਛਾਣ ਕੌਣ ਕਰੇ ਕਿ ਇਸ ਦਰਵਾਜ਼ੇ ਵਿੱਚੋਂ ਗਿਆ ਰੱਬ ਦੇ ਨਾਲ ਮਿਲਾਪ ਹੁੰਦਾ ਹੈ। ਫਿਰ ਇੱਕ ਪਾਸੇ ਹੋਰ ਗੁਰੂ ਸਾਹਿਬ ਕਹਿੰਦੇ ਨੇ ਗੁਰ ਪੁੱਛ ਦੇਖਿਆ ਨਾ ਹੀ ਦਰ ਹੋਰ, ਗੁਰੂ ਨੂੰ ਪੁੱਛ ਲੈਣਾ ਹੀ ਇੱਕੋ ਦਰਵਾਜ਼ੇ ਦੀ ਪਛਾਣ, ਜਾਂ ਗੁਰੂ ਮੰਨੋ ਇੱਕ ਹਿਸਾਬ ਨਾਲ। ਅੱਛਾ ਉਸ ਦਰਵਾਜ਼ੇ ਦੀ ਤਾਲ ਕਹਿੰਦੇ ਵੀ ਇੱਕ ਹੋਰ ਸ਼ਬਦ ਆਉਂਦਾ, ਕਹਿੰਦੇ ਸਤਿਗੁਰ ਹੱਥ ਕੁੰਜੀ ਹੋਰ ਤਾਂ ਦਰ ਖੁੱਲੇ ਨਾ ਹੀ। ਇਸ ਦਰ ਦੀ ਕੁੰਜੀ ਕਿਹਦੇ ਕੋਲ ਹੈ, ਕਹਿੰਦਾ ਉਹ ਵੀ ਗੁਰੂ ਕੋਲ। ਮਨੋ ਇਹ ਗੁਰੂ ਇੱਕ ਹਿਸਾਬ ਨਾਲ ਉਹ ਦਰ ਹੈ ਜੋ ਤੁਹਾਨੂੰ ਪਰਮਾਤਮਾ ਤੱਕ ਪਹੁੰਚਾ ਦਿੰਦਾ ਹੈ। ਗੁਰ ਪੁੱਛ ਦੇਖਿਆ, ਕਹਿੰਦਾ ਹੋਰ ਕੋਈ ਦਰਵਾਜ਼ਾ ਨਹੀਂ ਹੈ, ਗੁਰੂ ਨੂੰ ਪੁੱਛ ਕੇ ਦੇਖਣਾ ਹੀ ਦਰਵਾਜ਼ਾ ਹੈ। ਜੇ ਰੱਬ ਕੋਲ ਜਾਣਾ ਚਾਹਨਾ ਹੈ ਨਾ, ਸਗਲ ਉਕਤ ਉਪਾਵਾ, ਤਿਆਗੀ ਸ਼ਰਨ ਪਾਵਾ, ਨਾਨਕ ਗੁਰ ਚਰਨ ਪਰਾਤਾ। ਇਹਦੇ ਕਹਿੰਦੇ ਨੇ ਗੁਰ ਪੁੱਛ ਦੇਖਿਆ, ਗੁਰੂ ਨੂੰ ਪੁੱਛ ਲੈਣਾ ਹੀ ਇੱਕ ਮਨੋ ਇੱਕ ਹਿਸਾਬ ਦਾ ਦਰਵਾਜ਼ਾ ਹੈ। ਕਹਿੰਦਾ ਨਹੀਂ ਦਰ ਹੋਰ, ਨਾ ਹੀ ਦਰ ਹੋਰ ਕੋਈ ਦਰਵਾਜ਼ਾ ਨਹੀਂ ਹੈ।
ਅੱਛਾ ਦਰਵਾਜ਼ੇ ਦੀ ਚਾਬੀ ਜਿਹੜਾ ਅਸੀਂ ਹੁਣ ਜਿਹਾ ਇਹਦੇ ਹੋਰ ਵੀ ਸ਼ਬਦ ਨੇ ਵੈਸੇ ਕਹਿੰਦੇ ਸਤਿਗੁਰ ਹੱਥ ਪੂੰਜੀ ਹੋਰ ਤਾਂ ਦਰ ਖੁੱਲੇ ਨਹੀਂ, ਗੁਰਪੂਰੇ ਭਾਗ ਖੁਲਾਵਣੇ ਆ। ਇਹ ਜਿਹੜਾ ਤੇਰਾ ਦਰਬਾਰਾ ਵੀ ਸੱਚਾ ਹੈ, ਜਿਹੜਾ ਗੁਰੂ ਹੈ ਨਾ, ਗੁਰੂ ਦੇ ਰਾਹੀਂ ਅਸੀਂ ਰੱਬ ਤੱਕ ਆਪਣੀ ਔਰ ਗੁਰੂ ਜਿਹੜਾ ਹੈ, ਗੁਰੂ ਕਹਿ ਲਓ, ਗੁਰੂ ਸਿਧਾਂਤ ਕਹਿ ਲਓ, ਹੁਕਮ ਕਹਿ ਲਓ, ਨਾਮ ਕਹਿ ਲਓ, ਗੁਰੂ ਸ਼ਬਦ ਕਹਿ ਲਓ, ਉਹ ਸਦੀਵ ਕਾਲ ਇੱਕੋ ਨੇ, ਉਹ ਚੇਂਜ ਨਹੀਂ ਹੁੰਦੇ। ਸੱਚਾ ਦਰ, ਅੱਛਾ ਕਹਿੰਦੇ ਫਿਰ ਸੱਚਾ ਦਰਬਾਰਾ, ਸਤਿਗੁਰੂ ਜੀ ਬਿਲਕੁਲ ਜਿਹੜਾ ਕਹਿ ਰਹੇ ਸਨ ਦਰਬਾਰ, ਤੇਰਾ ਦਰਬਾਰ ਜਿਹੜਾ ਹੈ ਨਾ ਉਹ ਵੀ ਬਿਲਕੁਲ ਹਮੇਸ਼ਾ ਕਾਇਮ ਰਹਿਣ ਵਾਲਾ, ਕਦੀ ਸੱਚਾ ਉਹ ਕਦੀ ਅੱਛਾ ਅਸੀਂ ਹੋਰ ਆਸਾ ਦੀ ਵਾਰੀ ਬਣਦੇ ਜਨ ਨਾਨਕ ਨਾਮ ਦੀਵਾਨ ਹੈ। ਤੇ ਜਿਹੜੇ ਹੁਕਮ ਨੇ ਨਾ ਤੇ ਮੈਨੂੰ ਉਹ ਆਸਰਾ ਵੀ ਤੇਰੇ ਹੁਕਮਾਂ ਦਾ ਹੀ ਹੈ। ਤੂੰ ਜੋ ਨਿਆਂ ਕਰਨਾ ਹੈ, ਜੋ ਫੈਸਲੇ ਕਰਨਾ ਹੈ, ਨਾਮ ਦੇ ਆਧਾਰ ਦੇ ਉੱਤੇ ਹੀ ਕਰਨਾ। ਔਰ ਤੇਰਾ ਨਾਮ ਜਿਹੜਾ ਹੈ ਨਾ ਉਹ ਵੀ ਅਸੀਂ ਕੁਝ ਦਿਨ ਪਹਿਲਾਂ ਚੱਲਦੇ ਪਏ ਸੀ ਕਿ ਵੀ ਉਹ ਰੱਬ ਦਾ ਪਾਣਾ, ਗੁਰੂ ਦਾ ਪਾਣਾ। ਰੱਬ ਦਾ ਪਾਣਾ ਐਸਾ ਨਹੀਂ ਕਿ ਉਹ ਕੀਪਸ ਔਨ ਵੇਵਰਿੰਗ ਕਿ ਬਈ ਕੱਲ ਅੱਛਾ ਕਿਸੇ ਬੰਦੇ ਵਾਸਤੇ ਕੋਈ ਹੋਰ ਤਕੜੀ ਹੈ, ਕਿਸੇ ਹੋਰ ਵਾਸਤੇ ਹੋਰ ਤਕੜੀ ਹੈ, ਨਹੀਂ। ਨਾਮ ਹੁਕਮ ਇਹ ਡਿਫਾਈਨਡ ਨੇ। ਉਹ ਰੱਬ ਨੇ ਪਹਿਲਾਂ ਉਹ ਸਾਂਝ ਗੁਰੂ ਦੇ ਰਾਹੀਂ ਪੈਂਦੀ ਪਈ, ਜਿਸ ਬੰਦੇ ਨਹੀਂ ਸਮਝ ਆ ਰਹੀ ਉਹਨੂੰ ਕੇਵਲ ਤੇ ਕੇਵਲ ਅਸੀਂ ਜਿਹੜਾ ਥੋੜਾ ਜਿਹਾ ਇੱਕ ਵਾਰ ਕਈ ਵਾਰ ਉਹ ਅਸੀਂ ਕੱਲ ਵੀ ਇਸ ਗੱਲ ਨੂੰ ਟੱਚ ਕੀਤਾ ਸੀ, ਜਦੋਂ ਕਹਿੰਦੇ ਪੈਣੇ ਕਿ ਅੰਦਰ ਦੀ ਗੱਲ, ਗੁਰੂ ਕੌਣ, ਅੰਦਰ ਦੀ ਗੱਲ, ਗੁਰੂ ਅੰਦਰੋਂ ਉਹ ਫੈਕਟਰ ਮੈਂ ਕੱਲ ਵੀ ਗੱਲ ਕਰਦਾ ਵੀ ਅੰਦਰੋਂ ਉਹਨੂੰ ਪਹਿਲਾਂ ਉਹਨੂੰ ਫੀਡ ਕਰਨਾ ਪਏਗਾ। ਕਿਉਂਕਿ ਕਈਆਂ ਨੂੰ ਅੱਜ ਜਿਹੜਾ ਬੰਦਾ ਅੱਜ ਜਦੋਂ ਤੱਕ ਬਾਹਰੋਂ ਨਹੀਂ ਸੀ ਮਿਲਿਆ, ਜਦ ਤੱਕ ਨਾਮ ਸਿਮਰਨ ਨੂੰ ਕੁਝ ਹੋਰ ਸਮਝਦੇ ਹੁੰਦੇ ਸੀ, ਅੰਦਰੋਂ ਗੱਲ ਉਹ ਹੀ ਆਉਂਦੀ ਸੀ ਕਿ ਇਹ ਨਾਮ ਸਿਮਰਨ ਹੈ। ਜਾਂ ਜਿਹੜਾ ਹਿੰਦੂ ਮੁਸਲਮਾਨ ਜੋ ਵੀ ਦੂਜੇ ਕੋਈ ਵੀ ਐਨੀਵਨ ਬੋਲੋ ਆਈ ਸੌਰੀ ਆਈ ਸ਼ੁਡ ਨਾਟ ਬੀ ਨੇਮਿੰਗ, ਲੇਕਿਨ ਜਿਸ ਬੰਦੇ ਨੇ ਹੋਰ ਕੋਈ ਵੀ ਮਤ ਧਾਰਨ ਕੀਤੀ ਹੋਈ ਹੈ ਨਾ ਉਹਦੇ ਅੰਦਰੋਂ ਕਿਤੋਂ ਆਵਾਜ਼ ਆ ਰਹੀ। ਲੇਕਿਨ ਜਦੋਂ ਗੁਰੂ ਨੂੰ ਪੁੱਛ ਕੇ ਉਹ ਫੈਕਲਟੀ ਅੰਦਰ ਕ੍ਰੀਏਟ ਕਰ ਲਿੱਤੀ, ਅਸੀਂ ਗੁਰੂ ਨੇ ਸਾਡੇ ਸਿਧਾਂਤ ਕਲੀਅਰ ਕਰ ਦਿੱਤੇ ਨਾ, ਫਿਰ ਅਸੀਂ ਜਦੋਂ ਉਸ ਫੈਕਲਟੀ ਨੂੰ ਟੱਚ ਕਰਾਂਗੇ ਫਿਰ ਜ਼ਰੂਰ ਅੰਦਰੋਂ ਆਵਾਜ਼ ਦੇਗੀ। ਇੱਕ ਵਾਰ ਅੰਦਰ ਜਿਸ ਡਾਕਟਰ ਨੇ ਪੜ੍ਹਾਈ ਕੀਤੀ, ਪੜ੍ਹਾਈ ਬਾਹਰੋਂ ਕੀਤੀ, ਮੈਂ ਥੋੜਾ ਬਹੁਤ ਜਦੋਂ ਸ਼ਬਦੀ ਸੋਚਦਾ ਪਿਆ ਸੀ ਨਾ ਵੀ ਜਦੋਂ ਇੱਕ ਵਿਸ਼ਕਾਰ ਵੀ ਗੱਲ ਚੱਲਦੀ ਸੀ ਗੁਰੂ ਨਾਨਕ ਦਾ ਗੁਰੂ ਕੌਣ, ਅਸੀਂ ਕਹਿੰਦੇ ਨੇ ਜਿਨ੍ਹਾਂ ਨੂੰ ਸ਼ਾਇਦ ਇਟ ਇਜ਼ ਮਾਈ ਬੰਦਾ ਸ਼ਬਦ ਸੋਚਦਾ ਤੇ ਕੁਝ ਖਿਆਲ ਆਉਂਦੇ ਨੇ ਦਿਮਾਗ ਵਿੱਚ ਵੀ ਜਿਨ੍ਹਾਂ ਨੂੰ ਰੱਬ ਨੇ ਡਾਇਰੈਕਟ ਇੱਕ ਨਾ ਕਹਿੰਦਾ ਮਤ ਕੋ ਭਰਮ ਭੁਲੇ ਸੰਸਾਰ ਗੁਰੂ ਬਿਨ ਕੋਈ ਨਾ ਉਤਰਸ ਪਾਰ। ਹੁਣ ਸਿਧਾਂਤ ਆ ਗਿਆ ਵੀ ਗੁਰੂ ਤੋਂ ਬਿਨਾਂ ਫਿਰ ਗੁਰੂ ਨਾਨਕ ਦਾ ਗੁਰੂ ਕੌਣ? ਨਹੀਂ, ਕੁਝ ਨੂੰ ਨਾ ਰੱਬ ਸ਼ਾਇਦ ਡਾਇਰੈਕਟ ਇਨਫੋਰਮੇਸ਼ਨ ਵੀ ਦਿੰਦਾ ਹੈ। ਹਾਂ, ਸਾਨੂੰ ਸਾਰਿਆਂ ਨੂੰ ਗੁਰੂ ਦੇ ਰਾਹੀਂ ਮਿਲਦੀ ਪਈ ਹੈ। ਅਸੀਂ ਕਈ ਵਾਰ ਕਹਿੰਦੇ ਹਾਂ ਕਿ ਵੀ ਜਿੱਥੇ ਉਹ ਇੱਕ ਸ਼ਬਦ ਆਇਆ ਸੀ ਵੀ ਜਿਹੜੇ ਨਿਯਮ ਨੇ ਨਾ, ਰੱਬ ਜੋ ਨਿਯਮਾਂ ਦਾ ਕਰਤਾ ਹੈ, ਉਹ ਚਾਹੇ ਇੱਕ ਸ਼ਬਦ ਵਿਚਾਰੇ ਸੀ, ਦੋ ਸ਼ਬਦ ਸਨ, ਕੋਈ ਮਾਏ ਨਾ ਹੋਤੀ ਬਾਪ ਨਾ ਹੋਤਾ, कर्म ना होती काया, हम नहीं होते तुम नहीं होते। सिद्धांत की सी जैसे मात पिता बिन बाल ना होई, बड़ा क्लियर सी, मां प्यो तो बिना बच्चा नहीं पैदा हो सकता। लेकिन गुरु फिर कहते ने, कहते माए ना होती बाप ना होता, कर्म ना होती काया, हम नहीं होते तुम नहीं होते, कमन कहां ते आया। ये रब चाहता है, रब ने पहला जेड़ा बीज बीजना है वो तो उन्हें बीजता किसी विच, रब ने खेड़ दी अपनी। इसी तरीके शायद जिन्हों असी गुरु पीर जिन्होंने ਅਸੀਂ ਵੱਡੇ ਬੰਦੇ ਜਿਨ੍ਹਾਂ ਨੂੰ ਕਹਿ ਰਹੇ ਹਾਂ ਵੀ ਪੀਰ ਪੈਗੰਬਰ ਜਿਹੜੇ ਸਾਰੇ ਜਿਹੜੇ ਹਨ, ਉਹਨਾਂ ਵਿੱਚ ਤਾਂ ਹੀ ਉਹ ਕਹਿੰਦੇ ਤੁਰਕੀ ਬਾਣੀ ਆਈ ਜੈਸੀ ਮੈਂ ਆਵੇ ਖਸਮ ਕੀ ਬਾਣੀ। ਉਹ ਬੰਦੇ ਐਸਾ ਦਾਵਾ ਕਰਦੇ ਪਏ ਕਿ ਮੇਰੇ ਕੋਲ ਇਹ ਬਾਣੀ ਜਿਹੜੀ ਨਾ ਸਿੱਧਾ ਰੱਬ ਤੋਂ ਆਈ। ਔਰ ਤਾਂ ਹੀ ਸ਼ਾਇਦ ਅਸੀਂ ਆਈ ਨੋ ਇਟ ਇਜ਼ ਜਸਟ ਮਾਈ ਥਾਟ ਪ੍ਰੋਸੈਸ, ਮਤਲਬ ਕੋਈ ਐ ਨਹੀਂ ਕਿ ਜੇਕਰ ਸ਼ਬਦ ਸੋਚਿਆ ਮਨ ਵਿੱਚ ਕੁਝ ਵਿਚਾਰਾਂ ਆਉਂਦੀਆਂ ਨੇ, ਆਈ ਐਮ ਜਸਟ ਸ਼ੇਅਰਿੰਗ ਇਟ, ਵੀ ਅਸੀਂ ਤਾਂ ਹੀ ਕਰਕੇ ਨਾ ਸਾਰੇ ਗੁਰੂਆਂ ਨੇ ਉਸ ਤੋਂ ਬਾਅਦ ਵੀ ਮੋਹਰ ਨਾਨਕ ਦੀ ਲਾਈ। ਭਾਵੇਂ ਗੁਰੂ ਅੰਗਦ ਦੇਵ ਜੀ ਕਹਿੰਦੇ ਪਏ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਦੇਵ ਜੀ ਤੋਂ ਮਿਲੀ, ਉਹ ਮੋਹਰ ਗੁਰੂ ਨਾਨਕ ਦੀ ਲਗਾਉਂਦੇ ਪਏ ਨੇ। ਗੁਰੂ ਅਮਰਦਾਸ ਜੀ ਨੂੰ ਉਹ ਭਾਵੇਂ ਮਿਲੀ ਗੁਰੂ ਅੰਗਦ ਦੇਵ ਜੀ ਤੋਂ, ਲੇਕਿਨ ਮੋਹਰ ਗੁਰੂ ਨਾਨਕ ਦੀ ਚੱਲਦੀ ਪਈ। ਗੁਰੂ ਨਾਨਕ ਨੂੰ ਇਹ ਮੈਸੇਜ ਸਿੱਧਾ ਮਿਲਿਆ। ਉਹ ਕਹਿੰਦੇ ਤੇਰਾ ਨਾਮ ਉਹ ਹਮੇਸ਼ਾ ਥਿਰ ਵਹਿਣ ਵਾਲਾ ਹੈ, ਤੇਰਾ ਦਰਬਾਰ ਮੇਰੇ ਵਾਸਤੇ ਤੇਰਾ ਨਾਮ ਹੀ ਤੇਰਾ ਦੀਵਾਨ ਹੈ ਤੇਰਾ, ਔਰ ਇਹ ਹਮੇਸ਼ਾ ਕਾਇਮ ਰਹਿੰਦੇ ਨੇ। ਹੁਣ ਇਹ ਜਿਹੜਾ ਨੈਕਸਟ ਲਾਈਨ ਨੇ, ਸੱਚੇ ਸੇਵੇਂ ਸ਼ਬਦ ਪਿਆਰਾ, ਜਿਨ੍ਹਾਂ ਨੂੰ ਉਹ ਸੱਚਾ ਸ਼ਬਦ, ਜਿਨ੍ਹਾਂ ਨੂੰ ਇਹ ਪਿਆਰ ਪੈ ਜਾਂਦਾ ਨਾ, ਜਿਨ੍ਹਾਂ ਨੂੰ ਗੁਰੂ ਦੇ ਨਾਲ ਅਸੀਂ ਕਰੇਗੀ ਕਈ ਵਾਰ ਇੱਕ ਕਹਿ ਲਓ ਇੱਕ ਜੇ ਪਿਆਰ ਦੇ ਸਾਰਥਕ ਰੂਪ ਤੱਕਨੇ ਹੋਣ ਤੇ ਸਾਨੂੰ ਦੇਖਣਾ ਪਏਗਾ ਕਿ ਕਮਿਟਮੈਂਟ ਹੈ ਜਾਂ ਨਹੀਂ। ਕਹਿੰਦੇ ਮਤ ਜਾਣ ਸ਼ੈ ਗੱਲੀ ਪਾਇਆ, ਕੇਵਲ ਗੱਲਾਂ ਨਾਲ ਬੰਦਾ ਕਹੇ ਕਿ ਮੈਨੂੰ ਪਿਆਰ ਹੈ। ਉਹ ਇੱਕ ਸ਼ਾਇਦ ਮਹਲਾ ਪਹਿਲਾ ਦਾ ਵੀ ਸ਼ਬਦ ਸੀ, ਉਹ ਲਹਿਰੀ ਨਾਲ ਪਛਾੜੀ, ਉਹਦਾ ਜਿਹੜਾ ਪਹਿਲਾ ਸੀ ਰੇਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਕਮਲੇ ਰੇਮਨ ਐਸੀ, ਉਹਦੇ ਸਾਰੇ ਕਮਿਟਮੈਂਟਸ ਦੱਸੇ ਹੋਏ ਨੇ। ਜਦੋਂ ਪਿਆਰ ਕਰਨਾ, ਜੇ ਕਮਲ ਨੂੰ ਪਾਣੀ ਦੇ ਨਾਲ ਪਿਆਰ ਹੈ, ਉਹ ਭਾਵੇਂ ਪਾਣੀ ਦੀਆਂ ਲਹਿਰਾਂ ਉਹਨੂੰ ਪਛਾੜਦੀਆਂ ਪਈਆਂ ਨੇ, ਫਿਰ ਵੀ ਉਹ ਕਹਿੰਦਾ ਭੀ ਵਿਗਸੇ ਅਸਨੇ,
ਉਹ ਉਹਦੇ ਨਾਲ ਪਰੇਸ਼ਾਨ ਨਹੀਂ ਹੁੰਦਾ ਪਿਆ, ਉਹਦੇ ਮਨ ਵਿੱਚੋਂ ਜੈਸੀ ਜਲ ਦੁੱਧ ਹੋਏ ਆਵਟਨ ਆਪੇ ਖਵੈ, ਦੁੱਧ ਕੋ ਖਪਣ ਨਾ ਦੇ, ਸਾਰੀਆਂ ਜਿਹੜੀਆਂ ਉਹ ਕਮਿਟਮੈਂਟ ਨੇ, ਜਿਨ੍ਹਾਂ ਦਾ ਸ਼ਬਦ ਦੇ ਨਾਲ ਪਿਆਰ ਪੈ ਜਾਂਦਾ ਨਾ, ਫਿਰ ਉਹ ਸੱਚੇ ਸ਼ਬਦ ਦੀ ਸੇਵਾ ਵੀ ਕਰਦੇ ਨੇ। ਉਹਨੂੰ ਉਹਦੀ ਪਰਚੋਲ, ਕਿਉਂਕਿ ਇਹ ਸ਼ਬਦ ਸੱਚਾ ਹੈ, ਹਮੇਸ਼ਾ ਕਾਇਮ ਰਹਿਣ ਵਾਲਾ ਗੁਰੂ ਸ਼ਬਦ ਹੈ ਨਾ, ਉਹ ਹਮੇਸ਼ਾ, ਉਹ ਕਹਿੰਦੇ ਬਾਣੀ ਵਜੀ ਚੌਂ ਜੁਗੀ ਸੱਚੋ ਸੱਚ ਸੁਣਾ, ਚੌਂ ਯੁਗ ਮੈਂ ਅੰਮ੍ਰਿਤ ਸਾਚੀ ਬਾਣੀ। ਕਿਸੇ ਵੀ ਸਮੇਂ ਦੇ ਐਸਾ ਇਹ ਬਾਣੀ ਦਾ ਮਤਲਬ ਇੱਥੇ ਇਹ ਨਹੀਂ ਕਿ ਇੱਕ ਵਰਡ ਜਿਹੜਾ ਹੈ ਉਹ ਆਇਆ ਹੋਣਾ, ਲੇਕਿਨ ਸਿਧਾਂਤ ਭਾਵੇਂ ਜਿੰਨਾ ਮਰਜ਼ੀ ਅੱਖਰਾਂ ਦੇ ਰਾਹੀਂ ਇਹ ਨੌਲੇਜ ਜਿਹੜੀ ਉਹ ਸ਼ਾਇਦ ਰੱਬੋਂ ਆਈ ਹੋਈ ਹੈ, ਔਰ ਜਿਸ ਬੰਦੇ ਦੇ ਅੰਦਰ ਆਈ ਹੈ ਉਸਨੇ ਜੋ ਉਹਦੇ ਆਸ-ਪਾਸ ਦੇ ਹਾਲਾਤ ਨੇ, ਜੋ ਉਹਦੇ ਆਸ-ਪਾਸ ਦਾ এনवायरमेंट ਹੈ, ਜੋ ਬੋਲੀ ਉਹ ਬੋਲਦਾ ਹੈ, ਉਹਨੇ ਉਹਨਾਂ ਦੀ ਉਸ ਬੋਲੀ ਵਿੱਚ ਰੱਬ ਦੇ ਬਾਰੇ ਜਿਹੜੀ ਨਾ ਉਹ ਵਿਖਿਆਨ ਜਿਹੜਾ ਹੈ ਉਹ ਕੀਤਾ। ਤੇ ਜਿਨ੍ਹਾਂ ਨੂੰ ਸ਼ਬਦ ਨਾਲ ਪਿਆਰ ਪੈ ਜਾਂਦਾ, ਫਿਰ ਉਹ ਸ਼ਬਦ ਦੀ ਸੇਵਾ ਵੀ ਕਰਦੇ ਨੇ। ਕਹਿੰਦੇ ਫਿਰ ਉਹਨਾਂ ਦੀ ਹਾਲਤ ਕੈਸੀ ਹੋ ਜਾਂਦੀ ਹੈ, ਕਹਿੰਦਾ ਸੱਚੀ ਧੁਨ ਸੱਚੇ ਗੁਣ ਗਾਵਾਂ। ਉਹਨਾਂ ਨੂੰ ਉਹ ਧੁਨ ਜਿਹੜੀ ਹੈ ਨਾ ਸ਼ਬਦ ਦੀ, ਅਸੀਂ ਕਈ ਵਾਰ ਕਹਿੰਦੇ ਕਈ ਵਾਰ ਕਿਸੇ ਬੰਦੇ ਨੂੰ ਕਹਿੰਦੇ ਯਾਰ ਤਿੰਦੇ ਧੁਨ ਚੜੀ ਰਹਿੰਦੀ, ਤਿੰਦੇ ਐਸੀ ਗੱਲ ਵਿੱਚ ਉਹ ਕਹਿੰਦੇ ਅਨਹਦ ਧੁਨੀ ਦਰ ਵਜਦੇ, ਅਨਹਦ ਧੁਨੀ ਦਰ ਵਜਦੇ, ਦਰ ਸੱਚੇ ਸ਼ੋਭਾ ਪਾਏ। ਜਿਹਦੇ ਵਿੱਚ ਬਾਣੀ ਕੌਨਸਟੈਂਟਲੀ ਰੈਜ਼ੋਨੇਟ ਹੁੰਦੀ ਰਹਿੰਦੀ ਹੈ ਨਾ। ਅੱਜ ਕਹਿੰਦੇ ਸਿਮਰਨ ਕਰ ਲਓ, ਸਿਮਰਨ ਕਰਨਾ ਕੀ ਹੈ, ਕੌਨਸਟੈਂਟਲੀ ਉਹ ਤੇਰੇ ਕਦੇ ਕਹਿੰਦੇ ਅਨਹਦ ਧੁਨ ਵਾਜੈ ਨਿਤ ਵਾਜੈ, ਗਾਈ ਸਤਿਗੁਰ ਬਾਣੀ। ਇਹ ਬਾਣੀ ਜਦੋਂ ਪੜਾਂ ਅਸੀਂ, ਬਾਣੀ ਪੜ੍ਹਨੇ ਸੁਣਨੇ ਵਿਚਾਰਨੇ ਕਿਉਂ ਪਏ ਆ, ਇਹ ਬੋਲ ਇਤਨੇ ਕੀਮਤੀ ਕਿਉਂ ਨੇ। ਦੇਖੋ ਲਾਇਬ੍ਰੇਰੀ ਜਾ ਕੇ ਦੇਖੋ ਬੇਅੰਤ ਕਿਤਾਬਾਂ ਪਈਆਂ ਨੇ, ਕੋਈ ਉਹਨਾਂ ਨੂੰ ਮੱਥਾ ਨਹੀਂ ਟੇਕਦਾ। ਇਹ ਬੋਲ ਕੀਮਤੀ ਕਿਉਂ ਨੇ, ਕਿਉਂ ਅਸੀਂ ਸਾਂਭ ਕੇ ਰੱਖਣੇ ਪਏ ਆ, ਕਿਉਂ ਅਸੀਂ ਸਤਿਕਾਰ ਕਰਨੇ ਆ, ਕਿਉਂ ਅਸੀਂ ਮੱਥਾ ਟੇਕਣੇ ਪਏ ਆ, ਕਿਉਂਕਿ ਇਸ ਬਾਣੀ ਦੇ ਰਾਹੀਂ ਰੱਬ ਨੂੰ ਧਿਆਇਆ ਜਾ ਸਕਦਾ। ਉਹਨਾਂ ਦੇ ਇਹ ਬਾਣੀ ਤੁਹਾਡੇ ਮਨ ਵਿੱਚ ਰੱਬੀ ਹੋਂਦ ਨੂੰ ਰੈਜ਼ੋਨੇਟ, ਉਹ ਕੌਨਸਟੈਂਟਲੀ ਵੀ ਉਹ ਤੁਹਾਡੇ ਦਿਮਾਗ ਵਿੱਚ ਨਾ ਕਹਿੰਦੇ ਅਨਹਦ ਧੁਨ, ਅਨਹਦ ਪਾਓ ਲਿਮਿਟਲੈਸ। ਉਹ ਇਹ ਬਾਣੀ ਤੁਹਾਡੇ ਦਿਮਾਗ ਵਿੱਚ ਰੱਬੀ ਸਿਧਾਂਤਾਂ ਦਾ ਉਹ ਕੌਨਸਟੈਂਟਲੀ ਉਹਨੂੰ ਰੈਜ਼ੋਨੇਟ ਕਰ ਦਿੰਦੀ। ਅਨਹਦ ਧੁਨ ਵਾਜੈ ਨਿਤ ਵਾਜੈ, ਗਾਈ ਸਤਿਗੁਰ ਬਾਣੀ। ਜਦੋਂ ਅਸੀਂ ਗੁਰੂ ਦੀ ਬਾਣੀ ਗਾਉਂਦੇ ਆ, ਫਿਰ ਕੋਈ ਵਿਵਹਾਰ ਕਰਾਂਗੇ, ਕਿਸੇ ਨਾਲ ਗੱਲਬਾਤ ਕਰਾਂਗੇ, ਵੱਡੇ ਨੀਚੇ ਨਾਲ, ਕੋਈ ਗਰੀਬ ਬੰਦਾ ਹੈ, ਕੋਈ ਨੌਕਰ ਬੰਦਾ ਹੈ, ਉਹ ਕਹਿੰਦਾ ਗਰੀਬਾਂ ਉੱਪਰ ਜੇ ਖਿੰਜੇ ਦਾੜੀ ਪਾਰ ਰਮਸਾ ਅਗਰ ਮੈਂ ਸਾੜੀ। ਜਦੋਂ ਇੱਕ ਵਾਰ ਪੜਿਆ ਸੁਣਿਆ, ਫਿਰ ਬੰਦਾ ਕਹੇਗਾ ਕਿ ਯਾਰ ਵਿਚਾਰਾ ਗਰੀਬ ਬੰਦਾ, ਮੈਂ ਉਹਨੂੰ ਕਿਉਂ ਲਤਾੜਨਾ। ਬੰਦੇ ਕਈ ਵਾਰ ਨਾ ਵਾਚਮੈਨ ਨੇ ਉਹਨੂੰ ਗੁੱਸਾ ਕੱਢ ਦਿੰਦੇ ਨੇ, ਉਹ ਕਿਉਂ ਕਿ ਗਰੀਬ ਬੰਦਾ ਹੈ, ਉਹ ਤੁਹਾਨੂੰ ਜਵਾਬ ਨਹੀਂ ਦੇ ਸਕਦਾ। ਗੁੱਸਾ ਕੱਢਣਾ ਤਾਂ ਆਪਣੇ ਜੋ ਟਾਕਰੇ ਦਾ ਉਹਦੇ ਨਾਲ ਗੁੱਸਾ ਕੱਢ ਕੇ ਦੇਖ, ਜਾਂ ਥੋੜਾ ਵੱਡਾ ਉਹਦੇ ਨਾਲ ਗੁੱਸਾ ਕੱਢ ਕੇ ਦੇਖ। ਤੇ ਜਦੋਂ ਇਹ ਬਾਣੀ ਵੱਜਦੀ ਹੈ ਜੀਵਨ ਅੰਦਰ, ਬਿਪਰਤਰਿਆ ਰੂਪ ਨਾ ਪੇਖੇ ਨੇਤਰ, ਫਿਰ ਇਹ ਕੌਨਸਟੈਂਟਲੀ ਤੁਹਾਡੀ ਸੁਰਤ ਵਿੱਚ ਰੈਜ਼ੋਨੇਟ ਹੋਵੇ, ਤੁਹਾਡੇ ਹਰ ਕਿਰਿਆ ਵਿੱਚੋਂ ਇਹ ਬਾਣੀ ਪ੍ਰਗਟ ਹੋਣੀ ਚਾਹੀਦੀ। ਗੁਰਬਾਣੀ ਬਣੀਏ, ਹਰ ਸਿਧਾਂਤ ਜਿਹੜਾ ਕਹਿੰਦੇ ਅਨਹਦ ਧੁਨ ਵਾਜੈ, ਅਨਹਦ ਧੁਨ ਸੱਚੇ ਗੁਣ ਗਾਵਾਂ, ਸੱਚੇ ਮਾਹੇ ਸਮਾਇਆ। ਇਹ ਜਦੋਂ ਫਿਰ ਜਿਹੜਾ ਬੰਦਾ ਜਿਹੜਾ ਇਹ ਬਾਣੀ ਮਨੋ ਇੱਕ ਦਰਵਾਜ਼ਾ ਹੈ ਰੱਬ ਤੱਕ ਪਹੁੰਚਣ ਵਾਸਤੇ। ਇਹ ਕਹਿੰਦਾ ਗੁਰ ਤੇ ਦਰ ਕਰ ਜਾਣੀਏ, ਵੀ ਗੁਰ ਪੁੱਛ ਦੇਖਿਆ ਨਾ ਹੀ ਦਰ ਹੋਰ, ਗੁਰੂ ਨੂੰ ਪੁੱਛਣਾ ਹੀ ਦਰਵਾਜ਼ਾ ਹੈ। ਰੱਬ ਤੱਕ ਰੱਬ ਜਿਹੜਾ ਨਾ, ਰੱਬ ਬਹੁਤ ਮਲਟੀਫੈਸੇਟਡ ਹੈ। ਹੁਣ ਰੱਬ ਨੂੰ ਸਮਝਾਉਣ ਵਾਸਤੇ ਹੋਰ ਹਮੇਸ਼ਾ ਕੌਂਟੈਕਸਟ ਜਿਹੜੀ ਗੱਲ ਕੀਤੀ ਜਾਂਦੀ ਨਾ, ਉਧਰ ਕੌਂਟੈਕਸਟ ਸ਼ਾਇਦ ਵੱਖ-ਵੱਖ ਹੋ ਸਕਦੇ ਨੇ। ਜਿਵੇਂ ਕੌਂਟੈਕਸਟ ਬਦਲੀ ਹੋਏਗਾ ਨਾ, ਉਹ ਸੇਮ ਚੀਜ਼ ਸ਼ਾਇਦ ਉਹ ਦੋ ਦਿਨ ਪਹਿਲਾਂ ਸ਼ਾਇਦ ਇਕਬਾਲ ਵਿੱਚ ਗੱਲ ਚੱਲਦੀ ਪਈ ਸੀ, ਉਹ ਕਹਿੰਦਾ ਇੱਕ ਪਾਸੇ ਮਨ ਨੂੰ ਅਸੀਂ ਕਹਿੰਦੇ, ਜਸਟ ਐਨ ਐਗਜ਼ਾਮਪਲ ਹੈ ਵੀ ਉਹ ਸਭਨਾ ਮਨ ਮਾਣਕ ਤਾਹਨ ਮੂਲ ਮਚਾਂਗਵਾ। ਸਭ ਦੇ ਮਨ ਜਿਹੜੇ ਬੜੇ ਕੀਮਤੀ ਨੇ, ਮਾਣਕ ਬੜਾ ਕੀਮਤੀ ਪੱਥਰ। ਹੁਣ ਇੱਕ ਪਾਸੇ ਉਸ ਮਨ ਨੂੰ ਕਹਿੰਦੇ ਮਨ ਖੁੱਠਰ ਤੇਰਾ ਨਹੀਂ ਵਿਸ਼ਵਾਸਾ, ਇੱਕ ਪਾਸੇ ਮਨ ਨੂੰ ਬੜਾ ਕੀਮਤੀ ਕਿਹਾ ਜਾ ਰਿਹਾ, ਕਿਉਂਕਿ ਕੰਟੈਕਸਟ ਵਿੱਚ ਜੋ ਗੱਲ ਚੱਲੇਗੀ ਨਾ, ਸਾਨੂੰ ਉਸ ਹਿਸਾਬ ਨਾਲ ਉਹਦੇ ਅਰਥ ਜਿਹੜੇ ਨੇ ਨਾ, ਇੱਕ ਪਾਸੇ ਉਹਨੂੰ ਖੋਤਾ ਕਿਹਾ ਜਾ ਰਿਹਾ, ਇੱਕ ਪਾਸੇ ਉਹਨੂੰ ਕਹਿ ਰਿਹਾ ਨਹੀਂ ਸਭਨਾ ਮਨ ਮਾਣਕ ਬੜੇ ਕੀਮਤੀ ਨੇ, ਠਾਹਨ ਮੂਲ ਮਚਾਂਗਵਾ, ਕਿਸੇ ਦਾ ਦਿਲ ਦੁਖਾਣਾ ਮਨ ਦੁਖਾਣਾ ਬੜੀ ਮਾੜੀ ਗੱਲ ਹੈ। ਇੱਥੇ ਕਹਿੰਦੇ ਵੀ ਜੇ ਸੱਚੀ ਧੁਨ ਸੱਚੇ ਗੁਣ ਗਾਵਾਂ, ਕਹਿੰਦਾ ਸੱਚੇ ਮਾਹੇ ਸਮਾਇਆ। ਫਿਰ ਉਹ ਸੱਚੇ ਪਰਮਾਤਮਾ ਵਿੱਚ, ਉਹਦੇ ਸਿਧਾਂਤਾਂ ਵਿੱਚ ਬੰਦਾ ਰਹਿਣਾ ਹਮੇਸ਼ਾ ਸਮਾਇਆ ਰਹਿੰਦਾ, ਲੀਨ ਰਹਿੰਦਾ। ਉਹ ਸਿਧਾਂਤ ਉਹਦੇ ਜੀਵਨ ਦਾ ਸਹਿਜ ਬਣ ਜਾਂਦਾ, ਜਿਹਨੂੰ ਤੁਰੀ ਅਵਸਥਾ ਕਹਿ ਰਹੇ ਨੇ। ਚੌਥੇ ਪਦ ਵਿੱਚ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼, ਤਿੱਥੇ ਊਂਗ ਨਾ ਭੁੱਖ ਹੈ। ਗੁਰਮਤਿ ਦੇ ਸਿਧਾਂਤ ਗੁਰੂ ਕੋਲੋਂ ਮਿਲੀ ਹੋਈ ਸਿੱਖਿਆ ਉਹਦੇ ਜੀਵਨ ਦਾ ਸਹਿਜ ਬਣ ਜਾਏ। ਜੋ ਗੁਰੂ ਕਹਿੰਦਾ ਸੀ ਨਾ ਪਰਤਰਿਆ ਰੂਪ ਨਾ ਵੇਖੇ ਨੇ, ਜੋ ਗੁਰੂ ਕਹਿੰਦਾ ਸੀ ਬੁਰੀ ਦਾ ਬੁਰੇ ਦਾ ਭਲਾ ਕਰ, ਉਹ ਤੇਰੇ ਜੀਵਨ ਦਾ ਸੁਭਾਅ ਮਾਨੋ ਬਣ ਕੇ ਨਿਬੜ ਜਾਏ। ਹਾਂਜੀ ਧੰਨਵਾਦ ਵੀਰ ਜੀ, ਬਹੁਤ ਸੋਹਣੇ ਤਰੀਕੇ ਨਾਲ ਆਪ ਜੀ ਨੇ ਸਮਝਾ ਕੀਤਾ। ਧੰਨਵਾਦ ਆਪ ਜੀ ਦਾ। ਬਿਲਕੁਲ ਅਸੀਂ ਧਿਆਨ ਦਈਏ ਨਾ, ਤੇ ਗੁਰੂ ਨਾਨਕ ਦਾ ਗੁਰੂ ਕੌਣ, ਤੇ ਗੁਰੂ ਸਾਹਿਬ ਆਪ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਤੋਂ ਚੇਲਾ। ਅਸੀਂ ਦੇਹੀ ਕਰਕੇ ਤੱਕ ਨਾ ਕਰੀਏ
ਤੇ ਦੇਹੀ ਕਰਕੇ ਗੁਰੂ ਨਾਨਕ ਸਾਹਿਬ ਦਾ ਸਾਨੂੰ ਗੁਰੂ ਹੋਰ ਕੋਈ ਨਹੀਂ ਲੱਭਦਾ। ਤੇ ਗੁਰੂ ਸਾਹਿਬ ਕੀ ਸਮਝਾਣਾ ਕਰਦੇ ਹਨ, ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ पेखे आकी। परमेश्वर के द्वारे जो होए बतीते सो नानक आख सुनावे। नानक जी वो गल कह रहे हैं जो परमेश्वर के द्वारे, बिल्कुल आप जी ठीक पासे इशारा दे रहे हो आप जी। ਅਸੀਂ ਬਾਕੀ ਗੁਰੂ ਸਾਹਿਬ ਨੂੰ ਅਸੀਂ ਧਿਆਨ ਦਈਏ ਤੇ ਬਾਬਾ ਲਹਿਣਾ ਜੀ ਗੁਰੂ ਨਾਨਕ ਸਾਹਿਬ ਕੋਲ ਆਏ ਹਨ ਤੇ ਗੁਰੂ ਨਾਨਕ ਸਾਹਿਬ ਦੇ ਕੋਲੋਂ ਉਹਨਾਂ ਨੇ ਸਿੱਖਿਆ ਗ੍ਰਹਿਣ ਕੀਤੀ ਹੈ, ਪਰ ਗੁਣ ਉਹਨਾਂ ਨੇ ਗੁਰੂ ਨਾਨਕ ਦੇ ਨਹੀਂ ਗਾਏ, ਗੁਣ ਉਸ ਪਰਮੇਸ਼ਵਰ ਦੇ ਗਾਏ ਹਨ। ਇਹ ਬਰੀਕ ਭੇਦ ਨੂੰ ਸਾਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ। ਗੁਰੂ ਸਾਹਿਬ ਜਿੰਨੇ ਵੀ ਅੱਗੇ ਆਏ ਹਨ, ਭਾਵੇਂ ਉਹਨਾਂ ਦੇ ਅਸੀਂ ਗੁਰੂ ਕਹਿ ਲਈਏ, ਦੇਹੀ ਕਰਕੇ ਉਹਨਾਂ ਨੇ ਸਿੱਖਿਆ ਗ੍ਰਹਿਣ ਕੀਤੀ ਹੈ, ਪਰ ਗੁਣ ਜਿਹੜੇ ਗਾਉਣੇ ਕੀਤੇ ਹਨ ਉਹ ਇੱਕ ਅਕਾਲ ਪੁਰਖ ਦੇ ਗਾਉਣੇ ਕੀਤੇ ਹਨ। ਕਿਸੇ ਨੇ ਭਾਵੇਂ ਬਾਬਾ ਅਮਰਦਾਸ ਜੀ ਸਨ, ਉਹਨਾਂ ਨੇ ਬਾਬਾ ਲਹਿਣਾ ਜੀ ਦੇ ਗੁਣ ਨਹੀਂ ਗਾਏ, ਉਹਨਾਂ ਨੇ ਗੁਰੂ ਅੰਗਦ ਸਾਹਿਬ ਜੀ ਦੇ ਗੁਣ ਨਹੀਂ ਗਾਏ, ਪਰ ਉਹਨਾਂ ਦੇ ਕੋਲੋਂ ਸਿੱਖਿਆ ਲੈ ਕੇ ਉਸ ਪਰਮਾਤਮਾ ਦੇ ਗੁਣ ਗਾਉਣੇ ਕੀਤੇ ਹਨ। ਬੜੇ ਸੋਹਣੇ ਤਰੀਕੇ ਦੇ ਨਾਲ ਆਪ ਜੀ ਨੇ ਜਿਹੜਾ ਸਮਝਾਣਾ ਕੀਤਾ, ਧੰਨਵਾਦ ਆਪ ਜੀ ਦਾ। ਜੀ ਭੂਆ ਜੀ। ਹਾਂਜੀ, ਸਾਚਾ ਦਰ ਸਾਚਾ ਦਰਬਾਰ, ਦਰ ਤੇ ਦਰਬਾਰ। ਹੁਣ ਥੋੜਾ ਜਿਹਾ ਅਸੀਂ ਇਸ ਨੂੰ ਵਰਨੈਕੂਲਰ ਲੈਂਗੁਏਜ ਲੈ ਲਓ, ਈਡੀਅਮ ਲੈ ਲਓ, ਜਾਂ ਪ੍ਰੋਡੋਵਾਕ ਲੈ ਲਓ, ਜਾਂ ਲਿਟਰਲ ਮੀਨਿੰਗ ਲੈ ਲਓ ਕਿ ਦਰ ਕੀ ਹੈ? ਦਰਵਾਜ਼ਾ। ਦਰਬਾਰ ਕੀ ਹੈ? ਅੰਦਰ ਦਾ ਘਰ। ਕਿਸੇ ਘਰ ਦੇ ਅੰਦਰ ਪ੍ਰਵੇਸ਼ ਕਰਨਾ ਹੋਵੇ ਤੇ ਸਾਨੂੰ ਉਹਦੇ ਦਰਵਾਜ਼ੇ ਦੇ ਰਾਹੀਂ ਜਾਣਾ ਪਏਗਾ। ਹੁਣ ਅਗਰ ਅਸੀਂ ਲੈਂਦੇ ਹਾਂ ਗੁਰਦੁਆਰਾ, ਤੇ ਬੜੇ ਲੋਕਾਂ ਨੇ ਇਹ ਇਲੂਜ਼ਨਸ ਹਨ ਕਿ ਅਸੀਂ ਗੁਰਦੁਆਰੇ ਪਹੁੰਚ ਗਏ ਤੇ ਸਮਝੋ ਅਸੀਂ ਉਹਦੇ ਦਰਬਾਰ ਵਿੱਚ ਪਹੁੰਚ ਗਏ। ਹੁਣ ਤੀਸਰਾ, ਅਗਰ ਅਸੀਂ ਇਹ ਲੈ ਕੇ ਚੱਲਦੇ ਹਾਂ ਕਿ ਸਾਡਾ ਗੁਰੂ ਬੈਠਾ ਹੈ, ਗੁਰੂ ਗਿਆਨ ਹੈ, ਔਰ ਗੁਰੂ ਦੇ ਗਿਆਨ ਤੋਂ ਬਿਨਾਂ ਉਸ ਦੇ ਦਰਵਾਜ਼ੇ ਤੋਂ ਅੰਦਰੋਂ ਤੋਂ ਨਿਕਲਣ ਤੋਂ ਬਗੈਰ ਅਸੀਂ ਉਸ ਨਿਜ ਘਰ ਤੱਕ ਨਹੀਂ ਪਹੁੰਚ ਸਕਦੇ, ਅਸੀਂ ਉਸ ਇੱਕ ਤੱਕ ਨਹੀਂ ਪਹੁੰਚ ਸਕਦੇ। ਕਿਉਂਕਿ ਗੁਰੂ ਗਿਆਨ ਹੈ, ਗੁਰੂ ਗਿਆਨ ਦਾ ਸਾਗਰ ਹੈ, ਉਹਦੇ ਕਨਸੈਪਟਸ, ਉਹਦੀ ਇਨਫੋਰਮੇਸ਼ਨ ਜਦ ਤੱਕ ਅਸੀਂ ਉਹ ਧਾਰਾਂਗੇ ਨਹੀਂ, ਅਸੀਂ ਖੋਲਾਂਗੇ ਨਹੀਂ ਗ੍ਰੰਥ ਸਾਹਿਬ, ਅਸੀਂ ਪੜਾਂਗੇ ਨਹੀਂ, ਸਮਝਾਂਗੇ ਨਹੀਂ, ਇੰਪਲੀਮੈਂਟ ਨਹੀਂ ਕਰਾਂਗੇ, ਤਦ ਤੱਕ ਅਸੀਂ ਉਸ ਇੱਕ ਤੱਕ ਉਹਦੇ ਦਰਬਾਰ ਤੱਕ ਨਹੀਂ ਪਹੁੰਚ ਸਕਦੇ। ਹੁਣ ਇਹ ਹੋ ਗਏ ਸਭ ਬਾਅਦ ਦੀਆਂ ਗੱਲਾਂ। ਹੁਣ ਅਗਰ ਅਸੀਂ ਆਪਣੇ ਮਨ ਤੇ ਟੁਕਾ ਕੇ ਦੇਖੀਏ ਕਿ ਜਦੋਂ ਮੇਰਾ ਮਨ ਉਸਦੇ ਗਿਆਨ ਨੂੰ, ਉਹਦੇ ਕਨਸੈਪਟਸ, ਉਸਦੇ ਹੁਕਮ, ਉਸਦੇ ਨਾਮ, ਉਸਦੇ ਗੁਣਾਂ ਨੂੰ ਪੂਰੀ ਤਰ੍ਹਾਂ ਧਾਰ ਲੈਂਦਾ ਮਨ ਦੇ ਅੰਦਰ, ਉਸ ਨੂੰ ਸੇਵਦਾ ਹੈ, ਉਸ ਨੂੰ ਇੰਪਲੀਮੈਂਟ ਕਰਦਾ ਹੈ, ਉਸ ਨੂੰ ਆਪਣੇ ਆਪ ਨਾਲ ਇਨਟਿਊਨਡ ਕਰਦਾ ਹੈ, ਤੇ ਸਮਝੋ ਉਹ ਦਰਵਾਜ਼ੇ ਤੋਂ ਨਿਕਲ ਕੇ, ਕਿਉਂਕਿ ਗਿਆਨ ਹੀ ਉਹ ਦਰਵਾਜ਼ਾ ਹੈ, ਗਿਆਨ ਹੀ ਗੁਰੂ ਹੀ ਇੱਕ ਦਰਵਾਜ਼ਾ ਜਿੱਦੇ ਰਾਹੀਂ ਮਨ ਇਹਨਾਂ ਚੀਜ਼ਾਂ ਨੂੰ ਪ੍ਰਾਪਤ ਕਰਕੇ, ਇੰਪਲੀਮੈਂਟ ਕਰਕੇ, तो वो दरबार तक पहुंचता है। दरबार साडा निज घर है, साडा मूल रूप है, जिथे जाके वो सच्चे माए समाया। किन समाया? किथे दरबार में पहुंच गया जदों वो दरवाजे दे राही गुरु दे ज्ञान, इंप्लीमेंटेशन, सतगुरु दे कंसैप्ट, हुक्म नूं मन के पूरी तरह चल के, पूरी तरह ट्यून्ड होके ते वो समा गया। किथे आके? वो निज घर दरबार दे अंदर। और है अंदर दी गल। ਹਾਂਜੀ, ਧੰਨਵਾਦ ਭੂਆ ਜੀ। ਇਹ ਮਨ ਦਾ ਜਿਹੜਾ ਨਿਜ ਦਾ ਘਰ ਹੈ, ਉਹੀ ਉਹ ਦਰਬਾਰ ਹੈ ਜਿੱਥੇ ਉਹ ਟਿਕਦਾ ਨਹੀਂ। ਧੰਨਵਾਦ, ਬੜੀ ਸੋਹਣੀ ਗੱਲ ਆਪ ਜੀ ਨੇ ਕੀਤੀ। ਮਨ ਬਾਹਰ ਮੁਖੀ ਹੋ ਕੇ ਬਾਹਰ ਦੇ ਰੰਗਾਂ ਰੂਪਾਂ ਵਿੱਚ ਪ੍ਰਭਾਵਿਤ ਰਹਿੰਦਾ ਤੇ ਭਟਕਦਾ ਰਹਿੰਦਾ। ਨਿਜ ਦੇ ਘਰ ਵਿੱਚ ਟਿਕ ਜਾਏ, ਪਰ ਉਹ ਨਿਜ ਦੇ ਘਰ ਵਿੱਚ ਟਿਕੇਗਾ ਵੀ ਗੁਰੂ ਸ਼ਬਦ ਦੇ ਰਾਹੀਂ ਟਿਕੇਗਾ, ਗੁਰੂ ਦੇ ਸ਼ਬਦ ਦੀ ਚੋਟ ਖਾ ਕੇ ਟਿਕੇਗਾ, ਗੁਰੂ ਦੇ ਸ਼ਬਦ ਨੂੰ ਮੰਨ ਕੇ ਟਿਕੇਗਾ, ਗੁਰੂ ਦੇ ਸ਼ਬਦ ਦੇ ਰਾਹੀਂ ਪਤੀਜ ਕੇ ਟਿਕੇਗਾ, ਨਹੀਂ ਤੇ ਉਹ ਟਿਕੇਗਾ ਵੀ ਨਹੀਂ। ਤੇ ਗੁਰੂ ਦੇ ਸ਼ਬਦ ਨੂੰ ਕੇਵਲ ਜ਼ਬਾਨੀ ਨਾ ਪੜਨਾ ਕਰੀਏ, ਗੁਰੂ ਦੇ ਸ਼ਬਦ ਨੂੰ ਸਮਝ ਵਿੱਚ ਵੀ ਲੈ ਕੇ ਆਈਏ, ਮਨ ਦੇ ਵਿੱਚ ਵੀ ਵਸਾਈਏ, ਤਨ ਤੇ ਮਨ ਕਰਕੇ ਗੁਰੂ ਦੇ ਸ਼ਬਦ ਨੂੰ ਮੰਨਣਾ ਕਰੀਏ। ਧੰਨਵਾਦ ਆਪ ਜੀ ਦਾ। ਘਰੇ ਅੰਦਰ ਕੋ ਘਰ ਪਾਏ, ਗੁਰ ਕੈ ਸ਼ਬਦੇ ਸਹਿਜ ਸੁਭਾਏ, ਉਥੈ ਸੋਗ ਵਿਜੋਗ ਨਾ ਵਿਆਪੈ, ਸਹਿਜੇ ਸਹਿਜ ਸਮਾਇਆ। ਘਰੇ ਅੰਦਰ ਕੋ ਘਰ ਪਾਏ, ਘਰੇ ਅੰਦਰ
ਜਿਹੜੀ ਉਹਨੇ ਭੂਆ ਜੀ ਨੇ ਗੱਲ ਕੀਤੀ ਨਾ, ਮਨ ਦੇ ਨਿਜ ਦੇ ਘਰ ਵਿੱਚ, ਘਰੇ ਅੰਦਰ, ਅੰਦਰ ਹੀ ਕੋ ਘਰ ਪਾਏ ਕੋਈ ਵਿਰਲਾ ਟਿਕਾਣਾ ਲੱਭ ਲੈਂਦਾ, ਕੋਈ ਵਿਰਲਾ। ਕੋਟਨ ਮੇ ਨਾਨਕ ਕੋ ਨਾਰਾਇਣ ਜੇ ਚੀਤ, ਕਰੋੜਾਂ ਵਿੱਚੋਂ ਕੋਈ ਇੱਕ ਦਾ ਗੁਰੂ ਸਾਹਿਬ ਸਮਝਾਣਾ ਕਰ ਰਹੇ। ਘਰੇ ਅੰਦਰ ਕੋ ਘਰ ਪਾਏ, ਕੋਈ ਵਿਰਲਾ ਹੈ ਜਿਹੜਾ ਨਿਜ ਦਾ ਘਰ, ਨਿਜ ਦਾ ਟਿਕਾਣਾ ਪਾ ਲੈਂਦਾ ਹੈ। ਨਿਜ ਦਾ ਟਿਕਾਣਾ ਪਾਉਣ ਤੋਂ ਕੀ ਪਾਵੇ? ਜਿੱਦੀ ਸੁਰਤ ਸੱਚ ਵਿੱਚ ਟਿਕ ਜਾਂਦੀ ਹੈ, ਜਿਹੜੇ ਬਾਹਰ ਦੇ ਰੰਗਾਂ ਰੂਪਾਂ ਨੂੰ ਛੱਡ ਕੇ ਅੰਦਰ ਟਿਕ ਜਾਂਦਾ, ਜੋ ਕੋਟਨ ਮੇ ਕਰੋੜਾਂ ਵਿੱਚ ਕੋਈ ਵਿਰਲਾ ਹੈ। ਘਰੇ ਅੰਦਰ ਕੋ ਘਰ ਪਾਏ, ਗੁਰ ਕੈ ਸ਼ਬਦੇ ਸਹਿਜ ਸੁਭਾਏ। ਪਰ ਪਾਏਗਾ ਕਿਸ ਤਰ੍ਹਾਂ? ਅਗਲੀ ਪੰਕਤੀ ਕਲੀਅਰ ਕਰਤਾ, ਪਾਏਗਾ ਗੁਰ ਕੈ ਸ਼ਬਦੇ, ਗੁਰੂ ਦੇ ਸ਼ਬਦ ਦੇ ਰਾਹੀਂ। ਗੁਰੂ ਦਾ ਸ਼ਬਦ ਕੀ ਹੈ? ਗੁਰੂ ਦਾ ਸ਼ਬਦ ਸੱਚ ਹੈ, ਗੁਰੂ ਦਾ ਸ਼ਬਦ ਗਿਆਨ ਹੈ, ਗੁਰੂ ਦਾ ਸ਼ਬਦ ਸਾਨੂੰ ਸਮਝ ਦਿੰਦਾ ਹੈ, ਗੁਰੂ ਦਾ ਸ਼ਬਦ ਸਾਨੂੰ ਸੋਝੀ ਦਿੰਦਾ ਹੈ, ਗੁਰੂ ਦਾ ਸ਼ਬਦ ਸਾਨੂੰ ਬਲ ਦਿੰਦਾ ਹੈ। ਗੁਰੂ ਦਾ ਸ਼ਬਦ ਇੰਜ ਕਹਿ ਲਈਏ ਉਹ ਟੌਨਿਕ ਹੈ ਜਿਹੜਾ ਸਾਨੂੰ ਬਲ ਵੀ ਦਿੰਦਾ ਹੈ। ਗੁਰੂ ਦਾ ਸ਼ਬਦ ਸੰਪੂਰਨ ਹੈ, ਨਾ ਸਿਰਫ ਗਿਆਨ ਦੇ ਰਿਹਾ ਬਲਕਿ ਬਲ ਵੀ ਦੇ ਰਿਹਾ ਕਿ ਅਸੀਂ ਉਸ ਰਾਹ ਤੇ ਟੁਰ ਕੇ ਉਸ ਗੱਲ ਨੂੰ ਮੰਨ ਕੇ ਤੇ ਉਸ ਪ੍ਰਮਾਤਮਾ ਦੀ ਦੱਸੀਏ ਇੰਜ ਕਹਿ ਲਈਏ ਕਾਰ ਕਰ ਸਕੀਏ। ਗੁਰ ਕੇ ਸ਼ਬਦੇ ਸਹਿਜ ਸੁਭਾਏ, ਸੁਭਾਏ ਤੋਂ ਭਾਵੇਂ ਪ੍ਰੇਮ ਦੁਆਰਾ। ਸਹਿਜ ਤੋਂ ਭਾਵ ਸੁਭਾਵਾ ਕੀ ਹੈ? ਤਾਂ ਸਹਿਜ ਤੋਂ ਭਾਵ ਹੈ ਚੌਥੇ ਪਦ ਵਿੱਚ ਟਿਕ ਜਾਣਾ, ਤੁਰਿਆ ਪਦ ਵਿੱਚ ਟਿਕ ਜਾਣਾ। ਉਹ ਅਵਸਥਾ ਦੇਖੋ, ਅਸੀਂ ਧਿਆਨ ਦਈਏ, ਜ਼ਬਾਨ ਕਰਕੇ ਤੇ ਸਾਨੂੰ ਬਹੁਤ ਸਮਾਂ ਹੋ ਗਿਆ ਗਾਇਨ ਕਰਦੇ ਹੋਏ, ਪਰ ਜਦ ਤੱਕ ਮਨ ਸਹਿਜ ਅਵਸਥਾ ਵਿੱਚ ਨਹੀਂ ਟਿਕਿਆ, ਜੇ ਗਾਇਨ ਆਰੰਭ ਨਹੀਂ ਹੋਇਆ। ਅਸੀਂ ਜਦ ਤੱਕ ਮਨ ਕਰਕੇ ਸਹਿਜ ਅਵਸਥਾ ਵਿੱਚ ਨਹੀਂ ਪਹੁੰਚੇ। ਸਹਿਜ ਅਵਸਥਾ ਕੀ ਹੈ? ਜਿੱਥੇ ਵਿਕਾਰਾਂ ਦੀ ਆਵਾਜ਼ ਜਿਹੜੀ ਹੈ ਆਏਗੀ ਤੇ ਸਹੀ, ਪਰ ਪ੍ਰਭਾਵ ਨਹੀਂ ਪਾ ਪਾਏਗੀ। ਅਜੇ ਵਿਕਾਰਾਂ ਦੀ ਆਵਾਜ਼ ਆਉਂਦੀ ਹੈ, ਪ੍ਰਭਾਵ ਵੀ ਪਾਉਂਦੀ ਹੈ, ਅਜੇ ਸਹਿਜ ਅਵਸਥਾ ਨਹੀਂ ਬਣੀ। ਵਿਕਾਰਾਂ ਦੀ ਅਵਸਥਾ ਆਂਦੀ ਤੇ ਰਹੇਗੀ ਸਾਰੀ ਜ਼ਿੰਦਗੀ। ਬਾਹਰ ਮੁਖੀ ਹੈ ਸਾਡੀ, ਨੌ ਗੋਲਕਾਂ ਬਾਹਰ ਮੁਖੀਆਂ, ਬਾਹਰੋਂ ਪ੍ਰਭਾਵਿਤ ਹੋਣਗੀਆਂ। ਲੇਕਿਨ ਜੇਕਰ ਮਨ ਦੇ ਉੱਤੇ ਉਹਨਾਂ ਦਾ ਪ੍ਰਭਾਵ ਪੈਣਾ ਰੁਕ ਜਾਏ, ਉਹ ਸਹਿਜ ਅਵਸਥਾ ਹੈ। ਸਹਿਜ ਅਵਸਥਾ ਉਹ ਵੇ ਜਿੱਥੇ ਸੁਭਾਵਕ ਹੀ ਸੱਚ ਦੀ ਰਾਹ ਤੇ ਮਨੁੱਖ ਜਿਹੜਾ ਕਾਰ ਵਿਹਾਰ ਕਰਦਾ ਰਹਿੰਦਾ ਹੈ। ਗੁਰ ਕੇ ਸ਼ਬਦੇ ਸਹਿਜ ਸੁਭਾਏ, ਔਰ ਸੁਭਾਏ ਤੋਂ ਭਾਵੇਂ ਪ੍ਰੇਮ ਪੂਰਵਕ, ਹੱਠ ਧਰਮ ਦੇ ਰਾਹੀਂ ਨਹੀਂ। ਦੇਖੋ ਸੁਭਾਏ ਅੱਖਰ ਗੁਰੂ ਸਾਹਿਬ ਨਾਲ ਕਈ ਵਾਰੀ ਸਹਿਜ ਦੇ ਨਾਲ ਸਾਨੂੰ ਸਮਝਾਉਣਾ ਕਰਦੇ ਹਨ। ਪ੍ਰੇਮ ਪੂਰਵਕ, ਹੱਠ ਨਾਲ ਨਹੀਂ, ਪ੍ਰੇਮ ਪੂਰਵਕ, ਸੁਭਾਵਕ ਹੀ ਉਹ ਜ਼ਿੰਦਗੀ ਦੀ ਰਹੁ ਰੀਤੀ ਬਣ ਗਈ। ਗੁਰ ਕੇ ਸ਼ਬਦੇ ਸਹਿਜ ਸੁਭਾਏ, ਉਥੇ ਸੋਗ ਵਿਜੋਗ ਨਾ ਵਿਆਪੈ, ਸਹਿਜੇ ਸਹਿਜ ਸਮਾਇਆ ਉਥੇ। ਹੁਣ ਉਥੇ ਕਿੱਥੇ? ਸਵਾਲ ਉੱਠਦਾ ਕਿੱਥੇ? ਗੁਰੂ ਸਾਹਿਬ ਕਿੱਥੇ? ਉਥੇ ਤੋਂ ਭਾਵੇਂ ਉਸ ਅਵਸਥਾ ਵਿੱਚ ਜਿਹਦਾ ਜ਼ਿਕਰ ਗੁਰੂ ਸਾਹਿਬ ਗੁਰਬਾਣੀ ਵਿੱਚ ਵੀ ਕਰਦੇ ਹਨ। ਜ਼ਿਕਰ ਕਰਦੇ ਹਨ, ਬੇਗਮਪੁਰਾ ਸ਼ਹਿਰ ਕੋ ਨਾਓ, ਦੂ ਕੰਦੋਕ ਨਾ ਤੈ ਥਾਓ, ਨਾ ਤਸਵੀਜ਼ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਉੱਥੇ ਉਹ ਮਨ ਦੀ ਅਵਸਥਾ ਹੈ। ਤਨ ਕਰਕੇ ਤੇ ਅਸੀਂ ਜਿਹੜੇ ਮਰਜ਼ੀ ਇਲਾਕੇ ਵਿੱਚ ਚਲੇ ਜਾਈਏ, ਤਨ ਕਰਕੇ ਅਸੀਂ ਜਿੱਥੇ ਮਰਜ਼ੀ ਉਹਨੂੰ ਢੂੰਡਦੇ ਰਹੀਏ, ਮਨ ਕਰਕੇ ਜਦੋਂ ਤੱਕ ਨਹੀਂ ਢੂੰਡਾਂਗੇ, ਮਨ ਜਦੋਂ ਤੱਕ ਨਿਜ ਦੇ ਘਰ ਵਿੱਚ ਨਹੀਂ ਟਿਕੇਗਾ, ਗੁਰੂ ਸਾਹਿਬ ਕਹਿ ਰਹੇ ਜਦੋਂ ਉਸ ਅਵਸਥਾ ਵਿੱਚ ਪਹੁੰਚ ਗਏ, ਉੱਥੇ ਸੋਗ ਵਿਜੋਗ ਨਾ ਵਿਆਪੇ। ਸੋਗ ਤੋਂ ਭਾਵੇਂ ਅਸੀਂ ਸੋਗ ਦੁੱਖ ਕਹਿ ਲਈਏ, ਤਕਲੀਫਾਂ ਕਹਿ ਲਈਏ, ਵਿਜੋਗ ਤੋਂ ਵਿਛੋੜਾ ਕਹਿ ਲਈਏ, ਨਾ ਵਿਆਪੇ, ਉੱਥੇ ਨਹੀਂ ਵਿਆਪਦਾ। ਮਿਲਾਪ ਵਾਲੀ ਅਵਸਥਾ, ਪੂਰਨ ਆਨੰਦ ਵਾਲੀ ਅਵਸਥਾ। ਦੁਨਿਆਵੀ ਸੁੱਖ ਤੇ ਦੁੱਖ ਦੋਨੋਂ ਆਉਂਦੇ ਰਹਿਣਗੇ। ਜ਼ਿੰਦਗੀ ਦਾ ਸਫ਼ਰ ਹੈ, ਦਿਨ ਵੀ ਆਏਗਾ, ਰਾਤ ਵੀ ਆਏਗੀ। ਅਸੀਂ ਕਈ ਵਾਰ ਭੁਲੇਖੇ ਵਿੱਚ ਕਹਿ ਦਿੰਦੇ ਹਾਂ ਕਿ ਗੁਰਬਾਣੀ ਪੜ੍ਹਦਾ ਫਿਰ ਉਸਦੀ ਜ਼ਿੰਦਗੀ ਵਿੱਚ ਦੁੱਖ ਕਿਉਂ ਆਏ। ਸਰੀਰ ਕਰਕੇ ਦੁੱਖਾਂ ਨੂੰ ਅਸੀਂ ਦੁੱਖ ਸਮਝ ਲੈਂਦੇ ਹਾਂ। ਸਰੀਰ ਕਰਕੇ ਸੁੱਖ ਤੇ ਦੁੱਖ ਦੋਨੋਂ ਜ਼ਿੰਦਗੀ ਦੇ ਦੋ ਹਿੱਸੇ ਹਨ, ਉਹ ਜ਼ਿੰਦਗੀ ਵਿੱਚ ਆਉਣਗੇ ਹੀ ਆਉਣਗੇ। ਪਰ ਜਦੋਂ ਅਸੀਂ ਮਨ ਕਰਕੇ ਕਮਜ਼ੋਰ ਹੁੰਦੇ ਹਾਂ ਤਾਂ ਅਸੀਂ
ਦੁੱਖ ਵੇਲੇ ਵੀ ਅਸੀਂ ਟੈਟੇਰੀਆਂ ਹੋ ਜਾਂਦੇ ਹਾਂ, ਸੁੱਖ ਵੇਲੇ ਅਸੀਂ ਚੱਲ ਪੁਨੇ ਤੇ ਉਤਰ ਪੈਂਦੇ ਹਾਂ। ਇਹ ਉਹ ਅਵਸਥਾ ਹੈ, ਟਿਕਾਅ ਵਾਲੀ ਅਵਸਥਾ ਹੈ, ਸਹਿਜ ਅਵਸਥਾ ਹੈ, ਜਿੱਤੇ ਉੱਤੇ ਦੁੱਖ ਵੀ ਪ੍ਰਭਾਵਿਤ ਨਹੀਂ ਕਰ ਪਾਉਂਦੇ ਤੇ ਸੁੱਖ ਵੀ ਪ੍ਰਭਾਵਿਤ ਨਹੀਂ ਕਰ ਪਾਉਂਦੇ। ਪ੍ਰਭਾਵਿਤ ਕਰਨ ਤੋਂ ਭਾਵੇਂ ਡਾਵਾਂਡੋਲ ਨਹੀਂ ਹੋਣ ਦਿੰਦੇ। ਦੁੱਖਾਂ ਵੇਲੇ ਵੀ ਮਨੁੱਖ ਡਾਵਾਂਡੋਲ ਨਹੀਂ ਹੁੰਦਾ, ਸੁੱਖਾਂ ਵੇਲੇ ਵੀ ਡਾਵਾਂਡੋਲ ਨਹੀਂ ਹੁੰਦਾ। ਉੱਥੇ ਸੋਗ ਵਿਜੋਗ ਨਾ ਵਿਆਪੇ, ਸਹਿਜੇ ਸਹਿਜ ਸਮਾਇਆ। ਸਹਿਜੇ ਹੀ, ਸੁਭਾਵਕ ਹੀ, ਸਹਿਜ ਵਾਲੀ ਅਵਸਥਾ ਵਿੱਚ, ਤੁਰਿਆ ਪਦ ਵਿੱਚ ਸਮਾਇਆ ਰਹਿੰਦਾ ਹੈ, ਲੀਨ ਰਹਿੰਦਾ ਹੈ। ਸੱਚ ਦੀ ਰਾਹ ਤੇ ਟੁਰਦਿਆਂ ਫਿਰ ਝੂਠ ਜਿਹੜਾ ਪ੍ਰਭਾਵ ਨਹੀਂ ਪਾ ਪਾਉਂਦਾ। ਜੀ ਇਕਬਾਲ ਵੀਰ ਜੀ। ਜੀ ਘਰੇ ਅੰਦਰ ਸਭ, ਘਰੇ ਅੰਦਰ ਕੋ ਘਰ ਪਏ। ਘਰੇ ਅੰਦਰ, ਇਸ ਹਿਰਦੇ ਰੂਪੀ ਘਰ ਦੇ ਅੰਦਰ ਘਰ ਪਏ। ਕੋਈ ਪ੍ਰਮਾਤਮਾ ਦਾ ਜਿਹੜਾ ਟਿਕਾਣਾ ਹੈ, ਘਰ ਹੈ, ਉਹ ਲੱਭ ਲੈਂਦਾ, ਪ੍ਰਾਪਤ ਕਰ ਲੈਂਦਾ। ਤਨ ਮੈਂ ਮਨੂਆ, ਮਨ ਮੈਂ ਸਾਚਾ। ਇਹ ਹਿਰਦੇ ਰੂਪੀ ਘਰ ਦੇ ਵਿੱਚ ਸਾਚਾ ਜਿਹੜਾ ਉਹ ਟਿਕਿਆ ਹੋਇਆ ਹੁੰਦਾ ਹੈ। ਸਿਰਫ ਸਾਡੇ ਮਨ ਦੀ ਔਰ ਸਾਚੇ ਦੀ ਕੂੜ ਦੀ ਪਾਲ ਕੰਧ, ਉਹਦਾ ਇੱਕ ਵਖਰੇਵਾਂ ਹੁੰਦਾ। ਜਦੋਂ ਉਹ ਉਸ ਕੂੜ ਦੀ ਪਾਲ ਨੂੰ, ਕੰਧ ਨੂੰ ਢਾਹ ਲੈਂਦਾ ਹੈ ਗੁਰੂ ਦੇ ਸ਼ਬਦ ਦੇ ਦੁਆਰਾ, ਉਹ ਫਿਰ ਪ੍ਰਮਾਤਮਾ ਨਾਲ ਮੇਲ ਹੋ ਜਾਂਦਾ ਹੈ, ਇਕਮਿਕ ਹੋ ਜਾਂਦਾ ਹੈ। ਉਹ ਘਰ ਪਾਏ। ਪਰ ਇਹ ਜਿਹੜਾ ਘਰ ਹੈ, ਕੋਈ ਵਿਰਲਾ ਹੀ ਪ੍ਰਾਪਤ ਕਰਦਾ ਹੈ। ਇਸ ਅਵਸਥਾ ਦੇ ਉੱਪਰ ਕੋਈ ਵਿਰਲਾ ਹੀ ਗੁਰੂਆਂ ਚੋਂ ਟਿਕਦਾ ਹੈ। ਗੁਰੂ ਨਾਨਕ ਵਰਗਾ ਉਹ ਪ੍ਰਮਾਤਮਾ ਦੇ ਨਾਲ ਇਕਮਿਕ ਹੋ ਜਾਂਦਾ ਜਦੋਂ ਉਹ ਹਿਰਦੇ ਰੂਪੀ ਘਰ ਦੇ ਵਿੱਚ ਪਹੁੰਚ ਜਾਂਦਾ ਹੈ। ਹਿਰਦੇ ਰੂਪੀ ਘਰ ਵਿੱਚ ਪਹੁੰਚ ਕੇ ਵੀ ਪ੍ਰਮਾਤਮਾ ਨਾਲ ਲੀਨਤਾ ਬਣਾਉਣੀ ਪੈਂਦੀ ਹੈ। ਮਨ ਦੇ ਅੰਦਰ ਆਪਣਾ, ਅਸੀਂ ਮਨ ਜਿਹੜਾ ਹੈ, ਤਨ ਨੂੰ ਸਮਝਾ ਕੇ, ਤਨ ਦੇ ਰਾਹੀਂ ਮਨ ਤੱਕ ਤਾਂ ਅਸੀਂ ਪਹੁੰਚ ਜਾਂਦੇ ਹਾਂ, ਸਮਝ ਲੱਗ ਜਾਂਦੇ ਆ। ਪਰ ਮੰਨ ਕੇ ਉਸ ਨਾਲ ਇਕਮਿਕ ਬਣਾਵੇ ਤਾਂ ਜਾ ਕੇ ਲੀਨਤਾ ਬਣਦੀ, ਤਾਂ ਜਾ ਕੇ ਘਰ ਪ੍ਰਾਪਤ ਹੁੰਦਾ ਹੈ। ਕੱਲਾ ਮਨ ਨੂੰ ਸਮਝ ਲੈਣਾ, ਮਨ ਨੂੰ ਸੋਝੀ ਆ ਜਾਣੀ ਪ੍ਰਾਪਤੀ ਨਹੀਂ ਹੈ। ਹਿਰਦੇ ਘਰ ਦੇ ਵਿੱਚ ਜਦੋਂ ਗੁਰੂ ਦੇ ਸ਼ਬਦ ਦੇ ਦੁਆਰਾ ਬੈਠਾ ਜਿਹੜਾ ਪ੍ਰਮਾਤਮਾ, ਉਹਦੇ ਨਾਲ ਲੀਨਤਾ ਬਣ ਜਾਂਦੀ ਹੈ, ਤਾਂ ਉਹ ਕੋਈ ਵਿਰਲਾ ਹੀ ਇਸ ਘਰ ਨੂੰ ਪ੍ਰਾਪਤ ਕਰ ਲੈਂਦਾ, ਭਾਵ ਕਿ ਪ੍ਰਮਾਤਮਾ ਵਿੱਚ ਇਕਮਿਕ ਹੋ ਜਾਂਦਾ ਹੈ। ਪ੍ਰਮਾਤਮਾ ਦਾ ਜੋ ਟਿਕਾਣਾ ਹੈ ਉਹ ਲੱਭ ਲੈਂਦਾ ਹੈ। ਗੁਰ ਕੈ ਸ਼ਬਦੇ ਲੱਭਦਾ ਕਿਵੇਂ ਹੈ? ਗੁਰੂ ਦੇ ਸ਼ਬਦ ਦੇ ਰਾਹੀਂ ਸਹਿਜ ਆਤਮਿਕ ਅਡੋਲਤਾ ਵਿੱਚ ਟਿਕ ਕੇ, ਸੁਭਾਏ ਪ੍ਰੇਮ ਵਿੱਚ, ਪ੍ਰੇਮ ਨਾਲ ਸਹਿਜ ਅਵਸਥਾ ਵਿੱਚ ਜਦੋਂ ਜੀਵ ਪਹੁੰਚਦਾ, ਪਹੁੰਚਣ ਦਾ ਇੱਕੋ ਇੱਕ ਵਸੀਲਾ ਜੁਗਤ ਹੈ, ਉਹ ਹੈ ਗੁਰ ਕਾ ਸ਼ਬਦ। ਗੁਰੂ ਕੇ ਸ਼ਬਦ ਦੇ ਰਾਹੀਂ ਹੀ ਸਾਨੂੰ ਜੁਗਤ ਮਿਲਦੀ, ਗਿਆਨ ਮਿਲਦਾ ਹੈ। ਜਿਵੇਂ ਵੀਰ ਜੀ ਨੇ ਕਿਹਾ ਬਲ ਮਿਲਦਾ ਹੈ, ਉਹ ਗੁਰੂ ਦੇ ਸ਼ਬਦ ਦੇ ਰਾਹੀਂ ਮਿਲਦਾ ਹੈ। ਤੇ ਗੁਰੂ ਦੇ ਸ਼ਬਦ ਦੇ ਰਾਹੀਂ ਹੀ ਗੁਣ ਮਿਲਦੇ ਹੈ। ਗੁਣ ਜਿਹੜੇ ਹੈ ਆਪਣੇ ਆਪ ਵਿੱਚ ਕਿਰਿਆ ਨਹੀਂ ਹੁੰਦੀ ਉਹਨਾਂ ਦੀ। ਗੁਣਾਂ ਨੂੰ ਸਿਰਫ ਧਾਰਨ ਕਰਨਾ, ਸਮਝਣਾ ਹੁੰਦਾ ਹੈ। ਗੁਣ ਕਹਿ ਗੁਣੀ ਸਮਾਵਣਿਆ, ਉਹਨਾਂ ਗੁਣਾਂ ਨੂੰ ਕਹਿ ਕੇ ਉਹ ਗੁਣਾਂ ਵਿੱਚ ਸਮਾਉਣਾ ਹੁੰਦਾ ਹੈ। ਗੁਣ ਜਿਹੜੇ ਆਪਣੇ ਆਪ 'ਚ ਕਿਰਿਆ ਨਹੀਂ ਕਰਦੇ। ਇਹ ਮਨ ਜਦੋਂ ਗੁਰੂ ਦੇ ਸ਼ਬਦ ਰਾਹੀਂ ਉਹਨਾਂ ਗੁਣਾਂ ਨਾਲ ਸਾਂਝ ਪਾ ਲੈਂਦਾ ਹੈ। ਗੁਣਾਂ ਨੇ ਮਨ ਨਾਲ ਸਾਂਝ ਨਹੀਂ ਪਾਉਣੀ, ਮਨ ਨੇ ਗੁਣਾਂ ਨਾਲ ਸਾਂਝ ਪਾਉਣੀ। ਉਹ ਗੁਰ ਕੇ ਸ਼ਬਦ ਦੇ ਪੈਣੀ। ਗੁਰੂ ਦੇ ਸ਼ਬਦ ਦੇ ਰਾਹੀਂ ਜਦੋਂ ਗੁਣਾਂ ਵਿੱਚ ਜੀਵ ਲੀਨ ਹੋ ਜਾਂਦਾ, ਇਕਮਿਕਤਾ ਬਣਾਉਂਦਾ ਹੈ, ਕਰਮ ਕਰਦਾ ਹੈ, ਉਹ ਸਹਿਜ ਵਿੱਚ ਟਿਕਦਾ ਹੈ। ਕਿਉਂਕਿ ਸਹਿਜ ਅਵਸਥਾ ਇਹਨਾਂ ਮਾਇਆ ਦੇ ਰਜੋ ਤਮੋ ਸਤੋ ਗੁਣ ਤੋਂ ਉੱਪਰ ਮਿਲਦੀ ਹੈ। ਜਦੋਂ ਉਹ ਗੁਣਾਂ, ਗੁਰ ਕੇ ਸ਼ਬਦ ਦੇ ਰਾਹੀਂ ਗੁਣਾਂ ਨੂੰ ਧਾਰਨ ਕਰਦਾ ਹੋਇਆ ਇਹ ਤਿੰਨਾਂ ਗੁਣਾਂ ਤੋਂ, ਮਾਇਆ ਦੇ ਤਿੰਨਾਂ ਗੁਣਾਂ ਰਜੋ ਤਮੋ ਨੂੰ ਪਾਰ ਕਰ ਲੈਂਦਾ, ਫਿਰ ਸਹਿਜ ਵਿੱਚ ਟਿਕ ਜਾਂਦਾ। ਜਦੋਂ ਵਿੱਚ ਸਹਿਜ ਵਿੱਚ ਟਿਕਦਾ, ਸਹਿਜ ਵਿੱਚ ਟਿਕਣ ਦੀ ਜਿਹੜੀ ਹੈ ਉਹ ਜੁਗਤ ਹੈ, ਉਹ ਪ੍ਰੇਮ ਵਾਲੀ ਹੋਣੀ ਚਾਹੀਦੀ ਹੈ। ਜਦੋਂ ਮਨ ਹਠ ਨਾ ਟਿਕੂਗਾ ਉਹ ਫਿਰ ਭੱਜ ਜਾਊਗਾ। ਜਦੋਂ ਪ੍ਰੇਮ ਨਾ ਟਿਕੂਗਾ ਉਹਦੇ ਅੰਦਰ ਰਸ ਬਣਿਆ ਰਹੇਗਾ, ਤੇ ਰਸ ਵੀ ਸਦੀਵ ਕਾਲ ਬਣੇਗਾ।
ਮਨ ਹੱਠ ਨਾ ਕੀਤਾ ਹੋਇਆ ਕਰਮ ਖਿਣ ਭੁੰਗਰ ਹੁੰਦਾ, ਥੋੜੇ ਚਿਰ ਲਈ ਹੁੰਦਾ ਹੈ, ਉਹ ਸਦਾ ਟਿਕਿਆ ਨਹੀਂ ਰਹਿ ਸਕਦਾ। ਪ੍ਰੇਮ ਦੇ ਨਾਲ ਹੀ ਸਹਿਜ ਅਵਸਥਾ ਦੇ ਵਿੱਚ ਸਦਾ ਟਿਕਿਆ ਰਹਿ ਸਕਦਾ। ਗੁਰੂ ਕੇ ਸ਼ਬਦੇ ਸਹਿਜ ਸੁਭਾਏ। ਪ੍ਰੇਮ ਵਾਲੀ ਸਹਿਜ ਅਵਸਥਾ ਜਿਹੜੀ ਹੈ ਗੁਰੂ ਦੇ ਸ਼ਬਦ ਦੇ ਰਾਹੀਂ ਹੀ ਪ੍ਰਾਪਤ ਹੁੰਦੀ ਹੈ। ਫਿਰ ਜਿੱਥੇ ਸਹਿਜ ਅਵਸਥਾ ਔਰ ਪ੍ਰੇਮ ਨਾਲ, ਉੱਥੇ ਸੋਗ ਵਿਜੋਗ ਨਾ ਵਿਆਪੈ। ਉੱਥੇ ਨਹੀਂ ਵਿਆਪਦਾ, ਉੱਥੇ ਇੱਕ ਵਚਨ ਹੈ, ਵਿਆਪੇ ਵੀ ਇੱਕ ਵਚਨ ਹੈ। ਉਹ ਸਹਿਜ ਵਾਲੀ ਅਵਸਥਾ ਦੇ ਵਿੱਚ ਨਾ ਸੋਗ ਹੈ, ਦੁੱਖ ਹੈ, ਨਾ ਵਿਛੋੜਾ ਹੈ। ਕੀ ਹੈ? ਸੁੱਖ ਹੀ ਸੁੱਖ ਹੈ। ਉੱਥੇ ਸੁੱਖ ਹੀ ਸੁੱਖ ਵਰਤਦਾ ਹੈ। ਸਹਿਜੇ ਸਹਿਜ ਸਮਾਇਆ। ਫਿਰ ਉਹ ਜਿਹੜਾ ਜੀਵ ਹੈ ਸਹਿਜ, ਸਹਿਜੇ ਹੀ ਸਹਿਜ ਵਿੱਚ, ਭਾਵ ਹਰ ਵੇਲੇ ਸਹਿਜ ਵਿੱਚ ਟਿਕਿਆ ਰਹਿੰਦਾ ਹੈ, ਲੀਨ ਹੋਇਆ ਰਹਿੰਦਾ, ਸਮਾਇਆ ਰਹਿੰਦਾ ਹੈ। ਕਾਹਦੇ ਨਾਲ? ਗੁਰੂ ਕੇ ਸ਼ਬਦੇ। ਗੁਰੂ ਦੇ ਸ਼ਬਦ ਦੇ ਰਾਹੀਂ ਉਹ ਸਹਿਜੇ ਸਹਿਜ ਸਮਾਇਆ ਰਹਿੰਦਾ ਹੈ ਜੀ। ਧੰਨਵਾਦ ਇਕਬਾਲ ਸਿੰਘ ਜੀ। ਗੁਣ ਕਹਿ ਗੁਣੀ ਸਮਾਵਣਿਆ। ਗੁਣ ਕਹਿ ਕੇ ਗੁਣਾ ਵਾਲੇ ਪਰਮਾਤਮਾ ਵਿੱਚ ਲੀਨਤਾ ਬਣ ਜਾਂਦੀ ਹੈ। ਧੰਨਵਾਦ ਆਪ ਜੀ ਦਾ। ਜੀ ਅਰਵਿੰਦਰ ਸਿੰਘ ਜੀ। ਇੱਥੇ ਜਿਹੜੀ ਗੱਲ ਚਲਦੀ ਪਈ ਸੀ, ਜਿਹੜਾ ਪਹਿਲਾਂ ਪਤਾ ਹੀ ਅਸੀਂ ਵਿਚਾਰ ਕਰਕੇ ਆ ਰਹੇ ਹਾਂ ਬਈ ਰੱਬ ਦੇ ਦਰ, ਘਰ, ਦੀਵਾਨ, ਦਰਬਾਰ, ਉਹਦੀ ਗੱਲ ਪਈ ਚਲਦੀ ਹੈ। ਗੁਰੂ ਸਾਨੂੰ ਹੋਰ ਮਤਲਬ ਢੂੰਡਣ ਜਾਣਾ ਹੈ ਤੂੰ ਨੇ, ਜੇ ਵੱਖ-ਵੱਖ ਦਰ ਨੇ ਤੇ ਤੂੰ ਮਤਾ ਤੂੰ ਕਿਤੇ ਬਾਹਰ ਢੂੰਡਦਾ ਫਿਰੇ ਉਸ ਨੂੰ। ਗੁਰੂ ਬਾਹਰ ਢੂੰਡਣ ਤੇ ਅਬ ਛੂਟ ਪੜੀ। ਗੁਰ ਘਰ ਹੀ ਮਾਏ ਬਤਾਇਆ ਤਾਂ ਕਾਹੇ ਰੇ ਪਨ ਖੋਜ ਨ ਜਾਈ। ਸਰਬ ਨਿਵਾਸੀ ਸਦਾ ਅਲੇਪਾ ਤੋਈ ਸੰਗ ਸਮਾਈ। ਉਹਦੇ ਤੇਰੇ ਅੰਦਰ ਰਹਿੰਦਾ ਪਿਆ। ਇਹ ਕੁਝ ਦਿਨ ਪਹਿਲਾਂ ਨਾ ਸ਼ਾਇਦ ਐਸੀ ਇਸ ਤੋਂ ਪਹਿਲੇ ਵਾਲਾ ਸੋਲਾ, ਉਸ ਤੋਂ ਪਹਿਲਾਂ ਉਹਦੇ ਬੜੀ ਸਿਮਿਲਰ ਜੀ ਆਇਆ, ਕਹਿੰਦੇ ਨੇ ਮਹਿਲੇ ਅੰਦਰ ਮਹਿਲ ਕੋ ਪਾਏ, ਗੁਰ ਕੈ ਸ਼ਬਦ ਸੱਚ ਚਿਤ ਲਾਏ। ਇੱਥੇ ਵੀ ਗੱਲ ਚਲਦੀ ਪਈ, ਕਹਿੰਦੇ ਨੇ ਘਰੇ ਅੰਦਰ ਕੋ ਘਰ ਪਾਏ। ਇਹ ਰੱਬ ਦਾ ਦਰ ਘਰ ਮਿਲਣਾ ਕਿੱਥੋਂ ਦੀ ਹੈ? ਕਿਤੇ ਬਾਹਰ ਢੂੰਡਣ ਨੂੰ। ਕਿਤੇ ਜਿਹੜਾ ਭਗਤ ਰਾਮਾਨੰਦ ਦਾ ਸ਼ਬਦ ਆਉਂਦਾ, ਕਹਿੰਦੇ ਕਦ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿਤ ਨਾ ਚਲੇ ਮਨ ਭਇਓ ਪੰਗ। ਹੁਣ ਮੈਂ ਉਹ ਬਾਹਰ ਨਹੀਂ ਜਾਂਦਾ, ਰੱਬ ਦੀ ਢੂੰਡ ਪੜ, ਕਿਉਂਕਿ ਇਹਦੇ ਦੇ ਅੰਤਰਗਤ ਤੀਰਥ ਮਲਣਾ ਵਾਲੀ ਗੱਲ ਹੈ। ਗੁਰੂ ਦੇ ਸ਼ਬਦ ਦੀ ਕਹਿੰਦੇ ਵੀ ਉਹ ਕੁੱਟ ਮਨ ਕਸਵੱਟੀ ਲਾਏ। ਇੱਥੇ ਤੇ ਕਿਹੜਾ ਇਸ਼ਨਾਨ ਕਿਹੜਾ ਕਰਨਾ ਸੀ ਵੀ ਗੁਰੂ ਦੇ ਗਿਆਨ ਅੰਤਰਗਤ ਤੀਰਥ ਮਲਣਾ ਵਾਲੀ ਗੱਲ ਕਰਨੀ ਸੀ। ਇਹ ਬਾਹਰ ਤੇ ਜਾ ਕੇ ਕੋਈ ਕਰਨ ਕੋਲ ਕਹਿੰਦੇ ਘਰੇ ਅੰਦਰ ਕੋ ਘਰ ਪਾਏ। ਬਹੁਤਾਤ ਦੁਨੀਆ ਧਾਰਮਿਕ ਕਿਰਿਆ ਕਰਨ ਦੇ ਹਿਸਾਬ ਤੇ ਬਾਹਰ ਟੁਰੀ ਫਿਰਦੀ ਪਈ ਹੈ। ਜਿਹਦੇ ਕੋਲ ਭਗਤ ਰਾਮਾਨੰਦ ਜੀ ਕਹਿੰਦਾ ਨਾ, ਏਕ ਦਿਵਸ ਮਨ ਭਈ ਉਮੰਗ, ਘਸ ਚੰਦਨ ਚੋਵਾ ਬਹੁ ਸੁਗੰਧ, ਪੂਜਨ 40 ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਘਾਰੀ। ਮੈਂ ਦੋ ਲੋਕਾਂ ਨੂੰ ਦੇਖਿਆ, ਲੋਕ ਧਾਰਮਿਕ ਕਿਰਿਆਵਾਂ ਦੇ ਹਿਸਾਬ ਤੇ ਕੀ ਕਰਦੇ ਪਏ ਨੇ। ਉਹ ਘਸ ਚੰਦਨ ਚੋਵਾ ਬਹੁ ਸੁਗੰਧ, ਪੂਜਨ 40 ਬ੍ਰਹਮ ਠਾਏ, ਚ ਚੱਲਿਆ ਕਿਤੇ ਰੱਬ ਨੂੰ ਮਿਲਣ ਚੱਲਿਆ। ਗੁਰੂ ਕਹਿੰਦਾ ਨਹੀਂ, ਸੋ ਬ੍ਰਹਮ ਬਤਾਇਓ ਗੁਰ ਘਰ ਹੀ ਮਾਏ। ਕਹਿੰਦੇ ਬਾਹਰ ਤੇ ਕੀ ਕਹਿੰਦੇ, ਜਹਾਂ ਜਾਓ ਤੇ ਜਲ ਪਖਾਣ, ਜਾਂ ਕੋਈ ਪਾਣੀ ਦਾ ਸਰੋਤ ਹੈ ਉੱਥੇ ਚੁੱਭੀਆਂ ਮਾਰ ਲਓ, ਜਾਂ ਉੱਥੇ ਕੋਈ ਪੱਥਰ ਦੀਆਂ ਮੂਰਤੀਆਂ ਬਣੀਆਂ ਪਈਆਂ ਨੇ, ਜਹਾਂ ਜਾਓ ਤੇ ਜਲ ਪਖਾਣ। ਕਹਿੰਦੇ ਤੂੰ ਪੂਰ ਰਹੇ ਹੋ ਹੈ ਸਰਬ ਸਮਾਨ, ਤੂੰ ਤੇ ਹਰ ਥਾਂ ਦੇ ਉੱਤੇ ਪੂਰਨ ਤੌਰ ਦੇ ਉੱਤੇ ਵਿਆਪਕ ਹੈ। ਗੁਰੂ ਤੇ ਕਹਿੰਦੇ ਵੀ ਜੇ ਗੱਲ ਚੱਲਦੀ ਪਈ ਦਰ ਘਰ ਦੀ, ਗੁਰੂ ਨੇ ਸੋਝੀ ਦੇਣੀ ਹੈ ਗੁਰੂ ਤੋਂ ਰੱਬ ਦੀ। ਗੁਰ ਪਕਰਾਏ ਹਰ ਕੇ ਚਰਨਾ ਹੈ। ਗੁਰੂ ਨੇ ਤੁਹਾਨੂੰ ਰੱਬ ਦੇ ਸਾਂਝ ਦੇਣੀ ਹੈ। ਕਹਿੰਦੇ ਇਹ ਇਨਫੋਰਮੇਸ਼ਨ ਤੈਨੂੰ ਕਿੱਥੇ ਮਿਲੇਗੀ? ਕਹਿੰਦਾ ਤੇਰੇ ਅੰਦਰ ਹੀ ਮਿਲਣ ਵਾਲੀ ਹੈ, ਤੈਨੂੰ ਅੰਦਰ ਹੀ ਫੀਡ ਕਰਨਾ। ਘਰੇ ਅੰਦਰ ਕੋ ਨਾਲ ਕੋ ਤੇ ਵਿਰਲਾ ਪੌਦਾ ਬੈਂਚਮਾਰਕ ਥੋੜਾ ਉੱਚਾ ਹੈ। ਘਰੇ ਅੰਦਰ ਕੋ ਘਰ ਪਾਏ। ਕਹਿੰਦੇ ਜਿਹੜਾ ਬੰਦਾ ਐਸਾ ਹੋ ਜਾਂਦਾ ਹੈ, ਗੁਰ ਕੈ ਸ਼ਬਦੇ ਸਹਿਜ ਸੁਭਾਏ। ਗੁਰੂ ਦੇ ਸ਼ਬਦ ਦੇ ਰਾਹੀਂ ਉਸ ਨੂੰ ਇਸ ਦਰ ਘਰ ਦੇ ਨਾਲ, ਸ਼ਬਦ ਦੇ ਨਾਲ ਉਹਦਾ ਸੁਭਾਏ ਪਿਆਰ ਪਾਏ, ਪਿਆਰ ਸੁਭਾਏ। ਉਹ ਸਹਿਜ ਹੀ ਇਸ ਸਿਧਾਂਤਾਂ ਦੇ ਨਾਲ, ਉਹ ਹਮੇਸ਼ਾ ਉਹ ਟੁੱਟਣਾ ਨਹੀਂ ਚਾਹੁੰਦਾ। ਉਹ ਜਿਸ ਦਰ ਤੇ ਅਪੜ ਚੁੱਕਾ ਹੈ ਨਾ, ਉਹ ਉਸ ਦਰ ਤੇ ਟਿਕਿਆ ਰਹਿਣਾ ਚਾਹੁੰਦਾ ਹੈ। ਉਹਨੂੰ ਗੁਰੂ ਦੇ ਸ਼ਬਦ ਦੇ ਰਾਹੀਂ ਉਹਦਾ ਇਸ ਦਰ ਘਰ ਦੇ ਨਾਲ, ਸ਼ਬਦ ਨਾਲ, ਬਾਣੀ ਦੇ ਨਾਲ, ਗੁਰੂ ਦੇ ਨਾਲ ਉਹਦਾ ਸਹਿਜ ਅਸੀਂ ਕਹਿ ਰਹੇ ਹਾਂ ਇੰਟੂਟਿਵਲੀ, ਜਿਹਦੇ ਵਾਸਤੇ ਕੋਈ ਕਹਿੰਦੇ ਸਹਿਜੇ ਹੋਤਾ ਜਾਏ ਸੋ ਹੋਏ। ਜਿਹੜੀ ਚੀਜ਼ ਆਪਣੇ ਆਪ ਅਸੀਂ ਸਵਾਸ ਲੈਣੇ ਪਏ ਹਾਂ, ਅਸੀਂ ਕਈ ਕਿਰਿਆਵਾਂ ਕਰਨਾ ਜੋ ਸਾਡੇ ਸਹਿਜ ਵਿੱਚ ਹੁੰਦੀਆਂ ਪਈਆਂ ਨੇ, ਸਾਡਾ ਉਸ ਤੋਂ ਪੁੱਠਾ ਜੇ ਅਸੀਂ ਉਦੋਂ ਉੱਠਣਾ ਹੈ, ਬੈਠਣਾ ਹੈ, ਜੋ ਕਰਨਾ ਸਾਡੇ ਜੀਵਨ ਦਾ ਸਹਿਜ ਬਣ ਚੁੱਕਾ ਹੋਇਆ। ਕਹਿੰਦੇ ਗੁਰ ਕੈ ਸ਼ਬਦੇ, ਫਿਰ ਇਹ ਬਾਣੀ ਗੁਰੂ ਉਹਨਾਂ ਦੇ ਜੀਵਨ ਦਾ ਸਹਿਜ ਪਿਆਰ ਬਣ ਜਾਂਦਾ। ਉਹਨਾਂ ਨੂੰ ਇਹਨਾਂ ਸਿਧਾਂਤਾਂ ਦੇ ਨਾਲ,
ਜੋ ਗੁਰੂ ਦਾ ਦਰ ਨੇ ਮੰਨੋ ਇੱਕ ਹਿਸਾਬ ਦੇ ਨਾਲ, ਜਾਂ ਰੱਬ ਦਾ ਦਰ ਨੇ, ਤੇ ਉਹ ਉਹਨਾਂ ਦਾ ਅਦਰਵਾਈਜ਼ ਸਾਡਾ ਮਨ ਕੀ ਹੈ? ਸਾਡਾ ਮਨ ਜਿਹੜਾ ਨਾ ਉਹ ਬਾਹਰ ਉਹ ਇੱਕ ਹੋਰ ਸ਼ਬਦ ਨਾਲ ਕਹਿੰਦਾ ਵੀ, ਉਹ ਕਹਿੰਦੇ ਮਨ ਪਰਦੇਸੀ ਵੇ ਪਿਆਰੇ ਆਓ ਕਰੇ। ਰੱਬ ਜਿਹੜਾ ਹੈ ਨਾ, ਦੇਖੋ ਅਸੀਂ ਸਰੀਰਿਕ, ਜਦੋਂ ਸਰੀਰ ਰਹੇਗਾ ਕਿਸੇ ਇੱਟਾਂ ਦੇ ਸੀਮੈਂਟ ਦੇ ਬਣੇ ਹੋਏ ਮਕਾਨ ਦੇ ਵਿੱਚ ਰਹੇਗਾ। ਰੱਬ ਕਿਤੇ ਟਿਕਦਾ ਹੈ? ਰੱਬ ਕਿਸੇ ਸਿਧਾਂਤ ਰੂਪੀ ਘਰ ਦੇ ਵਿੱਚ ਟਿਕਿਆ ਹੋਇਆ। ਜਿੱਥੇ ਉਹ ਸਿਧਾਂਤ ਨੇ ਨਾ, ਉੱਥੇ ਉਹ ਰੱਬ ਹੈ। ਉਹ ਕਹਿੰਦਾ ਵੀ ਇਸ ਦੇਹੀ ਅੰਦਰ ਪੰਜ ਚੋਰ ਵਸੇ, ਜਿੱਥੇ ਪੰਜ ਚੋਰ ਵਸੇ ਕਹਿੰਦਾ ਉੱਥੋਂ ਅੰਮ੍ਰਿਤ ਲੂਟੈ। ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਅੰਮ੍ਰਿਤ ਲੂਟੈ। ਉੱਥੇ ਰੱਬ ਨਹੀਂ ਟਿਕਦਾ। ਰੱਬ ਜਿੱਥੇ ਟਿਕਦਾ, ਤੇ ਜਦੋਂ ਮੇਰਾ ਮਨ ਹੈ ਨਾ, ਜਦੋਂ ਮਨ ਵੀ ਕਿਸੇ ਘਰ ਵਿੱਚ ਰਹਿੰਦਾ ਪਿਆ, ਜੇ ਮਨ ਵੀ ਉਹ ਸੇਮ ਸਿਧਾਂਤ ਹਾਸਲ ਕਰ ਲਵੇ ਨਾ, ਤੇ ਫਿਰ ਉਹ ਮਨ ਉਹ ਰੱਬ ਦੇ ਨਾਲ ਮਿਲ ਜੁਲ ਕੇ ਰਹਿਣਾ ਸ਼ੁਰੂ ਹੋ ਜਾਂਦਾ। ਫਿਰ ਉਹ ਰੱਬ ਮਨੋਂ ਇੱਕ ਸਰੂਪ ਹੋ ਜਾਂਦੇ ਨੇ। ਲੇਕਿਨ ਇਹ ਵਾਲੇ ਇਹ ਸਿਧਾਂਤਾਂ ਦਾ ਘਰ ਕਿਸੇ ਵਿਰਲੇ ਬੰਦੇ ਨੂੰ ਮਿਲਦਾ ਹੈ, ਔਰ ਕਿਸੇ ਵਿਰਲੇ ਦਾ ਫਿਰ ਗੁਰੂ ਦੇ ਸ਼ਬਦ ਵਿੱਚ ਜਿਹੜਾ ਹੈ ਨਾ, ਉਹ ਸਹਿਜ ਹੀ ਪਿਆਰ ਬਣਿਆ ਰਹਿੰਦਾ ਹੈ। ਜਦੋਂ ਜਿਹਦਾ ਬਣ ਜਾਂਦਾ ਹੈ, ਉਹਨਾਂ ਦੀ ਹਾਲਤ ਫਿਰ ਕਹਿੰਦੇ ਨੇ ਉੱਥੇ ਸੋਗ ਵਿਜੋਗ ਨਾ ਵਿਆਪੈ। ਉਹ ਉੱਥੇ ਜਿਹੜਾ ਸੀ ਪਹਿਲੇ ਜਿਹੜਾ ਸ਼ਬਦ ਵਿਚਾਰਿਆ ਸੀ ਨਾ ਵੀ, ਉਹ ਜਿਤ ਦਰ ਵਸੈ ਕਵਨ ਦਰ ਕਹੀਏ, ਦਰਾਂ ਭੀਤਰ ਦਰ ਕੌਣ ਲਹੈ, ਜਿਤ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੈ। ਉੱਥੇ ਵੀ ਇੱਕ ਅੱਗੇ ਹੋਰ ਸ਼ਬਦ ਸੀ, ਕਹਿੰਦਾ ਦੁੱਖ ਦਰਵਾਜਾ, ਰੋਹ ਰਖਵਾਲਾ, ਆਸਾ ਅੰਦੇਸਾ ਦੋਏ ਪਟ ਜੜੇ। ਵੀ ਅਸੀਂ ਕਿਉਂ ਨਹੀਂ ਜਾ ਪਾ ਰਹੇ? ਜਿਹੜਾ ਇੱਕ ਹੋਰ ਸ਼ਬਦ ਹੈ ਬੜਾ ਸਿਮਿਲਰ ਲਾਈਨਸ ਵਾਲਾ, ਜਿਹੜਾ ਕਿਉਂ ਲੀਜੇ ਗੜ ਬੰਕਾ ਪਾਈ ਵਾਲਾ ਸ਼ਬਦ ਸੀ ਨਾ, ਉੱਥੇ ਵੀ ਉਹ ਕਹਿੰਦੇ ਕਾਮ ਕੀ ਵਾਰੀ, ਦੁੱਖ ਸੁਖ ਦਰਵਾਨੀ, ਪਾਪ ਪੁੰਨ ਦਰਵਾਜਾ। ਸਾਡੀਆਂ ਕਾਮਨਾਵਾਂ, ਕਾਮ ਕੀ ਵਾਰੀ, ਉੱਥੇ ਜਿਹੜਾ ਵਾਚਮੈਨ ਬੈਠਿਆ ਹੋਇਆ ਹੈ, ਦੁੱਖ ਸੁਖ ਦਰਵਾਨੀ। ਅਸੀਂ ਸੁਖ ਦੁੱਖ ਨਾਲ ਇਤਨਾ ਅਟੈਚ ਹੋ ਗਏ ਆ ਨਾ ਵੀ ਉਹ ਇਹ ਕੰਮ ਕੀਤਿਆਂ ਦੁੱਖ ਨਾ ਲੱਗ ਜਾਵੇ। ਕਾਮ ਕੀ ਵਾਰੀ, ਦੁੱਖ ਸੁਖ ਦਰਵਾਨੀ, ਪਾਪ ਪੁੰਨ ਦਰਵਾਜਾ। ਵੀ ਮੇਰੇ ਕੋਲ ਪਾਪ ਨਾ ਹੋ ਜਾਏ, ਅਸੀਂ ਹਰ ਰੋਜ਼ ਚੱਕਰ ਦੇ ਵਿੱਚ ਜੁੜੇ ਹੋਏ ਆ। ਕਹਿੰਦਾ ਲੇਕਿਨ ਜਦੋਂ ਗੁਰੂ ਦੇ ਸ਼ਬਦ ਦੇ ਨਾਲ ਪਿਆਰ ਪੈ ਜਾਏਗਾ ਨਾ, ਕਹਿੰਦਾ ਫਿਰ ਉੱਥੇ ਸੋਗ ਵਿਜੋਗ ਨਾ ਵਿਆਪੇ। ਪੌਦਰ ਦੇ ਭਾਰ ਵਿਆਪ ਜਾਣਾ ਬਹੁਤ ਭਾਰੀ ਪੈ ਜਾਂਦਾ। ਉਹ ਜਿਹੜਾ ਇੱਕ ਹੋਰ ਕਹਿੰਦਾ ਵੀ ਬੁਰਾ ਨਹੀਂ ਸਭ ਭਲਾ ਹੀ ਹੈ। ਜਿਸ ਬੰਦੇ ਨੂੰ ਇਹ ਸਟੇਟ ਆਫ ਮਾਈਂਡ ਮਿਲ ਜਾਏਗੀ, ਉਹਨੂੰ ਕਿਹੜੀ ਚੀਜ਼ ਦੁਖੀ ਕਰ ਸਕਦੀ ਹੈ? ਉਹ ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜੇਤੇ। ਵੀ ਉਹ ਉਸ ਨੂੰ ਫਿਰ ਜਿਹੜਾ ਨਾ ਇਹ ਵੀ ਉੱਥੇ ਸੋਗ ਵਿਜੋਗ ਨਾ ਵਿਆਪੇ। ਉੱਥੇ ਇਹ ਦੁੱਖ ਸੁੱਖ ਜਿਹੜੇ ਨੇ ਨਾ, ਜੋ ਮਾਨੋ ਰੱਬ ਦੇ ਘਰ ਵਿੱਚ ਐਂਟਰੀ ਦੇ ਉੱਥੇ ਦਰਬਾਨ ਖਲੋਤੇ ਹੋਏ ਨੇ, ਦੁੱਖ ਸੁੱਖ ਦਰਬਾਨੀ, ਉਹ ਵੜਨ ਨਹੀਂ ਦਿੰਦੇ ਅੰਦਰ। ਤੇ ਉਹ ਕਹਿੰਦੇ ਉੱਥੇ ਸੋਗ ਵਿਜੋਗ ਨਾ ਵਿਆਪੇ, ਸਹਿਜੇ ਸਹਿਜ ਸਮਾਇਆ। ਉੱਥੇ ਸਹਿਜ ਵਿੱਚ ਹੀ ਇੰਟੂਟਿਵਲੀ ਬੰਦਾ ਜਿਹੜੀ ਜਿਸ ਇੱਕ ਚੌਥੇ ਪਦ ਵਿੱਚ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼, ਜਿਹੜਾ ਚੌਥਾ ਪਦ ਗੁਰੂ ਉਹਨੂੰ ਐਸ ਸਹਿਜ ਡਿਫਾਈਨ ਕਰਦੇ ਪਏ ਨੇ। ਤੇ ਫਿਰ ਸਹਿਜੇ ਹੀ ਬੰਦਾ ਜਿਸ ਨੂੰ ਗੁਰੂ ਨੇ ਡਿਫਾਈਨ ਕੀਤਾ ਹੋਇਆ ਚੌਥਾ ਪਦ ਸਹਿਜ, ਜਿੱਥੇ ਗੁਰਮਤਿ ਦੇ ਸਿਧਾਂਤ ਤੇਰੇ ਜੀਵਨ ਦਾ ਸਹਿਜ ਬਣ ਜਾਣ। ਸਿਮਰਨ ਕਰਕੇ ਗੁਰਮਤਿ ਦੇ ਸਿਧਾਂਤਾਂ ਤੇ ਟਿਕਿਆ ਰਹਿਣਾ ਬਹੁਤ ਚੰਗੀ ਗੱਲ ਹੈ, ਲੇਕਿਨ ਉਸ ਤੋਂ ਚੰਗੀ ਗੱਲ ਹੈ ਕਿ ਬਈ ਇਹ ਤੇਰੇ ਜੀਵਨ ਦਾ ਸਹਿਜ ਹੀ ਬਣ ਜਾਣ। ਫਿਰ ਕਹਿੰਦਾ ਉਹ ਸਹਿਜੇ ਹੀ ਉਸ ਸਹਿਜ ਵਾਲੀ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ। ਹਾਂਜੀ ਧੰਨਵਾਦ ਵੀਰ ਜੀ। ਆਪ ਜੀ ਬੜੀ ਗੁਰਬਾਣੀ ਦੇ ਆਧਾਰ ਐਗਜ਼ਾਮਪਲ ਦੇ ਕੇ ਬੜੀ ਖੂਬਸੂਰਤੀ ਨਾਲ ਆਪ ਜੀ ਇੱਕ ਅੱਖਰ ਪਿਰੋ ਕੇ ਸਮਝਾਉਂਦੇ ਹੋ। ਧੰਨਵਾਦ ਆਪ ਜੀ ਦਾ। ਜੀ ਭੂਆ ਜੀ। ਹਾਂਜੀ, ਕਰੇ ਅੰਦਰ ਕੋ ਕਰ ਪਾਏ। ਪਿਛਲੇ ਪਦ ਦੇ ਵਿੱਚ ਦੱਸ ਦਿੱਤਾ ਕਿ ਉਹ ਦਰਬਾਰ ਵਿੱਚ ਕਿਨ ਪਹੁੰਚਦਾ ਹੈ, ਨਿਜ ਘਰ। ਕਹਿੰਦੇ ਨੇ ਇਸ ਘਰ ਰੂਪੀ ਸਰੀਰ ਦੇ ਅੰਦਰ ਹੀ ਉਹ ਵਿਰਲਾ ਮਨ ਜਿਸ ਨੇ ਉਸ ਨਿਜ ਘਰ ਦੇ ਅੰਦਰ ਪਹੁੰਚ ਗਿਆ। ਕਿੰਜ ਪਹੁੰਚਿਆ? ਸ਼ਬਦ ਦੇ ਰਾਏ, ਉਸ ਦੇ ਗੁਣਾ ਦੇ ਰਾਏ। ਔਰ ਕੀ ਪ੍ਰਾਪਤ ਕੀਤਾ? ਇੱਕ ਐਸੀ ਅਵਸਥਾ ਜਿਸ ਨੂੰ ਕਹਿੰਦੇ ਅਡੋਲਤਾ, ਸਹਿਜ ਸੁਭਾਅ, ਅਡੋਲਤਾ ਦੀ ਅਵਸਥਾ ਪ੍ਰਾਪਤ ਕੀਤਾ ਹੈ। ਫਿਰ ਉਸ ਅਡੋਲਤਾ ਅਵਸਥਾ ਦਾ ਜਿਹੜਾ ਮਨ ਹੈ, ਉਹ ਜਿਹੜਾ ਮਨ ਹੈ ਉਸ ਦੇ ਉੱਪਰ ਨਾ ਕੋਈ ਸੋਗ, ਨਾ ਕੋਈ ਵਿਜੋਗ, ਨਾ ਕੋਈ ਗਮ, ਨਾ ਕੋਈ ਵਿਛੋੜਾ, ਨਾ ਕੋਈ ਐਨੀ ਵਾਈਸ, ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ, ਨਾ ਕੋਈ ਦੁੱਖ ਕੈਨ ਨਾਟ ਅਫਲਿਕਟ, ਚੋਟ ਨਹੀਂ ਦੇ ਸਕਦਾ ਉਸ ਵਿਰਲੇ ਮਨ ਨੂੰ ਜਿਸ ਨੇ ਉਸ ਨਿਜ ਘਰ ਵਿੱਚ ਜਾ ਕੇ ਅਡੋਲਤਾ ਦੀ ਇੱਕ ਅਵਸਥਾ ਪ੍ਰਾਪਤ ਕਰ ਲਿੱਤੀ ਹੈ। ਕਿਉਂਕਿ ਸਹਿਜੇ ਸਹਿਜ ਸਮਾਇਆ, ਕਿਉਂਕਿ ਉਸਨੇ ਆਪਣਾ ਪੂਰੀ ਸ੍ਰਿਸ਼ਟੀ, ਆਪਣੀਆਂ ਇੰਦਰੀਆਂ, ਆਪਣੇ ਅੰਗ, ਆਪਣਾ ਮਨ ਉਸ ਨਿਜ ਘਰ ਦੇ ਵਿੱਚ ਪੂਰੀ ਤਰ੍ਹਾਂ ਇਨਟਿਊਨਡ ਹੋ ਗਿਆ ਹੈ। ਹਾਂਜੀ ਜੀ ਭੂਆ ਜੀ, ਆਪ ਜੀ ਨੇ ਬਿਲਕੁਲ ਸਾਰ ਜਿਹੜਾ ਹੈ ਬਿਲਕੁਲ ਕੱਢ ਕੇ ਨਿਚੋੜ ਕੱਢ ਕੇ ਦੇ ਦਿੱਤਾ। ਉਹ ਵਿਰਲਾ ਮਨ
ਜਿਹੜਾ ਸ਼ਬਦ ਨਾਲ ਜੁੜ ਕੇ ਨਿਜ ਘਰ ਵਿੱਚ ਟਿਕ ਗਿਆ, ਉਸ ਦੇ ਉੱਤੇ ਵਿਕਾਰ ਰੱਤਾ ਮਾਤਰ ਵੀ ਪ੍ਰਭਾਵ ਨਹੀਂ ਪਾ ਸਕਦੇ। ਧੰਨਵਾਦ ਆਪ ਜੀ ਦਾ। ਸਾਡੇ ਨਾਲ ਤਜਿੰਦਰ ਸਿੰਘ ਜੀ ਆਸਟ੍ਰੇਲੀਆ ਤੋਂ ਜੁੜੇ ਹਨ, ਜੀ ਆਇਆਂ ਨੂੰ ਕਹਿੰਦਾ ਮੈਂ ਉਹਨਾਂ ਨੂੰ। ਤਜਿੰਦਰਪਾਲ ਵੀਰ ਜੀ, ਆਪ ਜੀ ਤਜਿੰਦਰ ਸਿੰਘ ਜੀ ਦਾ ਆਡੀਓ ਔਨ ਕਰਿਆ ਜੇ। एक सेकंड वीर जी, मैं कर रहा आप जी दा। ਵੀਰ ਜੀ ਨਹੀਂ ਹੈਗੇ ਨੇ। जुड़न वीर जी, आईपैड ਦੇ ਨਾਮ ਤੋਂ जुड़न, आईपैड सैट। ਕਰਤਾ ਵੀਰ ਜੀ, ਮੈਂ ਕਰ ਦੂਜੇ ਨਾਂ ਤੋਂ ਸੀਗੇ, ਇਸ ਕਰਕੇ ਨਹੀਂ ਲੱਭ ਪਾ ਰਿਹਾ ਸੀ। जी तजिंदर वीर जी, आप जी अपनी ऑडियो आप ऑन करिए जो। जी वीर जी। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਬਹੁਤ ਵਧੀਆ ਗੁਰਬਾਣੀ ਦੇ ਪ੍ਰਮਾਣਾਂ ਰਾਹੀਂ ਇਸ ਸ਼ਬਦ ਦੀ ਵਿਚਾਰ ਹੋ ਰਹੀ ਹੈ, ਮਨ ਬੜਾ ਪ੍ਰਸੰਨ ਹੋਇਆ ਹੈ। ਮੈਂ ਇੱਕੋ ਹੀ ਗੱਲ ਇੱਥੇ ਆਪਣੇ ਵੱਲੋਂ ਦੱਸਣ ਦੀ ਕੋਸ਼ਿਸ਼ ਕਰਾਂਗਾ। ਕਰੈ ਅੰਦਰ ਕੋ ਘਰ ਪਾਏ, ਗੁਰ ਕੈ ਸ਼ਬਦੇ ਸਹਿਜ ਸੁਭਾਏ। ਗੱਲ ਇੱਥੇ ਹੈ ਕਿ ਸਾਡੇ ਘਰ ਹੀ में अमृत भरपूर है, मनमुखी साध न पाए। जो कस्तूरी मरज ना जाने, ਭਰਮ ਦਾ ਭਰਮ ਭੁਲਾਇਆ। ਸਾਡੇ ਅੰਦਰ ਹੀ, ਮਨ ਦੇ ਅੰਦਰ ਸਭ ਕੁਛ ਹੈ। ਇਸ ਮਨ ਦੇ ਅੰਦਰ ਹੀ ਅੰਮ੍ਰਿਤ ਹੈ। ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕਰੋ ਲੋਭ ਮੋਹ ਅਹੰਕਾਰਾ। ਅੰਮ੍ਰਿਤ ਲੂਟੇ ਮਨ ਮੁਖ ਨਹੀਂ ਬੂਝੇ, ਕੋਈ ਨਾ ਸੁਣੇ ਪੁਕਾਰ। ਤੋ ਇਹ ਜੋ ਘਰ ਦੇ ਅੰਦਰ ਵਸਤ ਪਾਈ ਹੈ, ਇਸ ਨੂੰ ਪ੍ਰਾਪਤ ਅਸੀਂ ਕਿਉਂ ਨਹੀਂ ਕਰ ਪਾਉਂਦੇ, ਜਾਂ ਕੌਣ ਕਰ ਪਾਉਂਦੇ ਨੇ? ਔਰ ਜਿਹੜੇ ਕਰ ਪਾਉਂਦੇ ਨੇ ਉਹ ਗੁਰੂ ਕੇ ਸ਼ਬਦੇ ਸਹਿਜ ਸੁਭਾਏ, ਗੁਰੂ ਦੇ ਸ਼ਬਦ ਨਾਲ ਜੁੜ ਕਰਕੇ ਉਹ ਸਹਿਜ ਅਵਸਥਾ ਨੂੰ ਪ੍ਰਾਪਤ ਹੁੰਦੇ ਹਨ। ਤੇ ਫਿਰ ਉਹ ਸਹਿਜ ਵਿੱਚ ਉਸ ਆਤਮਕ ਟਿਕਾਣੇ ਦੇ ਅੰਦਰ ਟਿਕ ਕੇ ਉਸ ਅਕਾਲ ਪੁਰਖ ਦੇ ਨਾਲ ਇੱਕ ਮਿਲ ਹੋ ਜਾਂਦਾ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਨੰਦ ਸਾਹਿਬ ਦੇ ਅੰਦਰ ਸਾਨੂੰ ਇਹ ਸਮਝਾਇਆ ਕਿ ਸਾਡੇ ਮਨ ਦੇ ਉੱਪਰ ਜਿਹੜੀ ਮੈਲ ਲੱਗੀ ਹੋਈ ਹੈ, ਅਸੀਂ ਕੋਈ ਮਿਰਰ ਦੇਖਦੇ ਹਾਂ, ਸ਼ੀਸ਼ਾ ਦੇਖਦੇ ਹਾਂ, ਤੇ ਅਗਰ ਸਾਨੂੰ ਸ਼ਕਲ ਨਜ਼ਰ ਨਹੀਂ ਆਉਂਦੀ ਠੀਕ, ਤੇ ਉਹਦੇ ਦੋ ਕਾਰਨ ਹੋ ਸਕਦੇ ਨੇ। ਇੱਕ ਕਾਰਨ ਤਾਂ ਇਹ ਹੈ ਕਿ ਜੇ ਸਾਡੇ ਮੂੰਹ ਦੇ ਉੱਪਰ ਇੱਕ ਘਟਾ ਮਿੱਟੀ ਲੱਗਿਆ ਹੋਵੇ ਤੇ ਤਾਂ ਵੀ ਅਸੀਂ ਨਹੀਂ ਦੇਖ ਸਕਦੇ ਠੀਕ ਤਰ੍ਹਾਂ, ਸਾਡੀ ਸ਼ਕਲ ਨਜ਼ਰ ਨਹੀਂ ਆਏਗੀ। ਤੇ ਦੂਸਰਾ ਇਹ ਕਿ ਸ਼ੀਸ਼ੇ ਦੇ ਉੱਤੇ ਕੋਈ ਜਿਹੜੀ ਚੀਜ਼ ਮੈਲੀ ਲੱਗੀ ਹੋਵੇ ਜਾਂ ਸ਼ੀਸ਼ਾ ਗੰਦਾ ਹੋਵੇ ਤਾਂ ਵੀ ਨਜ਼ਰ ਆ ਸਕਦੀ ਹੈ। ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿ ਰਹੇ ਹਨ ਕਿ ਸਾਡੇ ਮਨ ਦੇ ਅੰਦਰ ਜਿਹੜੇ ਸ਼ੰਕੇ ਹਨ, ਜਿਹੜੇ ਸਾਡੇ ਮਨ ਦੇ ਅੰਦਰ ਡਾਊਟਸ ਹਨ, ਜਦ ਤੱਕ ਉਹਦੀ ਕਲੈਰਿਟੀ ਨਹੀਂ ਹੋਏਗੀ, ਉਦੋਂ ਤੱਕ ਸਾਡੇ ਮਨ ਦੇ ਅੰਦਰ ਜਿਹੜਾ ਹੈ ਸਹਿਜ ਪ੍ਰਾਪਤ ਨਹੀਂ ਹੋਏਗਾ। ਗੁਰੂ ਅਮਰਦਾਸ ਪਾਤਸ਼ਾਹ ਨੇ ਨਾਨਕ ਸਾਹਿਬ ਨੇ ਫਰਮਾਇਆ, ਸਹਿਸੇ ਜੀਓ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਅੱਗੋਂ ਹੁਕਮ ਕਰਦੇ ਹਨ, ਮਨ ਤੋਂ ਸ਼ਬਦ ਲਾਗੋ, ਹਾਸੋ ਰਹੋ ਚਿਤ ਲਾਏ। ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ, ਇਹ ਸਹਿਸਾ ਇਹ ਜਾਏ। ਉਹ ਜਿਹੜੇ ਮਨ ਦੇ ਵਿੱਚ ਸਹਿਸ ਹੈ, ਜਿਹੜੇ ਸ਼ੰਕੇ ਨੇ, ਜਿਹੜਾ ਡਰ ਭਰਮ ਵਹਿਮ ਹੈ, ਜਿਹੜੇ ਵਿਸ਼ੇ ਵਿਕਾਰਾਂ ਦੀ ਅੰਦਰ ਲਹਿਰਾਂ ਚੱਲ ਰਹੀਆਂ ਹਨ, ਲਹਿਰਾਂ ਉੱਠ ਰਹੀਆਂ ਹਨ। ਉਹ ਦੇਖੋ, ਪਾਣੀ ਦੇ ਅੰਦਰ ਅਸੀਂ ਅਗਰ ਪਾਣੀ ਸਟਿਲ ਹੈ ਤੇ ਅਸੀਂ ਆਪਣੀ ਸ਼ਕਲ ਦੇ ਅੰਦਰ ਦੇਖ ਸਕਦੇ ਹਾਂ। ਅਗਰ ਪਾਣੀ ਦੇ ਅੰਦਰ ਵਾਈਬ੍ਰੇਸ਼ਨ ਹਨ, ਕਿਸੇ ਚੀਜ਼ ਕਿਸੇ ਕਰਕੇ ਵੀ ਛੋਟਾ ਜਿਹਾ ਤਿਨਕਾ ਵੀ ਸੁੱਟ ਦਿਓ ਤੇ ਉਹਦੇ ਅੰਦਰ ਵਾਈਬ੍ਰੇਸ਼ਨ ਆ ਜਾਂਦੀ ਹੈ। ਤੇ ਜੇ ਥੋੜਾ ਜਿਹਾ ਵੀ ਡਾਊਟ ਸਾਡੇ ਮਨ ਦੇ ਅੰਦਰ ਜਦੋਂ ਆ ਜਾਂਦਾ ਹੈ, ਸਾਡੇ ਮਨ ਵਿੱਚ ਕਿਸੇ ਵੇਲੇ ਕਾਮ ਦੀ ਲਹਿਰ ਉੱਠ ਜਾਂਦੀ ਹੈ, ਕਦੀ ਲੋਭ ਦੀ, ਕਦੀ ਮੋਹ ਦੀ, ਕਦੀ ਹੰਕਾਰ ਦੀ। ਤੋ ਜਦੋਂ ਇਹ ਲਹਿਰਾਂ ਉੱਠਦੀਆਂ ਨੇ, ਲੋਭ ਲਹਿਰ ਅਤ ਨੀਜਰ ਬਾਜੇ, ਕਾਇਆ ਡੂਬੇ ਕੇਸਵਾ, ਤੋ ਉਹ ਫਿਰ ਸਾਨੂੰ, ਅਸੀਂ ਡੁੱਬਦੇ ਹਾਂ ਇਸ ਭਾਵ ਸਾਗਰ ਅੰਦਰ ਅਸੀਂ ਡੁੱਬਦੇ ਹਾਂ ਤੇ ਸਾਨੂੰ ਉਹ ਸਹਿਜ ਅਵਸਥਾ ਪ੍ਰਾਪਤ ਨਹੀਂ ਹੁੰਦੀ। ਭਗਤ ਜੀ ਨੇ ਫਰਮਾਇਆ, ਭਗਤ ਨਾਮਦੇਵ ਜੀ ਨੇ, ਪਾਣੀ ਨੇ ਦੇਖ ਮੁਕ ਜੈਸਾ, ਨਾਮਨੇ ਕਾ ਠਾकुर ਬੀਠਲ ਐਸਾ। ਤਾਂ ਫਿਰ ਘਰ ਅੰਦਰ ਕੋ ਘਰ ਪਾਏ, ਗੁਰ ਕੇ ਸ਼ਬਦੇ ਸਹਿਜ ਸੁਭਾਏ। तो इस घर हृदय अंदर, मन हृदय अंदर ही मन तू ज्योत स्वरूप है, अपना मूल पहचान, मन हर भी तेरे नाल है, गुर शब्दी रंग मान। तो गुरु के शब्द नाल जुड़ करके ही असी सहज अवस्था ਨੂੰ प्राप्त हो सकते हैं। सहज कथा प्रभ की अत मीठी, विरले काहू नेत्रों डीठी। ਕਿਸੇ ਕਿਸੇ ਨੂੰ ਇਸ ਦਾ ਅਨੁਭਵ ਹੁੰਦਾ ਹੈ
ਔਰ ਜਿਹੜਾ ਗੁਰੂ ਦੇ ਸ਼ਬਦ ਵਿੱਚ ਲੱਗ ਜਾਂਦਾ ਉਹ ਤੇ 100% ਉਸ ਦੀ ਅਵਸਥਾ ਜਿਹੜੀ ਹੈ ਉੱਚੀ ਹੁੰਦੀ ਹੈ। ਉਸ ਸਹਿਜ ਦੇ ਵਿੱਚ ਉਸ ਅਵਸਥਾ ਦੇ ਵਿੱਚ ਉੱਥੇ ਸੋਗ ਵਿਯੋਗ ਪੈਦਾ ਹੀ ਨਹੀਂ ਹੁੰਦੇ। ਜਿਸ ਵੇਲੇ ਉਹ ਸਹਿਜ ਦੇ ਘਰ ਵਿੱਚ ਚਲ ਜਾਂਦਾ ਹੈ, ਸਹਿਜ ਸਮਾਇਆ ਇਹਨੇ ਕੋ ਵਿਚਾਰਾ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ का खालसा, वाहिगुरू जी की फतेह। ਧੰਨਵਾਦ ਵੀਰ ਜੀ, ਆਪ ਜੀ ਨੇ ਬੜੇ ਸੋਹਣੇ ਬੜੀ ਖੂਬਸੂਰਤ ਤਰੀਕੇ ਦੀ ਨਾਲ ਆਪ ਜੀ ਨੇ ਸਮਝਾਣਾ ਕੀਤਾ। ਧੰਨਵਾਦ ਆਪ ਜੀ ਦਾ। कबीर तू तू करता तू हुआ, मुझ में रहा ना हूँ, जब आपा पर का मिट गया, जत देखो तत तू। जिधर देखदा हुण तू ही है। ਹੁਣ ਜਦੋਂ ਅੰਦਰੋਂ ਹੀ ਆਪਾ ਭਾਵ ਮਿਟ ਗਿਆ, ਅਬ ਮੇਰ ਤੇਰ ਮਿਟ ਗਈ ਹੈ, ਸਾਡੇ ਅੰਦਰ ਜਿਹੜੀ ਮੈਲ ਬੈਠੀ ਹੈ ਉਹ ਕਿਸੇ ਨੂੰ ਆਪਣਾ ਤੇ ਕਿਸੇ ਨੂੰ ਪਰਾਇਆ ਸਮਝ ਲੈਂਦੀ ਹੈ। ਪਰ ਹਰੇਕ ਦੇ ਜੀਵ ਵਿੱਚ ਵਸਦੇ ਉਸ ਪ੍ਰਮਾਤਮਾ ਨੂੰ ਅਸੀਂ ਦੇਖਣ ਤੋਂ ਵਾਂਝੇ ਰਹਿ ਜਾਂਦੇ ਹਾਂ, ਉਸ ਅੰਮ੍ਰਿਤ ਤੋਂ ਵਾਂਝੇ ਰਹਿ ਜਾਂਦੇ ਹਾਂ ਜੋ ਸੱਚ ਰੂਪ ਹੋ ਕੇ ਹਰ ਪਾਸੇ ਵਰਤ ਰਿਹਾ। ਅਸੀਂ ਬਾਹਰ ਆਪਣੀ ਮਹਿਲ ਦੀ ਵਜ੍ਹਾ ਕਰਕੇ ਮਹਿਲ ਹੀ ਦੇਖਦੇ ਰਹਿੰਦੇ ਹਾਂ। ਧੰਨਵਾਦ ਆਪ ਜੀ ਦਾ। ਇੱਕ ਸਵਾਲ ਵੀ ਆਇਆ, ਸੰਜੀਵ ਸਿੰਘ ਜੀ ਨੇ ਸਵਾਲ ਪਾਇਆ ਕਿ ਮਨ ਨੇ ਤਨ ਨੂੰ ਚਲਾਉਣਾ ਹੈ ਜਾਂ ਤਨ ਨੇ ਮਨ ਨੂੰ ਚਲਾਉਣਾ ਹੈ। ਵੀਰ ਜੀ, ਮਨ ਦੀ ਹੋਂਦ ਜਿਹੜੀ ਹੈ ਨਾ ਉਹ ਤਨ ਦੇ ਆਉਣ ਦੇ ਬਾਅਦ ਹੀ ਆਉਂਦੀ ਹੈ, ਤਨ ਦੇ ਬਿਨਾਂ ਮਨ ਦੀ ਹੋਂਦ ਹੀ ਨਹੀਂ ਹੈ। ਅਸੀਂ ਅਗਰ ਮਨ ਸਮਝਣਾ ਕਰੀਏ ਕਿ ਮਨ ਕੀ ਹੈ, ਤੇ ਮਨ ਵਿਚਾਰ ਮੰਡਲ ਹਨ, ਵਿਚਾਰਾਂ ਦਾ ਸੰਗ੍ਰਹਿ ਹੈ ਮਨ। ਅਗਰ ਅਸੀਂ ਤਨ ਦੇ ਨਾਲ ਰਿਲੇਟ ਕਰੀਏ ਤੇ ਮਨ ਡਾਇਰੈਕਟ ਤਨ ਨੂੰ ਚਲਾਉਂਦਾ ਵੀ ਨਹੀਂ। ਵਿਚਾਰ ਜਿਹੜੇ ਹਨ ਉਹ ਵਿਚਾਰਾਂ ਮੁਤਾਬਿਕ ਬੁੱਧ ਪ੍ਰਭਾਵਿਤ ਹੁੰਦੀ ਹੈ, ਤੇ ਬੁੱਧ ਜਿਹੜੀ ਹੈ ਕਦੀ ਚੰਗੇ ਵਿਚਾਰ ਤੇ ਕਦੀ ਭੈੜੇ ਵਿਚਾਰ ਲੈ ਕੇ ਇਹ ਤਨ ਨੂੰ ਚਲਾਉਂਦੀ ਹੈ। ਮਨ ਕੇਵਲ ਵਿਚਾਰਾਂ ਦਾ ਸਮੂਹ ਹੈ। ਇਸ ਭੇਦ ਨੂੰ ਸਮਝਣ ਦੀ ਲੋੜ ਹੈਗੀ ਹੈ, ਬਹੁਤ ਬਰੀਕ ਭੇਦ ਹੈ, ਉਸਨੂੰ ਤਨ ਤੋਂ ਬਿਨਾਂ ਮਨ ਦੀ ਹੋਂਦ ਵੀ ਨਹੀਂ ਹੈ। ਇਹ ਤਨ ਤੇ ਮਨ ਦਾ ਸੁਮੇਲ ਹੈ। ਜਿੱਥੇ ਗੁਰੂ ਸਾਹਿਬ ਮਨ ਦਾ ਜ਼ਿਕਰ ਕਰਦੇ ਹਨ ਉੱਥੇ ਤਨ ਦਾ ਵੀ ਜ਼ਿਕਰ ਕਰਦੇ ਹਨ, ਦੋਨੋਂ ਨੂੰ ਨਾਲ ਲੈ ਕੇ ਤੋਰਦੇ ਹਨ। ਕਿਉਂਕਿ ਅੱਖਾਂ ਬਾਹਰੋਂ ਤੱਕਦੀਆਂ ਹਨ, ਬਾਹਰ ਤੱਕ ਕੇ ਬਾਹਰੋਂ ਚੰਗਾ ਜਾਂ ਭੈੜਾ ਚੀਜ਼, ਬਾਹਰ ਚੰਗਾ ਜਾਂ ਭੈੜਾ ਗਿਆਨ ਅੰਦਰ ਜਾ ਕੇ ਵਸਦਾ ਹੈ। ਕੰਨ ਸੁਣਦੇ ਹਨ ਤਾਂ ਅੰਦਰ ਜਾ ਕੇ ਚੰਗਾ ਜਾਂ ਭੈੜਾ ਗਿਆਨ ਜਿਹੜਾ ਹੈ ਉਹ ਅੰਦਰ ਜਾ ਕੇ ਵਸਦਾ ਹੈ। ਜੇ ਤਜਿੰਦਰ ਸਿੰਘ ਵੀਰ ਜੀ, ਆਪ ਜੀ ਤਨ ਤੇ ਮਨ ਦੇ ਬਾਰੇ ਥੋੜਾ ਜਿਹਾ ਬਿਲਕੁਲ ਸ਼ਾਰਟ ਹੀ ਅਗਰ ਆਪ ਜੀ ਵਿਚਾਰ ਨਾਲ ਸਾਂਝ ਪਾਣਾ ਚਾਹੋ ਤੇ ਪਲੀਜ਼ ਦੱਸਿਆ ਜੀ। ਆਪ ਜੀ ਨੇ ਬਿਲਕੁਲ ਵੀਰ ਜੀ ਠੀਕ ਕਿਹਾ ਹੈ ਕਿ ਮਨ ਦੀ ਜਿਹੜੀ ਹੋਂਦ ਹੈ ਉਹ ਬਾਅਦ ਵਿੱਚ ਪੈਦਾ ਹੁੰਦੀ ਹੈ। ਜਿਵੇਂ ਅਸੀਂ ਛੋਟਾ ਬੱਚਾ ਦੇਖਦੇ ਹਾਂ ਕਿ ਛੋਟਾ ਬੱਚਾ ਪਾਲਣੇ ਵਿੱਚ ਪਿਆ ਹੋਇਆ, ਇਨਵੋਲੰਟਰੀ ਮੂਵਮੈਂਟਸ ਉਹਦੀਆਂ ਆਉਂਦੀਆਂ, ਕਦੀ ਹੱਥ ਉੱਧਰ ਮਾਰਦਾ, ਕਦੀ ਕਿੱਧਰ ਮਾਰਦਾ, ਕਦੀ ਕੁਛ ਕਰਦਾ ਹੈ। ਲੇਕਿਨ ਜਦੋਂ ਉਹਦੇ ਪੇਰੈਂਟਸ ਜਾਂ ਉਹਦੇ ਗਾਰਡੀਅਨ ਜਿਹੜੇ ਹਨ ਹੌਲੀ ਹੌਲੀ ਉਸ ਨੂੰ ਗੱਲਾਂ ਸਮਝਾਉਂਦੇ ਹਨ, ਉਹ ਉਸ ਗੱਲ ਉਸ ਮਨ ਦੇ ਵਿੱਚ ਸਮਝ ਆਉਂਦੀ ਹੈ ਤੇ ਉਹਦੇ ਮਨ ਦੀ ਡਿਵੈਲਪਮੈਂਟ ਉੱਥੋਂ ਸ਼ੁਰੂ ਹੁੰਦੀ ਹੈ। ਉਸ ਤੋਂ ਬਾਅਦ ਜਦੋਂ ਖੜਾ ਹੁੰਦਾ ਫਿਰ ਉਹਨੂੰ ਚੱਲਣਾ ਸ਼ੁਰੂ ਹੋ ਜਾਂਦਾ ਹੈ, ਫਿਰ ਗੱਲਾਂ ਕਰਨੀਆਂ ਸ਼ੁਰੂ ਕਰਦਾ ਹੈ, ਫਿਰ ਉਹ ਆਇਡੈਂਟੀਫਾਈ ਕਰਦਾ ਹੈ ਇਹ ਮੇਰੀ ਮਾਂ ਹੈ, ਮੇਰਾ ਪਿਓ, ਇਹ ਸਾਰੇ ਚੀਜ਼ ਹੈ। ਉੱਥੋਂ ਹੀ ਸਾਰੀ ਚੀਜ਼ ਸਮਝ ਆਉਂਦੀ ਹੈ। तो इस तरह ही मनन की साधना यही है कि समझाना है कि तेरा की लिंक है, मत जोत स्वरूप है, कि अपने जोत स्वरूप में तू पछाणना है, और तेरे अंदर ही जड़ा है वो कारी में अमृत भरपूर है, उस अमृत नाल तू जोड़ना है। जो मन जड़ा है वो मतलब कि साधया जाएगा तो फिर उस वेले बुद्ध जड़ी है वो बदल जाती है, तो उस तरह फिर साडा तन भी जड़ा है अकॉर्डिंगली उस हिसाब नाल ही चलता है, इस तरीके नाल साडा मन कहंदा है। तो जे मन जड़ा है, मन खुद हर तेरा नहीं विश्वास तू महा उदमादा, खर का पैखर तो छूटे जो ऊपर लादा। फिर ये उत्ते गुरु शब्द का भार पाना पएगा इस मन के उत्ते, तो फिर मन जड़ा है खोते भी न्याय जड़ा है वो गलतियां नहीं मारेगा, फिर वो सहजे चलेगा। सहजे जिन पर ज्ञान पछाने नानक नाम मिले मन मानिया। ये मन माने की सारी गल है। कहो कबीर मन मानिया तो हर जाने ਤਾਂ ਹਰੀ ਦੀ ਪ੍ਰਾਪਤੀ ਹੋ ਸਕਦੀ ਹੈ। ਤਨ ਤੇ ਇੱਕ ਵਹੀਕਲ ਹੈ, ਜਿਵੇਂ ਸਕੂਟਰ ਦੇ ਉੱਤੇ ਬੰਦਾ ਬੈਠਾ ਹੈ ਤੇ ਉਹਨੂੰ ਸੋਝੀ ਨਹੀਂ ਹੈ ਤੇ ਉਹ ਸਕੂਟਰ ਨੂੰ ਚਲਾ ਨਹੀਂ ਸਕਦਾ, ਤੇ ਉਹ ਡਿੱਗੇਗਾ, ਕਾਰ ਵੀ ਨਹੀਂ ਚਲਾ ਸਕਦਾ, ਕੁਛ ਵੀ ਚੀਜ਼ ਨਹੀਂ ਚਲਾ ਸਕਦਾ, ਆਪ ਤੁਰ ਵੀ ਨਹੀਂ ਸਕਦਾ ਪ੍ਰੋਪਰਲੀ। ਇਸ ਕਰਕੇ ਜੇ ਮਨ ਸਾਧਿਆ ਹੋਇਆ, ਮਨ ਨੂੰ ਡਰਾਈਵਿੰਗ ਸੈਂਸ ਹੈ, ਮਨ ਵੀ ਮੈਂ ਕਿੱਧਰ ਜਾ ਰਿਹਾ, ਮੈਂ ਕੀ ਕਰਨਾ ਹੈ, ਮੇਰਾ ਇਸ ਮਨੁੱਖਾ ਜਨਮ 'ਚ ਆਉਣ ਦਾ ਪ੍ਰਯੋਜਨ ਕੀ ਹੈ। ਭਾਈ ਪ੍ਰਾਪਤ ਮਾਨੁਖ ਦੇ ਹੁਰੀ ਹੈ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, अवर काज तेरे कितना ना काम मिल साथ संगत पाती करना। फिर ये तन जड़ा
अवर काज वाले पासे नहीं चलेगा, वो फिर गुरु दे दसे मार्ग के ऊपर चलेगा। और जो गुरु दसे वाग मुरीदां जोड़े, फिर मुरीद उस रास्ते से चलता है और चलद्या चलद्या वो सहज जी अवस्था जी असीं हुणे गल कीती है, उस मन दे विच कोई उतरा चढ़ा जिहड़े वाइब्रेशनस पैदा नहीं होंदियां। जो वाइब्रेशन नहीं पैदा होंदियां तो फिर वो निज कर मैल पावे सुख सहज बहुर ना होएगो तेरा। फिर ये मन जरा है उस तन नूं ठीक तरीके नाल चला सकदा, तन मन नूं नहीं चला सकदा। तन ते मूर्खां दे जिहड़े मूर्ख वाला जिस तरह का मूर्ख मन होएगा उस पासे जाएगा। जे जवारी मन होएगा तो जवार खाने जवारी जिहड़ा है अड्डे ते जाएगा। तो जे मन गुरमुख हो गया तो फिर वो गुरुद्वारे जाएगा, तो गुरु के लड़ लगेगा, तो तन उस पासे वाली जाएगा जिस पासे वाल मन उसनूं डायरैक्ट करेगा। असीं अपने घर बैठे होंदे आ ते ध्यान रखो तन साडा अपने पलंग ते हुंदा है, सोफे ते बैठा हुंदा है, लेकिन मन जिहड़ा है वो उद्यम विच हुंदा है कि अब गुरुद्वारे जाना। देखो मन साडा पहले गुरुद्वारे पहुंच जाता है, तन साडा बाद विच पहुंचता है। तो ड्राइविंग फोर्स जिहड़ी है वो मन है, तन नहीं है। थैंक यू विजय, धन्यवाद। आप जी ने बड़े सोहने तरीके नाल डिटेल विच एक्सप्लेन किया है। भूआ जी आप जी भी विचार रखिया जे मन ते तन नूं रिलेट करके। देखो कहा जाता है कि जदों शरीर बनया है से शरीर जदों बनता है तो कहते हैं कि शरीर ही हौमे है, शरीर ही हौमे है। इसका मतलब कि शरीर दा पैदा होंदियां सारी डुअलिटी शुरू हो गई। कुछ समय तक बच्चा जिहड़ा है इस डुअलिटी दे विच नहीं पैंदा क्योंकि उसनूं समझ नहीं है। पर जिन जिन बच्चा थोड़ा थोड़ा जा अलर्टनेस विच आंदा है, समझ पांदा है, वो जरा मन है वो वड्डा होना शुरू हो जाने। इट स्टार्ट्स क्रिएटिंग अ मन ते है बट उसनूं हली समझ नहीं है। पर जिन जिन वो वड्डा होंदा है तो जिन जिन उसनूं इन्फॉर्मेशनस मिलदियां फिर वो मन अपने तरीके नाल अपने शरीर नूं चलांदा है। पर इसे किथे किसी ने पूछा है कि व्हाट इज द ड्राइविंग फोर्स बिहाइंड इट। फिर बाणी कहती है कि सब कुछ करने वाला तो वही है, एवरीथिंग इज डन बाय द वननेस। फिर असी इस विच किंज कवांगे क्योंकि मन कदी शरारती है ते मन कदी गुणा पासे हैगा। मन जदों शरारती है ते अगर मन नूं जिहड़ा हैगा अपने शरीर नूं गलत पासे लगांदा है, जदों मन गुरु दे गल्लां ते मनदा है ते फिर वो अच्छे पासे भी लगांदा है। करता ते मन है but there is different driving force पिछे एक होर भी है जिसनों ਅਸੀਂ ਕਹਿੰਦੇ ਹਾਂ ਕਿ ਕਰਨ ਕਰਾਵਨ ਹਾਸਨ। सब कुछ ਕਰਨ वाला वही है। ਇਹ ਜਿਹੜਾ ਸਿਸਟਮ ਹੈਗਾ ਕਿ ਮਨ ਅੱਛੇ ਵੀ ਕਰਾਂਦਾ ਹੈ ਤੇ ਬੁਰੇ ਵੀ ਕਰਾਂਦਾ ਹੈ, ਇਹ ਵੀ ਉਸਦੇ ਹੁਕਮ ਵਿੱਚ ਹੀ ਹੈ। ਹੁਕਮ ਦਾ ਅਰਥ ਹੈ the concepts, the law unto itself. The law unto itself is the hukam. Hukam is oneness. Oneness is नाम, एको कहते ना एको नाम हुक्म है। अगर हुक्म the law unto itself, the concept equals to oneness, ते बॉडी किस कंसेप्ट ऊपर चल रही है, किस हुक्म के ऊपर चल रही है, किस लॉ के ऊपर चल रही है कि भाई अगर मन ने अच्छा सोचा तो अच्छा शरीर करेगा, मन ने गलत सोचा तो मन शरीर को भी गलत काम कराएगा। This comes under the concept of the law unto itself. Law unto itself equals to hukam, and hukam equals to naam. Naam equals to oneness. That means चलान वाला तो वही है, ये है तो under the system। ਅਸੀਂ ਕਹਿੰਦੇ ਜ਼ਰੂਰ ਹਾਂ ਕਿ ਮੈਂ ਨੇ ਕੀਤਾ ਅੱਛਾ, ਮੈਂ ਅੱਛਾ ਕੀਤਾ, ਮੈਂ ਬੁਰਾ ਕੀਤਾ, ਮਨ ਨੇ ਕਿ but the driving force at the back is the hukam. The driving force at the back is the oneness. According to me, what I think, जिस वजह से टोटली उसके ऊपर कर देने कि करन वाला वही है। फिर बच्चे सवाल कर दें कि अगर वो करन वाला है तो फिर गलत काम क्यों कर रहा है। पर उधर सिस्टम विच है, उधर लॉ विच है कि अगर दिस कॉन्शियसनेस हैज समथिंग नेगेटिव तो वो ड्राइव की करेगा, वो गलत काम करेगा। मन तू हुन अच्छे काम सोच ना कर, तू गलत सोच ना कर, अच्छे सोच कर। अच्छे सोच करेगा तो तेरा शरीर भी अच्छे काम करेगा। ਇਹ ਵੀ ਉਸਦੇ ਸਿਸਟਮ ਦੇ ਅੰਦਰ ਹੈ, ਇਹ ਵੀ ਉਸਦੇ ਲਾਅ ਦੇ ਅੰਦਰ ਹੈ, ਇਹ ਵੀ ਉਸਦੇ ਹੁਕਮ ਦੇ ਅੰਦਰ ਹੈ, ਇਹ ਹੀ ਉਸਦੇ ਨਾਮ ਦੇ ਅੰਦਰ ਹੈ, ਇਹ ਹੀ ਉਸਦੇ oneness ਦੇ ਅੰਦਰ ਹੈ। That is why the driving force at the back is the oneness. That is what I think. That's what how I'm doing. Maybe I'm wrong.
नहीं आप जी बिल्कुल ठीक समझा रहे हो, सब कुछ ਉਹਦੇ ਹੁਕਮ ਮੁਤਾਬਿਕ ਹੀ ਚੱਲ ਰਿਹਾ ਹੈ। ਅਸੀਂ ਜਿਹੋ ਜਿਹਾ ਗਿਆਨ ਹਾਸਿਲ ਕਰੀ ਜਾਂਦੇ ਹਾਂ ਉਹੋ ਜਿਹਾ ਮਨ ਬਣਦਾ ਰਹਿੰਦਾ ਹੈ, ਉਸੇ ਮੁਤਾਬਿਕ ਸਾਡਾ ਤਨ ਜਿਹੜਾ ਹੈ ਚੱਲਦਾ ਰਹਿੰਦਾ ਹੈ, ਕਾਰ ਵਿਹਾਰ ਕਰਦਾ ਰਹਿੰਦਾ ਹੈ। ਧੰਨਵਾਦ ਭੂਆ ਜੀ। ਹਰਵਿੰਦਰ ਵੀਰ ਜੀ ਆਪ ਜੀ ਵੀ 2 ਮਿੰਟ ਇਹਦੇ ਉੱਤੇ ਵਿਚਾਰ ਦੇ ਕੇ ਫਿਰ ਅੱਜ 2 ਸ਼ਬਦਾਂ ਦਾ ਪਾਠ ਹੋਇਆ ਤੇ ਆਪ ਜੀ ਗਾਇਨ ਵੀ ਕਰਿਆ ਜੇ ਪਲੀਜ਼। ਆਪ ਜੀ ਨੂੰ ਹਰਵਿੰਦਰ ਸਿੰਘ ਵੀਰ ਜੀ। ਆਈ ਥਿੰਕ ਜਿਸ ਦਾ ਇੱਕ CPU ਹੁੰਦਾ ਹੈ, ਸੈਂਟਰਲ ਪ੍ਰੋਸੈਸਿੰਗ ਯੂਨਿਟ, ਜਿਹਨੂੰ ਅਸੀਂ ਮੇਨ ਕੰਪਿਊਟਰ ਕਹਿੰਦੇ ਆ, ਉਹਨੂੰ ਇਨਪੁਟ ਦੇ ਡਿਵਾਈਸਿਸ ਹੁੰਦੇ ਨੇ, ਮਾਊਸ ਕਹਿ ਲਓ, ਕੀਬੋਰਡ ਕਹਿ ਲਓ, ਫਿਰ ਉਹਦੇ ਆਊਟਪੁੱਟ ਦੇ ਵੀ ਡਿਵਾਈਸਿਸ ਹੁੰਦੇ ਨੇ ਜਿਹਨੂੰ ਅਸੀਂ ਸਕਰੀਨ ਕਹਿੰਦੇ ਆ। ਜੇ ਮਨ ਨੂੰ ਇਨਪੁਟ ਦੇਣੀ ਹੈ, ਜੇ ਅਸੀਂ ਉਹ ਕਹਿੰਦੇ ਗੁਰ ਕੇ ਸ਼ਬਦ ਬਣਾਓ ਇਹ ਮਨ, ਜੇ ਅਸੀਂ ਮਨ ਤੱਕ ਕੋਈ ਸੂਚਨਾ ਪਹੁੰਚਾਣੀ ਹੈ ਗੁਰੂ ਦੀ, ਅੱਖਾਂ ਦੇ ਰਾਹੀਂ ਸ਼ਬਦ ਪੜਾਂਗੇ, ਕੰਨਾਂ ਦੇ ਰਾਹੀਂ ਸ਼ਬਦ ਸੁਣਾਂਗੇ, ਤਾਂ ਉਹ ਮਨ ਤੱਕ ਜਾਏਗੀ। ਸੋ ਬੰਦਾ ਕਹੇਗਾ ਕਿ ਕੇਵਲ ਮਨ ਦੀ ਗੱਲ ਹੈ ਨਾ, ਮਨ ਨੂੰ ਵੀ ਉਹ ਕਹਿੰਦੇ ਤਨ ਮੇ ਮਨੁਆ ਮਨ ਮੇ ਸਾਚਾ, ਉਹ ਮਨ ਕਿੱਥੇ ਟਿਕਿਆ ਹੋਇਆ, ਉਹ ਤੇ ਤਨ ਵਿੱਚ ਹੈ। ਉਹਨੂੰ ਇਨਪੁਟ ਡਿਵਾਈਸ, ਜੇ ਅਸੀਂ ਕਹਿ ਲਈਏ ਅਸੀਂ ਬੜਾ ਵਧੀਆ CPU ਸਾਡੇ ਕੋਲ ਪਿਆ ਹੋਇਆ, ਜੇ ਅਸੀਂ ਕੀਬੋਰਡ ਹੋਰ ਮਾਊਸ ਦੋਨੋਂ ਦੇ ਅਸੀਂ ਜੇ ਯੂਜ਼ ਨਹੀਂ ਕਰਦੇ ਤਾਂ ਇਨਪੁਟ ਕਿੱਥੋਂ ਦੀ ਪਾਓਗੇ, ਇਨਪੁਟ ਪਾ ਨਹੀਂ ਸਕੋਗੇ। ਵਿਸ਼ਕਾਰ ਵੀ ਨਾ ਇੱਕ ਸ਼ਾਇਦ ਜਸਪਾਲ ਵੀ ਦਾ ਸਵਾਲ ਸੀ ਕਿ ਕਈ ਵਾਰ ਬੰਦੇ ਜਿਹੜੇ ਨੇ ਨਾ ਉਹ ਕੋਈ ਚੀਜ਼ ਯਾਦ ਕਰਨੀ ਹੋਵੇ ਨਾ ਤੇ ਅੱਖਾਂ ਬੰਦ ਕਰ ਲੈਂਦੇ ਨੇ। ਮੇਰੀ ਵਿਸ਼ਕਾਰ ਵੀ ਜਸਪਾਲ ਜੀ ਨਾਲ ਵੀ ਗੱਲ ਜਲਦੀ ਵੀ ਆਪਣਾ ਇਕਬਾਲ ਜੀ ਨਾਲ ਵੀ, ਤੇ ਨਾ ਇੱਕ ਵੱਖ-ਵੱਖ ਫੰਕਸ਼ਨਸ ਨੇ। ਜਦੋਂ ਕੁਝ ਜੇ ਅਸੀਂ ਗੁਰਦੁਆਰੇ ਬੈਠੇ ਹੋਏ ਹਾਂ, ਮੰਨ ਲਓ ਸਾਡੇ ਕੋਲ ਸਾਹਮਣੇ ਸਕਰੀਨ ਵੀ ਨਹੀਂ ਹੈ, ਫੋਨ ਵੀ ਨਹੀਂ ਹੈ, ਜੇ ਸਾਡੇ ਕੋਲ ਅੱਖਾਂ ਦੇ ਰਾਹੀਂ ਸ਼ਬਦ ਦੇਖਣ ਦਾ ਕੋਈ ਸਾਧਨ ਨਹੀਂ ਹੈ, ਉਸ ਟਾਈਮ ਤੇ ਅਸੀਂ ਨਾਰਮਲੀ ਕੀ ਕਰਾਂਗੇ, ਅਸੀਂ ਅੱਖਾਂ ਬੰਦ ਕਰ ਦੇਵਾਂਗੇ, ਇਹ ਵਾਲਾ ਇਨਪੁਟ ਡਿਵਾਈਸ ਬੰਦ ਕਰ ਦਿੱਤਾ, ਕੰਨਾਂ ਵਾਲੇ ਇਨਪੁਟ ਡਿਵਾਈਸ ਨੂੰ ਹੋਰ ਸਟਰੋਂਗ ਬਣਾ ਲਿੱਤਾ ਤਾਂ ਕਿ ਬਾਣੀ ਕੰਨਾਂ ਦੇ ਰਾਹੀਂ, ਕਿਉਂਕਿ ਕੋਈ ਸਾਧਨ ਨਹੀਂ ਹੈ। ਅੱਛਾ, ਜੇ ਸਾਧਨ ਮਿਲ ਜਾਵੇ, ਜੇ ਸਾਡੇ ਕੋਲ ਹੱਥ ਵਿੱਚ ਫੋਨ ਹੋਵੇ ਜਾਂ ਸਾਹਮਣੇ ਸਕਰੀਨ ਲੱਗਿਆ ਹੋਵੇ, ਫਿਰ ਕੀ ਕਰਨਾ ਚਾਹੀਦਾ ਹੈ, ਸਿਚੁਏਸ਼ਨ ਬਦਲੀ ਹੋ ਗਈ, ਫਿਰ ਕੰਨਾਂ ਦੇ ਰਾਹੀਂ ਸ਼ਬਦ ਨੂੰ ਸੁਣ, ਅੱਖਾਂ ਦੇ ਰਾਹੀਂ ਸ਼ਬਦ ਨੂੰ ਦੇਖ ਵੀ। ਮੈਂ ਲਾਸਟ ਟਾਈਮ ਵੀ ਕੋਈ ਸ਼ਬਦ ਐਗਜ਼ਾਮਪਲ ਦੇ ਕੇ, ਅੰਮ੍ਰਿਤ ਬਾਣੀ ਮਨ ਵਸਾਵੇ, ਅੰਮ੍ਰਿਤ ਪਾਵਣੇ ਆ, ਇਹ ਇੱਕ ਪੰਕਤੀ ਵਿੱਚ ਅੰਮ੍ਰਿਤ ਵਰਡ 3 ਵਾਰ ਆ ਰਿਹਾ ਹੈ, ਜਿਹਦਾ ਉਚਾਰਨ ਵੀ ਅੰਮ੍ਰਿਤ ਹੀ ਹੋ ਰਿਹਾ ਹੈ। ਇੱਕ ਵਾਰ ਅੰਮ੍ਰਿਤ ਜਿਹੜਾ ਹੈ ਉਹ ਤੱਤੇ ਨੂੰ ਸਿਹਾਰੀ ਹੈ, ਇੱਕ ਵਾਰ ਤੱਤਾ ਮੁਕਤਾ ਹੈ, ਇੱਕ ਵਾਰ ਤਤੁਕੜ ਹੈ। ਜੇ ਸਾਡੀਆਂ ਅੱਖਾਂ ਬੰਦ ਨੇ ਤਾਂ ਵੀ ਸਾਡੀ ਇਨਪੁਟ ਇਨਕੰਪਲੀਟ ਹੈ। ਹੁਣ ਜਿਹੜੇ ਅੱਖਾਂ ਨੇ, ਕੰਨ ਨੇ, ਇਹ ਤੇ ਸਰੀਰ ਦਾ ਹਿੱਸਾ ਨੇ, ਇਹ ਤੇ ਹਿੱਸਾ ਨੇ। ਜੇ ਗੁਰੂ ਦੇ ਸਾਨੂੰ ਕੋਈ ਮੈਸੇਜ, ਜਿਹੜਾ ਗੁਰੂ ਸਾਹਿਬ ਨੇ ਉੱਥੇ 3 ਵੱਖ ਸਰੂਪ ਰੱਖੇ, ਉਹਨਾਂ 3 ਦਾ ਵੱਖ-ਵੱਖ ਮੈਸੇਜ ਸੀ ਕੋਈ ਨਾ ਕੋਈ, ਤੇ ਉਸ ਟਾਈਮ ਦੇ ਬੈਟਰ ਇਸ ਕਿ ਅਸੀਂ ਹਾਂ ਹੁਣ ਜਦੋਂ ਫਿਰ ਇੱਕ ਲੋੜ ਪੈ ਗਈ, ਮੈਂ ਕਿਸੇ ਨਾਲ ਗੱਲ ਪਿਆ ਕਰਨਾ, ਮੈਨੂੰ ਕੋਈ ਚੀਜ਼ ਸੁਣਨੀ ਹੈ, ਮੈਨੂੰ ਕੋਈ ਚੀਜ਼ ਥੋੜੀ ਖਿਆਲ ਆ ਰਹੀ ਹੈ ਤੇ ਮੈਂ ਉਹਨੂੰ ਰਿਟਰੀਵ ਕਰਨਾ ਚਾਹਨਾ ਵਾਂ, ਫਿਰ ਮੈਂ ਕੀ ਕਰਨਾ ਵਾ, ਫਿਰ ਮੇਰੇ ਆਊਟਪੁੱਟ ਵਾਲੇ ਸੋਰਸਿਸ ਹਨ, ਮੈਂ ਇਨਪੁਟ ਵਾਲੇ ਸੋਰਸ ਨੂੰ ਬੰਦ ਕਰ ਦੇਣਾ। ਕਿਉਂ? ਬਿਕੋਜ਼ ਆਈ ਵਾਂਟ ਟੂ ਟੱਚ ਮਾਈ ਇਨਰ ਫੈਕਲਟੀ। ਹੁਣ ਉਹ ਅੱਖਾਂ ਜੋ ਕਦੀ ਮੇਰੇ ਵਾਸਤੇ ਇਨਪੁਟ ਦਾ ਸਾਧਨ ਬੰਦੀਆਂ ਪਈਆਂ ਸਨ, ਮੇਰੇ ਵਾਸਤੇ ਡਿਸਟਰਬੈਂਸ ਦਾ ਸਾਧਨ ਬਣ ਸਕਦੀਆਂ ਨੇ। ਕਿਉਂ? ਕਿਉਂਕਿ ਅੱਖਾਂ ਦਾ ਰਾਹ ਅੰਦਰ ਫੀਲ ਹੋਇਆ ਸੀ, ਹੁਣ ਮੈਂ ਅੰਦਰ ਫੀਲ ਹੋ ਚੁੱਕਾ ਹੈ ਨਾ, ਉਹਨੂੰ ਜਦੋਂ ਬਾਹਰ ਪ੍ਰਗਟ ਕਰਨਾ ਚਾਹਨਾ ਵਾ, ਇਹ ਕੰਨ ਹੋਰ ਮੈਂ ਚਾਹਨਾ ਵਾ ਕਿ ਮੈਂ ਆਪਣੇ ਕੰਨ ਵੀ ਬੰਦ ਕਰ ਲਵਾਂ, ਅੱਖਾਂ ਵੀ ਬੰਦ ਕਰ ਲਵਾਂ, ਸੋ ਦੈਟ ਆਈ ਕੈਨ ਟੱਚ ਦੈਟ ਫੈਕਲਟੀ। ਉਹ ਫਿਰ ਅਸੀਂ ਅੰਦਰੋਂ ਦੀ ਉਹਨੂੰ ਜਿਹੜਾ ਨਾ ਉਹਨੂੰ ਫਿਰ ਤੋਂ ਉਹਨੂੰ ਰੀਕਨੈਕਟ ਕਰਨੇ ਆ। ਉਹ ਗੱਲ ਫਿਰ ਅਸੀਂ ਉਹ ਜੋ ਚੀਜ਼ ਅੰਦਰ ਪਾਈ ਸੀ, ਜੋ ਫੈਕਲਟੀ ਅੰਦਰ ਅਸੀਂ ਕ੍ਰੀਏਟ ਕੀਤੀ ਸੀ ਅਸੀਂ ਆਪ, ਉਹ ਮਨ ਦੇ ਅੰਦਰ ਗੁਰੂ ਦਾ ਸ਼ਬਦ ਟਿਕਾਇਆ ਸੀ, ਫਿਰ ਅਸੀਂ ਅੱਖਾਂ ਨੂੰ ਬੰਦ ਕਰਕੇ ਉਹਨੂੰ ਫਿਰ ਤੋਂ ਟੱਚ ਕਰਨੇ ਆ ਤਾਂ ਕਿ ਸਾਡੇ ਫਿਰ ਉਹ ਸਾਡੇ ਜ਼ਿਹਨ ਵਿੱਚ ਜਿਹੜਾ ਨਾ ਉਹ ਆ ਸਕੇ। So it has to be both, क्योंकि तन में मनु है, मन ड्राइविंग फोर्स है, इस गल अंदर कोई शक नहीं। मन जिथे जाता है ना, मन पुंचर पीलक गुरु ज्ञान कुंडा जै खींचे तै जाए, और मन नू ज्ञान तो बिना समझाया नहीं जा सकता। मन जड़ा है ना, वो कहते गुरु मिल के समझाइए, मन राजा सुल्तान, जिस पासे बंदे दा मन, जे बंदे ने मन ठान लिता है ना, वो जे पुट्ठे पासे टुरना चाहे, उन्होंने गुरु तो बिना उन्होंने होर कोई समझा नहीं सकता। ड्राइविंग फोर्स मन नहीं है, जे मन पुट्ठे पासे टुरने ठान लिता की करोगे, वो फिर उन्हें उस पासे टुरना ही टुरना है। हाँ, गुरु दे शब्द दे राही तू मन नू बना सकना, तू उन्हें ट्रांसफॉर्म कर सकना, इट इज बेटर। हाँ, लेकिन दोनों का कॉम्बिनेशन बंदा के सिर्फ अच्छा मन नू इन्फॉर्मेशन कितों दी मिलेगी? जिस बंदे दे मान लो कोई बंदा है जिहदियां अखां और कान नहीं ने, जिहदे इनपुट डिवाइसेस बनते हैं, CPU बड़ा वधिया है, की करोगे ਉਹਦਾ CPU ਦਾ? इस अंदर कोई शक नहीं कि वैल्यू ऑफ CPU इज वेरी वेरी हाई। CPU 20,000 का है ना, तो माउस और कीपैड है कोई 300 का रहेगा, कोई 500 का रहेगा, स्क्रीन रह जाएगी 1,000-1,500 रुपए की। मेन चीज CPU है,
ਲੇਕਿਨ CPU ਨੂੰ ਇਨਪੁਟ ਡਿਵਾਈਸਿਸ ਆਊਟਪੁੱਟ ਡਿਵਾਈਸਿਸ ਉਹ ਵਿੱਚ ਉਹਨਾਂ ਦੇ ਵਿੱਚ ਲੋੜ ਹੈ। ਤਨ ਉੱਥੇ ਕਰਕੇ ਟਿਕਿਆ ਹੋਇਆ। ਜਿਹੜੇ ਕਰਮ ਨੇ ਉਹ ਤੁਹਾਡੇ ਆਊਟਪੁੱਟ ਦਿੰਦੇ ਨੇ ਤੁਹਾਨੂੰ, ਜਿਸ ਤਰ੍ਹਾਂ ਦਾ ਮਨ, ਜਿਸ ਤਰ੍ਹਾਂ ਦੇ ਵਿਚਾਰ ਬੰਨਣਗੇ। ਹਾਂ, ਜੇ ਤੂੰ ਮਾੜੀ ਸੰਗਤ ਕਰਕੇ ਮਾੜੀ ਵਿਚਾਰਧਾਰਾ ਅੰਦਰ ਇਨਪੁਟ ਦੇਂਗਾ ਆਪਣੇ ਮਨ ਨੂੰ, ਫਿਰ ਉਹ ਸਰੀਰ ਦੇ ਤੌਰ ਦੇ ਉੱਤੇ, ਅਮਲੀ ਤੌਰ ਦੇ ਉੱਤੇ ਪ੍ਰਗਟ ਹੋਈ ਹੋਣਗੀਆਂ। ਬਾਹਰ ਤੂੰ ਦੇਣਦਾਰ ਹੋ ਜਾਏਗਾ ਗੁਰੂ ਦਾ। ਤੇ ਇਟ ਇਜ਼ ਅ ਕੰਬੀਨੇਸ਼ਨ ਬਈ ਮਨ ਹੋਰ ਤਨ ਜਿਹੜਾ ਹੈ ਨਾ, ਤਨ ਮਨ ਨੂੰ ਡਰਾਈਵ ਕਰਦਾ, ਮਨ ਹੈ ਉਹ ਤਨ ਨੂੰ ਡਰਾਈਵ ਕਰਦਾ ਹੈ ਕਰਵਾਉਣ ਵਾਸਤੇ, ਲੇਕਿਨ ਮਨ ਨੂੰ ਇਨਪੁਟ ਦੇ ਸਾਧਨ ਵੀ ਸਾਡਾ ਸਰੀਰ ਹੀ ਹੈ। ਸੋ ਯੂ ਕੈਨ ਨਾਟ ਸੇ ਕਿ ਬਈ ਦੋਨੋਂ ਆਪਸ ਵਿੱਚ ਜਿਹੜਾ ਮਿਲਾਪ ਹੈ ਨਾ ਉਹ ਹੈ ਹੀ ਹੈ। ਵੈਰੀ ਵੈਲ ਐਕਸਪਲੇਨਡ ਵੀਰ ਜੀ, ਬਹੁਤ ਸੋਹਣੇ ਤਰੀਕੇ ਨਾਲ ਆਪ ਜੀ ਨੇ ਐਗਜ਼ਾਮਪਲ ਦੇ ਕੇ ਬਹੁਤ ਸੋਹਣਾ ਐਗਜ਼ਾਮਪਲ ਦਿੱਤਾ ਆਪ ਜੀ ਨੇ। ਜਿਹੜਾ ਐਗਜ਼ਾਮਪਲ ਦਿੱਤਾ ਹੈ ਕੰਪਿਊਟਰ ਦਾ, ਜਿਹੜਾ ਐਗਜ਼ਾਮਪਲ ਦਿੱਤਾ ਹੈ, ਮਨ ਦੀ ਹੋਂਦ ਵੀ ਤਨ ਕਰਕੇ ਵੇ, ਤੇ ਮਨ ਭਾਵੇਂ ਡਰਾਈਵਿੰਗ ਫੋਰਸ ਹੈ ਪਰ ਉਹਨੂੰ ਤਨ ਦੀ ਵੀ ਲੋੜ ਹੈ। ਹੁਣ ਮਨ, ਇੱਕ ਵਾਰੀ ਸਿੰਘ ਸਾਹਿਬ ਨਾਲ ਵਿਚਾਰ ਹੋ ਰਹੇ ਸਨ, ਕਹਿੰਦੇ ਕੋਈ ਵਿਅਕਤੀ ਮਨ ਵਿੱਚ ਸੋਚਦਾ ਰਵੇ ਮੈਂ ਕਿਸੇ ਦਾ ਕਤਲ ਕਰਨਾ ਹੈ, ਮੈਂ ਕਤਲ ਕਰਨਾ ਹੈ, ਮੈਂ ਕਤਲ ਕਰਨਾ ਹੈ, ਕਹਿੰਦੇ ਉਹਨੂੰ ਸਜ਼ਾ ਨਹੀਂ ਹੋਏਗੀ। ਜਦੋਂ ਤਨ ਕਰਕੇ ਕਰਮ ਕਰੇਗਾ ਤਾਂ ਹੀ ਉਹਨੂੰ ਸਜ਼ਾ ਪ੍ਰਾਪਤ ਹੋਣੀ ਹੈ। ਤੇ ਮਨ ਕਰਕੇ ਤੇ ਤਨ ਕਰਕੇ ਦੋਨੋਂ ਦਾ ਸੁਮੇਲ ਹੈ ਜਿਹੜਾ ਸਾਨੂੰ ਚਲਾਉਂਦਾ ਹੈ, ਜਿਹੜਾ ਸਾਨੂੰ ਡਰਾਈਵ ਕਰਦਾ ਹੈ। ਧੰਨਵਾਦ ਵੀਰ ਜੀ ਦਾ। ਵੀਰ ਜੀ ਆਪ ਜੀ ਪਲੀਜ਼ ਗਾਇਨ ਵੀ ਕਰ ਦਿਓ ਜੀ। ਸੱਚਾ ਦਰ ਸੱਚਾ ਦਰਬਾਰਾ, ਸੱਚੇ ਸੇਵੈ ਸ਼ਬਦ ਪਿਆਰਾ, ਸੱਚੀ ਹੀ ਧੁਨ ਸੱਚੇ ਗੁਣ ਗਾਵਾਂ, ਸੱਚੇ ਮਾਹੇ ਸਮਾਇਆ, ਕਰੈ ਅੰਦਰ ਕੋ ਘਰ ਪਾਏ, ਗੁਰ ਕਹਿ ਸ਼ਬਦੇ ਸਹਿਜ ਸੁਭਾਏ, ਉਤੈ ਸੋਗ ਵਿਜੋਗ ਨ ਵਿਆਪੈ, ਸਹਿਜੇ ਸਹਿਜ ਸਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਚਾ ਦਰ ਸਾਚਾ ਦਰਬਾਰਾ, ਸੱਚੇ ਸੇਵੇਂ ਸ਼ਬਦ ਪਿਆਰਾ। ਧੰਨਵਾਦ ਵੀਰ ਜੀ, ਬਹੁਤ ਖੂਬਸੂਰਤੀ ਨਾਲ ਆਪ ਜੀ ਨੇ ਗਾਇਨ ਕੀਤਾ। ਧੰਨਵਾਦ ਆਪ ਜੀ ਦਾ। ਤਜਿੰਦਰ ਸਿੰਘ ਵੀਰ ਜੀ ਆਪ ਜੀ ਸਵਾਲ ਲੈ ਲਿਆ ਜੀ। ਅਗਲੇ ਤਜਿੰਦਰਪਾਲ ਸਿੰਘ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਪ੍ਰਭਦੀਪ ਵੀਰ ਜੀ। ਵੀਰ ਜੀ ਤਜਿੰਦਰ ਜੀ ਕਿਤੇ ਬਿਜ਼ੀ ਹੈਗੇ ਨੇ ਜੀ। ਕੱਲ ਦਾ ਕਮਲਜੀਤ ਵੀਰ ਜੀ ਦਾ ਕੱਲ ਦਾ ਸਵਾਲ ਪੈਂਡਿੰਗ ਸੀ, ਤੇ ਕਮਲਜੀਤ ਸਿੰਘ ਜੀ ਦੀ ਆਡੀਓ ਔਨ ਕਰ ਦਿਆ ਜੀ। ਕਮਲਜੀਤ ਵੀਰ ਜੀ ਆਪ ਜੀ ਆਪਣੀ ਆਡੀਓ ਅਨਮਿਊਟ ਕਰ ਲਓ ਜੀ ਤੇ ਆਪਣਾ ਸਵਾਲ ਰੱਖੋ ਵੀਰ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵੀਰ ਜੀ ਆਵਾਜ਼ ਆ ਰਹੀ ਹੈ ਮੇਰੀ? हाँ जी ਵੀਰ ਜੀ, ਆ ਰਹੀ ਜੀ, ਆ ਰਹੀ। ਵੀਰ ਜੀ ਮੇਰਾ ਸਵਾਲ ਭੂਆ ਜੀ ਨੂੰ ਸੀ ਕਿ ਜੋ ਅੰਮ੍ਰਿਤ ਸੰਚਾਰ ਹੈ ਉਹਦੇ ਬਾਰੇ ਮੈਂ ਥੋੜਾ ਵਿਚਾਰ ਲੈਣਾ ਚਾਹੁੰਦਾ ਸੀ ਭੂਆ ਜੀ ਦਾ, ਕਿ ਉਹ ਇਲੂਸ਼ਨ ਔਰ मतलब बड़ी कंफ्यूजन है आजकल उस टॉपिक के उत्ते, अगर भूआ जी जरा क्लैरिफाई करेंगे तो बड़ी कृपा होगी जी। हाँ जी बुआ जी, आप जी प्लीज आंसर दे दो कमलजीत वीर जी का। See, I think you can tell someone else to do. Maybe my thinking of the thought process is different. It will be a request अगर हरविंदर जी या जितेंद्र सिंह और जी कह दो, my process must be something different. हरविंदर वीर जी आप जी ले लो प्लीज। No problem. Anyone can give me some clarification please. हाँ जी हरविंदर वीर जी आप ले लो प्लीज। ਕਿਸੇ ਵੀ ਚੀਜ਼ ਵਾਸਤੇ ਨਾ ਇੱਕ ਇਨੀਸ਼ੀਏਸ਼ਨ ਪ੍ਰੋਸੈਸ ਜਿਹਨੂੰ ਅਸੀਂ ਕਹਿੰਦੇ ਆ ਨਾ, ਅਸੀਂ ਸਾਰੇ ਮੰਨੇ ਪਏ ਕਹਿੰਦੇ ਜਿਨ੍ਹਾਂ ਗੁਰਬਾਣੀ ਮਨ ਭਾਈਆ ਅੰਮ੍ਰਿਤ ਛਕ ਛਕੇ।
ਜਿਨ੍ਹਾਂ ਨੂੰ ਗੁਰੂ ਦੀ ਬਾਣੀ ਚੰਗੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਨਾ, ਉਹ ਮਾਨੋ ਇਹ ਅੰਮ੍ਰਿਤ ਨੂੰ ਹਮਰੀ ਪਿਆਰੀ ਅੰਮ੍ਰਿਤ ਧਾਰੀ ਕਿਹੜੀ ਹੈ ਗੁਰੂ ਦੀ ਬਾਣੀ ਜਿਹੜੀ ਹੈ। ਤੇ ਹੁਣ ਇੱਕ ਇਨੀਸ਼ੀਏਸ਼ਨ ਦਾ ਪ੍ਰੋਸੈਸ, ਅਸੀਂ ਕਹਿ ਰਹੇ ਸਾਡਾ ਸੰਬੰਧ, ਅਸੀਂ ਸਾਡੇ ਨਾਮ ਤੋਂ ਨਾ ਸਾਡਾ ਰਿਲੇਸ਼ਨਸ਼ਿਪ ਬਹੁਤ ਕਲੀਅਰਲੀ ਡਿਫਾਈਨ ਹੋ ਜਾਂਦਾ ਹੈ। ਅਸੀਂ ਆਪਣੇ ਆਪ ਨੂੰ ਸਿੱਖ ਕਹਾਉਂਦੇ ਪਏ ਹਾਂ, ਸਾਡੇ ਇਸ਼ਟ ਨੂੰ ਅਸੀਂ ਗੁਰੂ ਕਹਿੰਦੇ ਪਏ। ਸੋ ਸਾਡੇ ਵਿੱਚ ਜਿਹੜਾ ਸੰਬੰਧ ਹੈ ਨਾ, ਗੁਰੂ ਔਰ ਸਿੱਖ ਵਿੱਚ ਸੰਬੰਧ ਕੀ ਹੁੰਦਾ ਹੈ? ਗਿਆਨ ਦੇ ਆਦਾਨ ਪ੍ਰਦਾਨ ਦਾ। ਗੁਰੂ ਕੋਲੋਂ ਗਿਆਨ ਹੈ, ਅਸੀਂ ਸਿੱਖਣ ਨੂੰ ਆਏ ਹਾਂ। ਤੇ ਇਸ ਪਾਸੇ ਜਿਹੜਾ ਅਸੀਂ ਜਿਹਨੂੰ ਅੰਮ੍ਰਿਤ ਸੰਚਾਰ ਦੀ ਵਿਧੀ ਕਹਿੰਦੇ ਪਏ ਨਾ, ਇਟ ਇਜ਼ ਲਾਈਕ ਐਨ ਇਨੀਸ਼ੀਏਸ਼ਨ ਪ੍ਰੋਸੈਸ, ਇੱਕ ਕਹਿ ਲਓ ਐਡਮਿਸ਼ਨ ਦਾ ਪ੍ਰੋਸੈਸ ਹੈ। ਕੁਝ ਗੱਲਾਂ ਨੇ ਨਾ, ਕੁਝ ਕਮਿਟਮੈਂਟਸ, ਅੱਜ ਦੇਖੋ ਨਾ ਕੁਝ ਚੀਜ਼ਾਂ ਜਿਹੜੀਆਂ ਨੇ ਨਾ, ਉਹਨਾਂ ਅੰਦਰ ਕਮਿਟਮੈਂਟਸ ਡੂ ਫਾਰਮ ਅ ਪਾਰਟ ਆਫ ਯੋਰ ਲਾਈਫ। ਅੱਜ ਦੇਖੋ, ਅੱਜ ਜਨਾਨੀ ਨੇ, ਹੁਣ ਬੰਦਾ ਜੇ ਅੱਜ ਜਿਹੜਾ ਲਿਵ ਇਨ ਰਿਲੇਸ਼ਨਸ਼ਿਪ ਉਹ ਕੀ ਹੈ? ਬੰਦੇ ਹੁਣ ਜੇ ਨਾਲ ਰਹਿੰਦੇ ਪਏ ਨੇ, ਵਿਆਹ ਨਹੀਂ ਕਰਵਾਇਆ, ਕਮਿਟਮੈਂਟ ਕੋਈ ਨਹੀਂ। ਤੇ ਜਿਹੜੇ ਐਸੇ ਜਿਕਨ ਇਹ ਵਾਲਾ ਇਟ ਇਜ਼ ਨਾਟ ਅ ਵੈਰੀ ਕੰਪੈਟੀਬਲ, ਜਿਹੜਾ ਇਹ ਚੀਜ਼ ਜਿਹੜੀ ਬੜੀ ਬਣ ਜਾਂਦੇ ਨਾ, ਉਸ ਤੋਂ ਅੱਗੇ ਬੱਚੇ ਹੋਣਗੇ ਤੇ ਜੋ ਜਾਂ ਕਹਿ ਲਓ, ਅੱਛਾ ਅੱਜ ਇੱਕ ਦੇਸ਼ ਦੇ ਇਲੈਕਸ਼ਨਸ ਹੋ ਗਏ, ਉਹਦੇ ਚੋਂ ਕੋਈ ਬੰਦਾ ਐਸ ਪ੍ਰਾਈਮ ਮਿਨਿਸਟਰ ਜਦੋਂ ਜਿੱਤ ਕੇ ਆ ਗਿਆ, ਉਹਦੀ ਪਾਰਟੀ ਦਾ ਲੀਡ ਕਰਦਾ ਹੈ ਤਾਂ ਉਹਨੇ ਪ੍ਰਾਈਮ ਮਿਨਿਸਟਰ ਬਣਨਾ ਹੈ, ਜਦ ਤੱਕ ਉਹ ਓਥ ਟੇਕਿੰਗ ਨਹੀਂ ਕਰਦਾ ਨਾ, ਜਦ ਤੱਕ ਉਹਦੀ ਸਵੇਰਿੰਗ ਸੈਰੀਮਨੀ ਨਹੀਂ ਹੁੰਦੀ, ਉਹਨੂੰ ਉਸ ਸਮੇਂ ਤੱਕ ਉਹ ਉਹਦੇ ਦੇ ਉੱਤੇ ਉਹ ਮੰਨਿਆ ਨਹੀਂ ਜਾਂਦਾ। ਉਹ ਕੋਈ ਫੈਸਲੇ ਉਸ ਅਹੁਦੇ ਦੇ ਨਾਲ ਜਿਹੜੇ ਜੁੜਦੇ ਫੈਸਲੇ ਨੂੰ ਨਹੀਂ ਕਰ ਸਕਦਾ। ਸੋ ਇਹ ਜਿਹੜੀ ਅੰਮ੍ਰਿਤ ਸੰਚਾਰ ਵਾਲੀ ਵਿਧੀ ਹੈ ਨਾ, ਇਟ ਇਜ਼ ਲਾਈਕ ਐਨ ਇਨੀਸ਼ੀਏਸ਼ਨ ਪ੍ਰੋਸੈਸ। ਇਹ ਕਲਮੀਨੇਸ਼ਨ ਪ੍ਰੋਸੈਸ ਨਹੀਂ ਹੈ ਬਿਲਕੁਲ। ਮਤਾ ਬੰਦਾ ਸੋਚ ਲਵੇ ਕਿ ਜੇ ਮੈਂ ਵੀ ਅੰਮ੍ਰਿਤ ਛਕ ਲਿੱਤਾ ਹੈ ਤੇ ਹੁਣ ਮੇਰਾ ਸਾਰਾ ਕੁਝ ਹੋ ਗਿਆ ਜੀ, ਹੁਣ ਮੈਂ ਅੰਮ੍ਰਿਤਧਾਰੀ ਹੋ ਚੁੱਕਾ ਵਾਂ। ਨਹੀਂ, ਅੰਮ੍ਰਿਤ ਤੇ ਤੂੰ ਇਸ ਸਕੂਲ ਵਿੱਚ ਐਡਮਿਸ਼ਨ ਲਿੱਤੀ ਹੈ, ਦਾਖਲਾ ਲਿੱਤਾ ਹੈ, ਹੁਣ ਇਹਦੀ ਪੜ੍ਹਾਈ ਵਾਸਤੇ ਤੂੰ ਕਮਿਟਡ ਹੈ। ਜਿਸ ਨੇ ਦੇਖੋ, ਫਿਰ ਉਹਦੇ ਨਿਯਮ ਵੀ ਲੱਗ ਜਾਣਗੇ। ਫਿਰ ਗੁਰੂ ਕਹੇਗਾ, ਅੱਛਾ ਤੂੰ ਮੇਰਾ ਸਿੱਖ ਖਵਾਉਣਾ ਚਾਹੁੰਦਾ ਹੈ? ਕਹਿੰਦੇ ਤੇਰੇ ਵਾਸਤੇ ਨਿਯਮ ਕੀ ਨੇ? ਕਹਿੰਦਾ ਗੁਰ ਸਤਿਗੁਰ ਕਾ ਜੋ ਸਿੱਖ ਅਕਾਏ, ਸਿੱਖ ਖਵਾਉਣਾ ਚਾਹੁੰਦਾ ਹੈ? ਕਹਿੰਦਾ ਸੋ ਭਲਕੇ ਉਠਾਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਸਾਰੇ ਆ ਜਾਣਗੇ ਨਾ ਵੀ ਸਿੱਖੀ ਸਿੱਖਿਆ, ਸਿੱਖੀ ਹੈ ਕੀ? ਗੁਰੂ ਦੀ ਵਿਚਾਰਧਾਰਾ ਨੂੰ ਸਿੱਖਣਾ ਹੀ ਸਿੱਖੀ ਹੈ। ਤੇ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ, ਤੇ ਉਹ ਸਿੱਖ ਗੁਰ ਬਿਨ ਮਰ ਜਾਈ। ਜਿਸਨੇ ਅੰਮ੍ਰਿਤ ਵੀ ਛਕਿਆ ਹੈ, ਲੇਕਿਨ ਉਹ ਇਨੀਸ਼ੀਏਸ਼ਨ ਦਾ ਪ੍ਰੋਸੈਸ ਤੇ ਕਰ ਲਿੱਤਾ ਹੈ, ਲੇਕਿਨ ਬਾਣੀ ਨੂੰ ਪੜ੍ਹਦਾ ਸੁਣਦਾ ਵਿਚਾਰਦਾ ਹੈ ਹੀ ਨਹੀਂ, ਗੁਰੂ ਦੇ ਨਾਲ ਸਾਂਝ ਨਹੀਂ ਪੈ ਰਹੀ। ਕਹਿੰਦੇ ਜੋ ਪ੍ਰਾਣੀ ਜਲ ਬਿਨ ਹੈ ਮਰਤਾ, ਕਿਉਂ ਸਿੱਖ ਫਿਜ਼ੀਕਲ ਡੈਥ ਦੀ ਗੱਲ ਤਾਂ ਨਹੀਂ ਚਲਦੀ ਪਈ, ਲੇਕਿਨ ਕਿਉਂ ਸਿੱਖ ਗੁਰੂ ਬਿਨ ਮਰ ਜਾਈ। ਤੇਰੇ ਅੰਦਰ ਜਿਹੜਾ ਸਿੱਖ ਸੀ ਨਾ, ਉਹ ਖਤਮ ਹੋ ਜਾਏਗਾ ਤੇਰੇ ਅੰਦਰ। ਸੋ ਇੱਕ ਇਨੀਸ਼ੀਏਸ਼ਨ ਦਾ ਪ੍ਰੋਸੈਸ ਹੈ, ਜਿਹਦੇ ਅੰਦਰ ਕੋਈ ਕਮਿਟਮੈਂਟ ਵੀ ਤੇਰੇ ਕੋਲ ਲਿੱਤੀ ਜਾ ਰਹੀ ਹੈ। ਤੂੰ ਇਤਨੇ ਵਜੇ ਸਕੂਲ ਆਣਾ ਹੈ, ਤੂੰ ਇਤਨੇ ਵਜੇ ਇਹ ਕੰਮ ਕਰਨਾ ਹੈ। ਜਿਹੜੀ ਸੰਸਥਾ ਨੇ, ਸੰਸਥਾ ਸਾਡਾ ਦੇਖੋ, ਸੰਸਥਾ ਤੋਂ ਬਿਨਾਂ ਸਾਡਾ ਗੁਜ਼ਾਰਾ ਵੀ ਨਹੀਂ। ਜਿਹੜੀ ਸੰਸਥਾ ਹੈ ਨਾ, ਅੱਜ ਕੋਈ ਵੀ ਸੰਸਥਾ ਕਹਿ ਲਓ ਐਸੀ, ਲੇਕਿਨ ਸੰਸਥਾ ਆਪਣੇ ਆਪ ਅੰਦਰ ਮੂਲ ਗੁਰੂ ਨਹੀਂ ਹੁੰਦੀ। ਅੱਜ ਦੇਖੋ, ਅੱਜ ਮੈਥਸ ਪੜ੍ਹਾਇਆ ਜਾਣਾ ਹੈ, ਹੁਣ ਮੈਥਸ ਦੀ ਇੱਕ ਅੱਛੀ ਮਾੜੀ ਟੀਚਰ ਹੋ ਸਕਦੀ ਹੈ, ਸਕੂਲ ਅੱਛੇ ਮਾੜੇ ਹੋ ਸਕਦੇ ਨੇ, ਅਸੀਂ ਜੁੜਨਾ ਮੈਥਸ ਨਾਲ ਸੀ ਤਾਂ ਕਰਕੇ ਇੱਕ ਸਕੂਲ ਵਿੱਚ ਜਾਂਦੇ ਹਾਂ। ਲੇਕਿਨ ਉਹ ਸਕੂਲ ਇਜ਼ ਰਨ ਬਾਈ ਪੀਪਲ। ਉੱਥੇ ਅੰਦਰ ਸੰਸਥਾ ਦੇ ਅੰਦਰ ਜਿਹੜਾ ਗਿਆਨ ਹੈ ਨਾ, ਗਿਆਨ ਦੇ ਪ੍ਰਧਾਨ ਵਾਸਤੇ ਇੱਕ ਸੰਸਥਾ ਤਿਆਰ ਹੁੰਦੀ ਹੈ। ਲੇਕਿਨ ਸੰਸਥਾ ਕਿਉਂਕਿ ਬੰਦਿਆਂ ਦੀ ਸੰਸਥਾ ਇਜ਼ ਰਨ ਬਾਈ ਪੀਪਲ, ਕਾਮਨ ਪੀਪਲ। ਉਹਨਾਂ ਦੇ ਅੰਦਰ ਕੋਈ ਨਾ ਕੋਈ ਕਹਿ ਲਓ ਨਾ, ਉਹਨਾਂ ਅੰਦਰ ਕੋਈ ਪ੍ਰੋਬਲਮਸ, ਉਹਨਾਂ ਅੰਦਰ ਕੋਈ ਸੋਚ ਦੀ ਵਖਰੇਵਾ, ਤੇ ਜੁੜਨਾ ਅਸੀਂ ਹਮੇਸ਼ਾ ਗਿਆਨ ਦੇ ਨਾਲ ਹੀ ਹੈ। ਲੇਕਿਨ ਜਿਹੜੇ ਸੰਸਥਾ ਦੇ ਰੂਲਸ ਨੇ ਨਾ, ਅੱਜ ਬੰਦਾ ਇੱਕ ਆਮ ਤੌਰ ਤੇ ਇੱਕ ਬੰਦਾ ਗੱਲ ਕਰ ਦਿੰਦਾ ਹੈ ਕਿ ਅੱਛਾ ਜੇ ਬੱਚੇ ਨੂੰ ਸਕੂਲ ਨਾ ਪਹੁੰਚ ਕੇ ਪੜ੍ਹ ਨਹੀਂ ਸਕਦਾ, ਬਿਲਕੁਲ ਪੜ੍ਹ ਸਕਦਾ, ਲੇਕਿਨ ਤਕਰੀਬਨ ਦੇਖੋ ਕੋਈ 100% ਬੰਦਾ ਜਿਹੜਾ ਨਾ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਹੀ ਭੇਜਦਾ ਪਿਆ। ਤੋ ਇਟ ਇਜ਼ ਜਿਹੜੇ ਸਾਰੇ ਕੁਝ ਜਿਹੜੇ ਫੈਸਲੇ ਕੀਤੇ ਗਏ ਸਨ, ਉਹ ਕੁਝ ਗਿਆਨ ਦੇ ਸੰਸਥਾਨੀਕਰਨ ਵਾਸਤੇ ਕੁਝ ਫੈਸਲੇ ਕੀਤੇ ਜਾਂਦੇ ਨੇ, which are normally very very helpful, so we should abide by them। ਹਾਂ, ਬਟ ਅਸੀਂ ਫਿਰ ਵੀ ਕਸਵੱਟੀ ਹਮੇਸ਼ਾ ਗਿਆਨ ਦੀ ਪਕੜ ਕੇ ਚੱਲਣੀ ਹੈ। ਗਿਆਨ ਦੇ ਆਧਾਰ ਦੇ ਉੱਤੇ ਸੰਸਥਾ ਦੇ ਨਿਯਮ ਤਿਆਰ ਕੀਤੇ ਜਾਂਦੇ ਨੇ। ਅੱਜ STPC ਬਣੀ ਸੀ, ਬੜੀ ਵਧੀਆ ਪਾਰਟੀ ਸੀ ਜਦੋਂ ਬਣੀ ਸੀ। ਅੱਜ ਸਾਰੇ ਅਸੀਂ ਜੋ ਕਹਿੰਦੇ ਪਏ ਹਾਂ, ਅੱਜ ਦੇ ਹਾਲਾਤ ਵੱਖਰੇ ਹੋ ਚੁੱਕੇ ਨੇ। ਜਦੋਂ ਬਣੀ ਸੀ, ਉਹ ਗਿਆਨ ਸੰਸਥਾ ਜਿਹੜੀ ਬਣੀ ਸੀ, ਉਹ ਬਣੀ ਸੀ ਗਿਆਨ ਦੇ ਆਧਾਰ ਦੇ ਉੱਤੇ, ਸਿਧਾਂਤਾਂ ਦੇ ਆਧਾਰ ਦੇ ਉੱਤੇ। ਲੇਕਿਨ ਫਿਰ ਕਿਉਂ ਬੰਦੇ ਚਲਾਉਂਦੇ ਪਏ ਨੇ, ਧੀਰੇ ਧੀਰੇ ਖਰਾਬ ਹੋ ਜਾਂਦੀ। ਸੋ ਇਟ ਇਜ਼ ਅ ਡਾਇਨਾਮਿਕ ਲਾਈਫ। ਸੰਸਥਾਵਾਂ ਖਰਾਬ ਵੀ ਹੋਣਗੀਆਂ, ਸੰਸਥਾ ਦੇ ਨਿਯਮਾਂ ਦੇ ਉੱਤੇ ਵਿਚਾਰ ਕਰਨਾ ਕੋਈ ਮਾੜੀ ਗੱਲ ਨਹੀਂ। ਗਿਆਨ ਜਿਹੜਾ ਹੈ ਨਾ, ਉਹ ਹਮੇਸ਼ਾ ਅਟਲ ਰਹੇਗਾ। ਉਹ ਗਿਆਨ ਹੀ ਅੰਮ੍ਰਿਤ ਹੈ। ਆਈ ਡੋਨਟ ਨੋ ਹਾਊ ਮਚ ਵੀਰ ਜੀ ਦਾ ਆਨਸਰ ਹੈ, ਕੁਐਸਚਨ ਆਨਸਰ ਹੋ ਪਾਉਂਦਾ ਜਾਂ ਨਹੀਂ ਹੋ ਪਾਉਂਦਾ। वेरी वेल एक्सप्लेन्ड वीर जी, बहुत सोहनी आप जी ने रिलेट करके समझाना किया है।
संस्था ਜਿਹੜੀ ਹੈ ਉਹ ਚਲਾਉਣ ਵਾਲੀ ਹੈ, ਚਲਾਉਂਦੀ ਹੈ, ਜ਼ਰੂਰੀ ਹੈ, ਬਸ਼ਰਤੇ ਸੰਸਥਾ ਵੀ ਗੁਰੂ ਮੁਤਾਬਕ ਚੱਲੇ, ਗੁਰੂ ਸਿਧਾਂਤਾਂ ਮੁਤਾਬਕ ਚੱਲੇ। ਗੁਰੂ ਮੁਤਾਬਕ ਨਹੀਂ ਚੱਲ ਰਹੀ, ਔਰ ਉਹਦਾ ਕਾਰਨ ਵੀ ਇੱਕ ਹੈ, ਜਦੋਂ ਤੱਕ ਸੰਗਤ ਵਿੱਚ ਜਾਗ੍ਰਿਤੀ ਨਹੀਂ ਆਏਗੀ ਨਾ ਤੇ ਸੰਸਥਾ ਆਪਣੀ ਮਨ ਮਰਜ਼ੀ ਕਰਦੀ ਰਹੇਗੀ। ਜਦੋਂ ਅਸੀਂ ਤੁਸੀਂ ਸਾਰੇ ਜਾਗ੍ਰਿਤ ਹੋਵਾਂਗੇ ਤੇ ਸੰਸਥਾ ਵੀ ਸੋਚੇਗੀ ਕਿ ਸੰਗਤ ਜਾਗ੍ਰਿਤ ਹੈ, ਅਸੀਂ ਗਲਤ ਨਹੀਂ ਕਰ ਸਕਦੇ, ਆਪਣੀ ਮਨ ਮਰਜ਼ੀ ਨਹੀਂ ਕਰ ਸਕਦੇ, ਮਰਜ਼ੀ ਗੁਰੂ ਦੀ ਚੱਲਣੀ ਚਾਹੀਦੀ ਹੈ। ਬਹੁਤ ਸੋਹਣੇ ਤਰੀਕੇ ਨਾਲ ਆਪ ਜੀ ਨੇ ਵਿਚਾਰ ਰੱਖੇ। ਤੇ ਤਜਿੰਦਰ ਸਿੰਘ ਵੀਰ ਜੀ ਆਸਟ੍ਰੇਲੀਆ ਤੋਂ ਵੀ ਬੇਨਤੀ ਕਰਾਂਗਾ, ਵੀਰ ਜੀ ਆਪ ਜੀ ਵੀ ਪਲੀਜ਼ ਵਿਚਾਰ ਰੱਖਿਆ ਜਾਏ। अगर इकबाल सिंह जी भी उस उपरंत विचार रखना चाहते जी सकते जरूर रखन। जी तजिंदर सिंह वीर जी, प्रभदीप वीर जी, तजिंदर सिंह वीर जी दी ऑडियो ऑन करिया जे, मेरे कोल उन्हां नूं को-होस्ट नहीं बनाया सी। नहीं वो कोस्ट हैगे ने जी। तजिंदर सिंह वीर जी आस्ट्रेलिया तो हाँ, इकबाल सिंह वीर जी तब तक आप जी विचार रख दे। ਹਾਂਜੀ, ਖੰਡੇ ਬਾਟੇ ਦੀ ਪੌਲ ਦਾ ਜਿਹੜਾ ਕਨਸੈਪਟ ਹੈ 10ਵੇਂ ਜਾਮੇ ਤੋਂ ਸ਼ੁਰੂ ਹੋਇਆ ਹੈ। ਪਹਿਲੀ ਗੱਲ ਤਾਂ ਹੈ ਵੀ ਇਹਨੂੰ ਅੰਮ੍ਰਿਤ ਕਹਿਣਾ ਹੀ ਗਲਤ ਹੈ। ਖੰਡੇ ਬਾਟੇ ਦੀ ਪੌਲ ਇੱਕ ਕਨਸੈਪਟ 10ਵੇਂ ਪਾਤਸ਼ਾਹ ਨੇ ਸ਼ੁਰੂ ਕੀਤਾ। ਅੰਮ੍ਰਿਤ ਜਿਹੜਾ ਹੈ ਉਹ ਹਰੀ ਪਰਮਾਤਮਾ ਦਾ ਨਾਮ ਹੀ ਅੰਮ੍ਰਿਤ ਹੈ, ਜਿਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਵਿਕਾਰ ਨਹੀਂ ਹੁੰਦਾ। ਠੀਕ ਹੈ ਜੀ। ਹੁਣ ਖੰਡੇ ਬਾਟੇ ਦੀ ਪੌਲ ਜਿਹੜੀ ਛਕਾਈ ਗਈ ਹੈ 10ਵੇਂ ਪਾਤਸ਼ਾਹ ਨੇ, ਉਹ ਉਦੋਂ ਛਕਾਈ ਹੈ ਜਦੋਂ ਗੁਰੂ ਪਾਤਸ਼ਾਹ ਨੇ ਇੱਕ ਫੌਜ ਤਿਆਰ ਕੀਤੀ ਹੈ ਜਿਹੜੀ ਜ਼ੁਲਮ ਦੇ ਟਾਕਰੇ ਲਈ ਲੜਦੀ ਸੀ, ਔਰ ਉਹ ਫੌਜ ਦਾ ਪਹਿਲਾ ਕਨਸੈਪਟ ਹੀ ਪਹਿਲਾ ਮਰਨ ਕਬੂਲ ਕਰ ਜੀਵਨ ਕੀ ਛੱਡ ਆਸ। ਤਾਂ ਹੀ ਹਰ ਘਰ ਦੇ ਵਿੱਚ ਇੱਕ ਇੱਕ ਸਿੰਘ ਜਿਹੜਾ ਉਹ ਖੰਡੇ ਦੀ ਪੌਲ ਲੈ ਕੇ ਗੁਰੂ ਸਾਹਿਬ ਦੇ ਨਾਲ ਜਾ ਕੇ ਮੈਦਾਨੇ ਜੰਗ ਵਿੱਚ ਜ਼ਾਲਮਾਂ ਦੇ ਖਿਲਾਫ ਲੜਦਾ ਸੀ। ਉਹ ਚਾਹੇ ਕੋਈ ਵੀ ਜ਼ੁਲਮ ਕਰਦਾ ਸੀ, ਉੱਤੇ ਜਾਤ ਪਾਤ ਦਾ ਕੋਈ ਮਤਲਬ ਨਹੀਂ ਸੀ, ਆਧਾਰ ਨਹੀਂ ਸੀ। ਜ਼ੁਲਮ ਦੇ ਆਧਾਰ ਕੇਵਲ ਜ਼ੁਲਮ ਦੇ ਖਿਲਾਫ ਲੜਨਾ ਸੀ। ਹੁਣ ਖੰਡੇ ਬਾਟੇ ਦੀ ਪੌਲ ਜਿਹੜੀ ਹੈਗੀ ਆ ਉਹ ਤਨ ਕਰਕੇ ਦਿੱਤੀ ਜਾਂਦੀ ਹੈ, ਮਨ ਕਰਕੇ ਨਹੀਂ। ਮਨ ਜਿਹੜੀ ਹੈਗੀ ਉਹ ਬਾਣੀ ਨਾਲ ਚੱਲਦੀ ਹੈ। ਖੰਡੇ ਬਾਟੇ ਦੀ ਪੌਲ ਦਾ ਇੱਕੋ ਇੱਕ ਸਮਾਂ ਮਕਸਦ ਸੀ, ਫੌਜ ਤਿਆਰ ਕਰਨਾ। ਗੁਰੂ ਨੇ ਉਹਨਾਂ ਦੀ ਫੌਜ ਤਿਆਰ ਕੀਤੀ ਜਿਹੜੇ ਸੱਚ ਨਾਲ ਇਕਮਿਕ ਹੋ ਜਾਂਦੇ ਸੀ, ਜਿਹੜਾ ਆਪਾਂ ਨਿਸ਼ਾਵਰ ਧਰਮ ਜ਼ੁਲਮ ਦੇ ਖਿਲਾਫ ਆਪਾਂ ਨਿਸ਼ਾਵਰ ਕਰਨੀ ਤਿਆਰ ਬਰ ਤਿਆਰ ਹੋ ਗਏ ਸੀ। ਉਹ ਜਿਹੜੇ ਅੰਮ੍ਰਿਤ ਦੀ ਦਾਤ ਆਤਮਿਕ ਜੀਵਨ ਵਾਲਾ ਨਾਮ ਜਿਹੜਾ ਪਹਿਲਾਂ ਹੀ ਧਾਰਨ ਕਰ ਚੁੱਕੇ ਸੀ, ਔਰ ਨਾ ਡੋਲਣ ਵਾਲੇ ਮਨੁੱਖ ਉਸ ਫੌਜ ਦੇ ਧਾਰਨੀ ਬਣਦੇ ਸੀ। ਤੋ ਖੰਡੇ ਬਾਟੇ ਦੀ ਪੌਲ ਇੱਕ ਫੌਜ ਦੀ ਭਰਤੀ ਸੀਗੀ, ਜਿਹਦੇ ਵਿੱਚ 5 ਅੱਜ ਕੱਲ ਤਾਂ 5 ਆ, ਲੇਕਿਨ 10 ਦੀ ਖੋਜ ਮੁਤਾਬਕ ਜਾਂ ਸਿੱਖਿਆ ਜੋ ਉਹ 3 ਜਿਹੜੇ ਹੈਗੇ ਆ ਉਹ ਜ਼ਿਆਦਾਤਰ ਇੱਕ ਕੇਸ, ਕਛਹਿਰਾ ਤੇ ਕਿਰਪਾਨ ਉਹ ਦਿੱਤੀ ਜਾਂਦੀ ਸੀ। ਸਾਬਤ ਸੂਰਤ, ਸ਼ਾਸਤਰਧਾਰੀ, ਠੀਕ ਹੈ ਜੀ, ਤੇ ਰੋਮਾਂ ਦੀ ਬੇਅਦਬੀ ਵਾਲਾ ਜਿਹੜਾ ਇਹ ਪ੍ਰਕਰਨ ਸੀਗਾ, ਇਹ ਮੰਨਣਾ ਪੈਂਦਾ ਸੀ। ਕੜੇ ਦਾ ਔਰ ਕੰਘੇ ਦਾ ਕਨਸੈਪਟ ਜਦੋਂ ਉਦੋਂ ਆਇਆ ਜਦੋਂ ਮੈਂ ਮਹਾਨ ਕੋਸ਼ ਪੜ੍ਹਦਾ ਹਾਂ, ਤੇ ਜਦੋਂ ਜੰਗਲਾਂ ਦੇ ਵਿੱਚ ਸਿੰਘ ਗਏ ਆ ਉਸ ਟਾਈਮ ਇਹ ਕੜੇ ਦਾ ਔਰ ਕੰਘੇ ਦਾ ਕਨਸੈਪਟ ਨਾਲ ਉਹਨਾਂ ਨੂੰ ਲੈਣਾ ਪਿਆ, ਕਿਉਂਕਿ ਜੰਗਲਾਂ ਦੇ ਵਿੱਚ ਜਾ ਕੇ ਫਿਰ ਮੈਦਾਨੇ ਜੰਗ ਦੇ ਵਿੱਚ ਉਹਨਾਂ ਨੇ ਕੜੇ ਵੀ ਪਾਏ ਸੀ, ਇੱਕ ਕੜਾ ਨਹੀਂ ਕਈ ਕੜੇ ਪਾਏ ਸੀ। ਵਾਰ ਰੋਕਣ ਵਾਸਤੇ ਵੀ ਉਹਨਾਂ ਦਾ ਮਨੋਰਥ ਸੀ ਵੀ ਜਦੋਂ ਜੰਗ ਦੇ ਵਿੱਚ ਲੜਨਾ ਹੈਗਾ ਤੇ ਉਹ ਵਾਰ ਤੋਂ ਕੜੇ ਪਾ ਕੇ ਉਹ ਹੱਥ ਨਾਲ ਵਾਰ ਰੋਕਣ ਦੇ ਸਮਰੱਥ ਵੀ ਹੋ ਜਾਂਦੇ ਸੀ। ਕੰਘਾ ਉਹਨਾਂ ਦੇ ਕੇਸਾਂ ਨੂੰ ਸਾਫ਼ ਰੱਖਣ ਦੀ ਇੱਕ ਯੁਕਤ ਦਾ ਤਰੀਕਾ ਸੀ, ਕਿਉਂਕਿ ਜੰਗਲਾਂ ਵਿੱਚ ਇਹ ਚੀਜ਼ ਨਹੀਂ ਸੀ। ਸੋ ਇਹ ਜਿਹੜੇ 3 ਮੁਦਰਾ ਨੂੰ ਕਹਿੰਦੇ ਆ, ਮਹਾਨ ਕੋਸ਼ ਦੇ ਵਿੱਚ ਲਿਖਿਆ 3 ਮੁਦਰਾ। ਹੁਣ 5 ਕਕਾਰ ਹੋ ਗਏ, 5 ਤਖਤ ਕਰ ਦਿੱਤੇ, ਜਦ ਕਿ ਸਭ ਨੂੰ ਪਤਾ ਵੀ ਜਿਹੜਾ ਕੇਸਗੜ੍ਹ ਦਾ ਤਖਤ ਆ ਉਹ ਬਾਅਦ ਵਿੱਚ ਬਣਾਇਆ ਹੋਇਆ। ਇਹ 5 ਦੀ ਕਨਸੈਪਟ ਦੇ ਨਾਲ, ਕਿਉਂਕਿ ਜਪਜੀ ਸਾਹਿਬ ਦੇ ਵਿੱਚ 5 ਸ਼ਬਦ ਆਉਂਦਾ ਹੈ, ਉਹ 5 ਕਿਸੇ ਹੋਰ ਮਨੋਰਥ ਲਈ, ਪਰ ਉਹਨੂੰ ਸੰਖਿਅਕ ਵਾਚਕ ਵਿਸ਼ੇਸ਼ਣ ਚ ਲਿਜਾ ਕੇ ਉਹ 5 ਕਰ ਦਿੱਤੇ ਗਏ। ਇਸ ਕਰਕੇ ਜਿਹੜਾ ਇਹ ਖੰਡੇ ਬਾਟੇ ਦੀ ਪੌਲ ਦਾ ਕਨਸੈਪਟ ਸੀ, ਆਪਣੇ ਆਪ ਨੂੰ ਕੌਮ ਨੂੰ ਸਮਰਪਿਤ ਕਰ ਦੇਣਾ, ਉਹ ਮੁੜ ਕੇ ਘਰ ਨਹੀਂ ਸੀ ਆਉਂਦਾ। ਪਤਾ ਨਹੀਂ ਸੀ ਆਉਣਾ ਜਾਂ ਨਹੀਂ ਆਉਣਾ, ਇਹ ਸ਼ਹੀਦੀ ਪਾ ਲੈਣੀ ਆ।
ਖੰਡੇ ਪਾਰਟੀ ਦੀ ਕਨਸੈਪਟ ਕੇਵਲ ਤੇ ਕੇਵਲ ਇੱਕੋ ਇੱਕ ਮਨੋਰਥ ਜ਼ੁਲਮ ਦੇ ਖਿਲਾਫ ਲੜਨ ਲਈ ਫੌਜ ਵਿੱਚ ਭਰਤੀ ਹੋਣਾ। ਬਸ ਜਿਹੜੀ ਬਾਣੀ ਦੀ ਗੱਲ ਹੈ, ਬਾਣੀ ਦਾ ਸਿੱਖ ਪਿੰਡਾਂ ਵਿੱਚ ਰਹਿੰਦੇ ਸਨ। ਸਿੱਖਾਂ ਨੂੰ ਜਿਹੜੀ ਸਰਕਾਰ ਉਹ ਤੰਗ ਨਹੀਂ ਸੀ ਕਰਦੀ, ਜ਼ਿਆਦਾ ਤੰਗ ਕਰਦੀ ਸੀ ਜਿਹੜਾ ਸਿੰਘ ਸੱਜ ਜਾਂਦਾ ਸੀ। ਔਰ ਸਿੱਖ ਉਹਨਾਂ ਪਰਿਵਾਰਾਂ ਨੂੰ ਤੰਗ ਜਿਹੜੇ ਸਿੰਘਾਂ ਨੂੰ ਮਦਦ, ਜਿੱਦਾਂ ਅੱਜ ਕੱਲ ਵੀ 84 ਤੋਂ ਲੈ ਕੇ ਬਾਅਦ ਵਿੱਚ ਜਿਵੇਂ ਜੋ ਘੱਲੂਘਾਰਾ ਸਰਕਾਰ ਨੇ ਚਲਾਇਆ, ਉਹੀ ਘੱਲੂਘਾਰਾ ਉਸ ਟਾਈਮ ਸਰਕਾਰ ਚਲਾਉਂਦੀ ਸੀ। ਵੀ ਜਿਨ੍ਹਾਂ ਨੇ ਰੋਟੀ ਖਿਲਾਈ ਉਹਨਾਂ ਨੂੰ ਵੀ ਫੜ ਲਿਆ, ਮਾਰਤਾ। ਇਸ ਤਰ੍ਹਾਂ ਦੇ ਕਾਰਨ ਕੰਮ ਜਿਹੜੇ ਉਦੋਂ ਸਰਕਾਰ ਕਰਦੀ। ਇਹ ਕੇਵਲ ਤੇ ਕੇਵਲ ਫੌਜ ਤਿਆਰ ਕਰਨੀ ਸੀ ਔਰ ਫੌਜ ਤਿਆਰ ਕਰਕੇ ਜ਼ੁਲਮ ਦੇ ਖਿਲਾਫ ਲੜਨਾ ਸੀ। ਉਹ ਜਿਹੜਾ ਸਾਡਾ ਕਨਸੈਪਟ ਹੈ ਉਹ ਤੋੜ ਦਿੱਤਾ ਗਿਆ। ਕੇਵਲ ਹੁਣ ਭੇਖ ਦਾ ਸਾਧਨ ਬਣਾ ਕੇ ਇੱਕ ਉਹਨੂੰ ਕੌਮ ਦਾ ਜਾਂ ਕਨਸੈਪਟ ਬਣਾ ਕੇ ਤੇ ਉਹਨੂੰ ਸਿੱਖੀ ਵਿੱਚ ਦਾਖਲਾ ਵੀ ਕਹਿ ਦਿੰਦੇ ਆ, ਜੋ ਕਿ ਸ਼ਬਦ ਗਲਤ ਆ। ਬਿਲਕੁਲ ਨਹੀਂ। ਸਿੱਖੀ ਵਿੱਚ ਦਾਖਲਾ ਉਦੋਂ ਹੋ ਜਾਂਦਾ ਜਦੋਂ ਉਹ ਗੁਰੂ ਸ਼ਬਦ ਨਾਲ ਜੁੜਦਾ ਹੈ, ਚਾਹੇ ਉਹ ਖੰਡੇ ਦੀ ਪੌਲ ਛਕੀ ਹੈ ਚਾਹੇ ਨਹੀਂ ਛਕੀ। ਸੋ ਇਹ ਖੰਡੇ ਦੀ ਪੌਲ ਦਾ ਇੱਕੋ ਇੱਕ ਦਾਸ ਦੀ ਸੋਚ ਮੁਤਾਬਕ ਕਨਸੈਪਟ ਹੈ, ਅਕਾਲ ਪੁਰਖ ਦੀ ਫੌਜ ਬਣਾ ਕੇ ਉਹਦੇ ਵਿੱਚ ਭਰਤੀ ਹੋਣਾ ਔਰ ਜ਼ੁਲਮ ਔਰ ਜ਼ਾਲਮ ਦੇ ਖਿਲਾਫ ਲੜਨੀ ਆਪਾਂ ਨਿਸ਼ਾਵਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਇਕਬਾਲ ਸਿੰਘ ਜੀ, ਬਹੁਤ ਸੋਹਣੇ ਤਰੀਕੇ ਨਾਲ ਆਪ ਜੀ ਨੇ ਸੁਣਾ ਕੀਤਾ, ਧੰਨਵਾਦ। ਅਸੀਂ ਵੈਸੇ ਵੀ ਅਸੀਂ ਰੂਟੀਨ ਵਿੱਚ ਵੀ ਦੇਖੀਏ ਨਾ ਤੇ ਪੂਰੀ 5 ਕਕਾਰਾਂ ਦਾ ਵੀ ਅਗਰ ਜ਼ਿਕਰ ਕਰੀਏ ਤੇ ਵਰਦੀ ਹੈ ਪੂਰੀ ਦੀ ਪੂਰੀ। ਅਸੀਂ ਕਿਧਰੇ ਵੀ ਜਾਈਏ ਕੇਸਾਂ ਦੀ ਸੰਭਾਲ, ਜੇ ਰਾਤ ਬੇਰਾਤ ਕਿਧਰੇ ਠਹਿਰਨਾ ਪੈ ਜਾਏ ਜਾਂ ਕਿਧਰੇ ਅਸੀਂ ਰੁਕ ਜਾਈਏ, ਕਿਧਰੇ ਸਾਨੂੰ ਅਸੀਂ ਫਸ ਜਾਈਏ, ਸਮੇਂ ਦਾ ਕੁਝ ਪਤਾ ਨਹੀਂ ਹੁੰਦਾ ਤੇ ਸੰਪੂਰਨ ਵਰਦੀ ਵੀ ਹੈ। ਅਸੀਂ ਮੈਂ ਕਹਾਂਗਾ ਸੰਪੂਰਨ ਸਾਡੇ ਕੋਲ ਕੇਸਾਂ ਦੀ ਸੰਭਾਲ ਲਈ ਕੰਘਾ ਵੀ ਹੈ ਤੇ ਹੋਰ ਜਿਹੜੀ ਚੀਜ਼ਾਂ ਉਹ ਵੀ ਲੋੜਵੰਦ ਹੈਗੀਆਂ ਸਾਰੀਆਂ। ਸੰਪੂਰਨ ਡਰੈਸ ਕਹਿ ਲਈ ਅਸੀਂ, ਸਾਨੂੰ ਗੁਰੂ ਸਾਹਿਬ ਨੇ ਬਖਸ਼ੀ ਹੈ। ਧੰਨਵਾਦ ਆਪ ਜੀ ਦਾ। ਪ੍ਰਭਦੀਪ ਵੀਰ ਜੀ, ਅੱਗੇ ਦਾ ਮੇਰੇ ਖਿਆਲ ਸਮਾਂ ਹੋ ਗਿਆ। ਹਾਂਜੀ ਵੀਰ ਜੀ, ਹੁਣ ਅਸੀਂ ਸਮਾਪਤੀ ਕਰ ਸਕਦੇ ਹਾਂ, ਟਾਈਮ ਹੋ ਗਿਆ। जी हाँ, यहाँ बयान जी, आपकी फतेह। जी